किताबनी भाग दूसरा शब्द 12वां। अटक तू क्यों रहा जग में, भटक में क्या मिले भाई। संत महात्मा किसी कौम, किसी मजहब, किसी मुल्क, किसी वक्त अंदर क्यों ना होण, हर एक महात्मा दा इको ही संदेश है, हर एक महात्मा दा इको ही उपदेश है। दुनिया अंदर कदे कोई महात्मा ना कौम बनाउण वास्ते आउंदा है, ना मजहब बनाउण वास्ते आउंदा है। ना कोई महात्मा किसी दे हथ अंदर डंडे और तलवारां देण वास्ते आउंदे हन। ना कोई महात्मा कौमां, मजहबां, मुल्कां दे झगड़ा पैदा करन वास्ते आउंदे हन। ਉਹ ਕੇਵਲ ਸਾਡੇ ਅੰਦਰ ਮਾਲਿਕ ਦੇ ਮਿਲਣ ਦਾ ਸ਼ੌਕ ਔਰ ਪਿਆਰ ਪੈਦਾ ਕਰਦੇ ਹਨ। ਸਾਨੂੰ ਮਾਲਿਕ ਦੇ ਮਿਲਣ ਦਾ ਤਰੀਕਾ ਔਰ ਸਾਧਨ ਸਮਝਾਉਂਦੇ ਹਨ, ਤਾਂ ਕਿ ਅਸੀਂ ਦੁਨੀਆ ਦੇ ਜੀਵ ਮਾਲਿਕ ਦੀ ਭਗਤੀ ਕਰਕੇ ਇਹਨਾਂ ਇਸ ਦੇਹ ਤੋਂ, ਮਰਨ ਜੰਮਣ ਦੇ ਦੁੱਖਾਂ ਤੋਂ ਹਮੇਸ਼ਾ ਵਾਸਤੇ ਛੁਟਕਾਰਾ ਹਾਸਲ ਕਰ ਸਕੀਏ। ਇਹ ਜਿਤਨੇ ਵੀ ਆਪਣੇ ਮਜ਼ਹਬ ਹਨ, ਇਹਨਾਂ ਦੀ ਸ਼ਰੀਅਤ, ਇਹਨਾਂ ਦੇ ਰਸਮੋ ਰਿਵਾਜ, ਇਹਨਾਂ ਦੇ ਰਹਿਣ ਸਹਿਣ ਦਾ ਤਰੀਕਾ ਸਭ ਦਾ ਆਪੋ ਆਪਣਾ ਹੈ, ਕਿਉਂਕਿ ਇਨਸਾਨ ਨੇ ਖੁਦ ਆਪਣੇ ਜ਼ਰੂਰਤ ਦੇ ਮੁਤਾਬਕ ਇਹ ਚੀਜ਼ਾਂ ਪੈਦਾ ਕੀਤੀਆਂ ਹੋਈਆਂ ਹਨ। ਲੇਕਿਨ ਜਿਹੜੀ ਰੂਹਾਨੀਅਤ ਹੈ, ਅਸਲੀਅਤ ਹੈ, ਹਕੀਕਤ ਹੈ, ਐਸੈਂਸ ਆਫ ਟਰੁਥ ਹੈ, ਬੇਸ ਆਫ ਸਪਿਰਚੁਅਲਿਟੀ ਹੈ, ਉਹ ਹਰ ਇੱਕ ਮਜ਼ਹਬ ਦੇ ਤਹਿ ਦੇ ਅੰਦਰ ਇੱਕੋ ਹੀ ਚੀਜ਼ ਹੁੰਦੀ ਹੈ। ਜਿਤਨਾ ਅਰਸਾ ਅਸੀਂ ਉਸ ਰੂਹਾਨੀਅਤ ਦੇ ਰੰਗ ਵਿੱਚ ਨਹੀਂ ਰੰਗੇ ਜਾਵਾਂਗੇ, ਅਸੀਂ ਕਿਸੇ ਕੌਮ ਦੇ ਅੰਦਰ ਹੋਈਏ, ਕਿਸੇ ਮਜ਼ਹਬ ਦੇ ਅੰਦਰ ਹੋਈਏ, ਕਿਸੇ ਮੁਲਕ ਦੇ ਅੰਦਰ ਹੋਈਏ, ਸਾਡਾ ਦੇਹ ਦੀਆਂ ਬੰਧਨਾਂ ਤੋਂ ਕਿਸੇ ਹਾਲਤ ਅੰਦਰ ਛੁਟਕਾਰਾ ਨਹੀਂ ਹੋ ਸਕਦਾ। ਉਸ ਰੂਹਾਨੀਅਤ ਨੂੰ ਮੁਖਤਲਿਫ ਮਹਾਤਮਾ ਨੇ ਮੁਖਤਲਿਫ ਕੌਮਾਂ, ਮਜ਼ਹਬਾਂ, ਮੁਲਕਾਂ ਅੰਦਰ ਬੈਠ ਕੇ ਮੁਖਤਲਿਫ ਲਫ਼ਜ਼ਾਂ ਦੇ ਜ਼ਰੀਏ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਜਿਸ ਵਕਤ ਅਸੀਂ ਰਿਸ਼ੀਆਂ ਮੁਨੀਆਂ ਦੇ ਵੇਦ ਸ਼ਾਸਤਰ ਪੜ੍ਹਦੇ ਹਾਂ, ਉਹਨਾਂ ਨੇ ਉਸ ਨੂੰ ਆਕਾਸ਼ ਬਾਣੀ ਕਿਹਾ ਹੈ, ਰਾਮ ਨਾਮ ਕਿਹਾ ਹੈ, ਰਾਮ ਧੁਨ ਕਿਹਾ ਹੈ, ਨਿਰਮਲ ਨਾਦ ਕਿਹਾ ਹੈ, ਦਿव्य ਧੁਨੀ ਕਹਿ ਕੇ ਯਾਦ ਕੀਤਾ ਹੈ, ਹੋਰ ਵੀ ਕਈ ਲਫ਼ਜ਼ਾਂ ਨਾਲ ਯਾਦ ਕੀਤਾ ਹੈ। ਜਿਸ ਵਕਤ ਅਸੀਂ ਕ੍ਰਾਈਸਟ ਦਾ ਕਲਾਮ ਪੜ੍ਹਦੇ ਹਾਂ, ਉਸੇ ਰੂਹਾਨੀਅਤ ਨੂੰ ਉਸਨੇ ਵਰਡ ਕਿਹਾ ਹੈ, ਲੋਗਾਸ ਕਿਹਾ ਹੈ, ਸਪਿਰਿਟ ਕਿਹਾ ਹੈ, ਹੋਲੀ ਗੋਸਟ ਕਿਹਾ ਹੈ, ਨੇਮ ਕਿਹਾ ਹੈ, ਹੋਰ ਵੀ ਕਈ ਚੀਜ਼ਾਂ ਨਾਲ ਯਾਦ ਕੀਤਾ ਹੈ। ਮੁਸਲਮਾਨ ਫਕੀਰਾਂ ਦਾ ਕਲਾਮ ਪੜ੍ਹਦੇ ਹਾਂ, ਉਸੇ ਰੂਹਾਨੀਅਤ ਨੂੰ ਉਹ ਕਲਮਾ ਕਹਿੰਦੇ ਹਨ, ਬਾਂਗੇ ਅਸਮਾਨੀ, ਕਲਾਮੇ ਇਲਾਹੀ, ਨਦਾਏ ਸੁਲਤਾਨੀ ਕਹਿੰਦੇ ਹਨ, ਹੋਰ ਵੀ ਕਈ ਲਫ਼ਜ਼ਾਂ ਨਾਲ ਯਾਦ ਕਰਦੇ ਹਨ। ਗੁਰੂ ਨਾਨਕ ਸਾਹਿਬ ਦੇ ਘਰ ਨੂੰ ਉਹਨਾਂ ਨੇ ਗੁਰ ਕੀ ਬਾਣੀ, ਤੁਰ ਕੀ ਬਾਣੀ, ਸੱਚੀ ਬਾਣੀ, ਅਮਰ ਹੁਕਮ ਅਕਥ ਕਰਾ ਹਰੀ ਕੀਰਤਨ ਕਹਿ ਕੇ ਯਾਦ ਕੀਤਾ ਹੈ। ਆਮ ਸੰਤਾਂ ਮਹਾਤਮਾ ਨੇ ਸ਼ਬਦ ਔਰ ਨਾਮ ਹੀ ਕਹਿ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਜਿਤਨਾ ਅਰਸਾ ਸਾਡਾ ਖਿਆਲ ਉਸ ਸ਼ਬਦ ਔਰ ਨਾਮ ਦੇ ਨਾਲ ਨਹੀਂ ਜੁੜਦਾ, ਸਾਡਾ ਦੇਹ ਦੀਆਂ ਬੰਧਨਾਂ ਤੋਂ, ਮਰਨ ਜੰਮਣ ਦੇ ਦੁੱਖਾਂ ਤੋਂ ਕਦੇ ਛੁਟਕਾਰਾ ਨਹੀਂ ਹੋ ਸਕਦਾ। ਸ਼ਰੀਅਤ ਦਾ, ਰੂਹਾਨੀਅਤ ਨਾਲ ਇਸੇ ਤਰ੍ਹਾਂ ਰਿਸ਼ਤਾ ਹੈ ਜਿਸ ਤਰ੍ਹਾਂ ਇੱਕ ਫੋਟੋ ਫਰੇਮ ਦਾ ਬੜੀ ਸੋਹਣੀ ਫੋਟੋ ਜਾਂ ਤਸਵੀਰ ਜਾਂ ਪੇਂਟਿੰਗ ਦੇ ਨਾਲ ਹੁੰਦਾ ਹੈ। ਕੀਮਤ ਜਿਹੜੀ ਹੁੰਦੀ ਹੈ ਉਹ ਫੋਟੋ ਦੀ ਹੁੰਦੀ ਹੈ, ਪੇਂਟਿੰਗ ਦੀ ਹੁੰਦੀ ਹੈ, ਫੋਟੋ ਫਰੇਮ ਦੀ ਨਹੀਂ ਹੁੰਦੀ। ਖੂਬਸੂਰਤੀ ਫੋਟੋ ਦੀ ਹੁੰਦੀ ਹੈ, ਪੇਂਟਿੰਗ ਦੀ ਹੁੰਦੀ ਹੈ। ਇਸੇ ਤਰ੍ਹਾਂ ਜਿਹੜਾ ਰਿਸ਼ਤਾ ਇੱਕ ਡਾਇਮੰਡ ਦੇ ਜ਼ੇਵਰਾਂ ਦਾ ਇੱਕ ਜ਼ੇਵਰਾਂ ਦੇ ਡੱਬੇ ਦੇ ਨਾਲ ਹੁੰਦਾ ਹੈ, ਕੀਮਤ ਔਰ ਖੂਬਸੂਰਤੀ ਜਿਹੜੀ ਹੈ ਉਹ ਜ਼ੇਵਰ ਦੀ ਹੈ, ਉਹ ਡੱਬੇ ਦੀ ਨਹੀਂ ਹੈ। ਜ਼ੇਵਰਾਂ ਤੋਂ ਬਗੈਰ ਉਸ ਡੱਬੇ ਨੂੰ ਕੋਈ ਵੀ ਆਪਣੇ ਸੇਫਾਂ ਵਿੱਚ ਬੰਦ ਕਰਕੇ ਨਹੀਂ ਰੱਖਦਾ। ਇਸੇ ਤਰ੍ਹਾਂ ਕੰਮ ਤਲਵਾਰ ਨੇ ਆਉਣਾ ਹੈ, ਮਿਆਨ ਨੇ ਕੰਮ ਨਹੀਂ ਦੇਣਾ। ਸੋ ਜੋ ਕੁਝ ਸਾਨੂੰ ਪ੍ਰਾਪਤ ਹੋਣਾ ਹੈ ਉਸ ਰੂਹਾਨੀਅਤ ਤੋਂ ਪ੍ਰਾਪਤ ਹੋਣਾ ਹੈ।
ਅਸੀਂ ਰੂਹਾਨੀਅਤ ਤੋਂ ਦੂਰ ਚਲੇ ਜਾਂਦੇ ਹਾਂ। ਆਹਿਸਤਾ ਆਹਿਸਤਾ ਉਸ ਸ਼ਰੀਅਤ ਦੇ ਪਾਬੰਦ ਹੋ ਜਾਂਦੇ ਹਾਂ, ਸ਼ਰੀਅਤ ਦੇ ਕੈਦੀ ਹੋ ਜਾਂਦੇ ਹਾਂ। ਔਰ ਇਹ ਜਿਹੜੀ ਸ਼ਰੀਅਤ ਹੈ ਇਹ ਪੁਜਾਰੀਆਂ ਦੇ ਹੱਥ ਵਿੱਚ ਆ ਜਾਂਦੀ ਹੈ, ਪਾਦਰੀਆਂ ਦੇ ਹੱਥ ਵਿੱਚ ਆ ਜਾਂਦੀ ਹੈ, ਮੁੱਲਾਂ ਦੇ ਹੱਥ ਵਿੱਚ ਆ ਜਾਂਦੀ ਹੈ, ਪਾਈਆਂ ਦੇ ਹੱਥ ਵਿੱਚ ਆ ਜਾਂਦੀ ਹੈ। ਔਰ ਉਹ ਸਾਨੂੰ ਬਾਹਰ ਮੁਖੀ ਕਰ ਦਿੰਦੇ ਹਨ, ਕਰਮ ਕਾਂਡ ਦੇ ਵਿੱਚ ਲਗਾ ਦਿੰਦੇ ਹਨ। ਔਰ ਉਸ ਰੂਹਾਨੀਅਤ ਨੂੰ ਨਾ ਸਮਝਦੇ ਹਨ, ਨਾ ਕਿਸੇ ਨੂੰ ਉਸ ਦੀ ਸਮਝ ਹੈ, ਨਾ ਕਿਸੇ ਨੂੰ ਸਮਝਾਉਣ ਦੀ ਉਹ ਕੋਸ਼ਿਸ਼ ਕਰਦੇ ਹਨ। ਔਰ ਇਤਨੇ ਸਾਨੂੰ ਸ਼ਰੀਅਤ ਦੇ ਅੰਦਰ ਤੰਗ ਦਿਲ ਬਣਾ ਦਿੰਦੇ ਹਨ ਕਿ ਅਸੀਂ ਉਹਨਾਂ ਮਹਾਤਮਾ ਦੇ ਉਪਦੇਸ਼ ਨੂੰ ਕੋਈ ਕੌਮ ਦੀ ਸ਼ਕਲ ਦੇ ਦਿੰਦਾ ਹੈ, ਕੋਈ ਮਜ਼ਹਬ ਦੀ ਸ਼ਕਲ ਦੇ ਦਿੰਦਾ ਹੈ, ਕੋਈ ਮੁਲਕ ਦੀ ਸ਼ਕਲ ਦੇ ਦਿੰਦਾ ਹੈ। ਔਰ ਅਸੀਂ ਇੱਕ ਦੂਸਰੇ ਨਾਲ ਲੜਨਾ ਭਿੜਨਾ ਸ਼ੁਰੂ ਕਰ ਦਿੰਦੇ ਹਾਂ। ਕਿਸ ਵਾਸਤੇ ਕਰਦੇ ਹਾਂ? ਪੇਟ ਦੀ ਖਾਤਰ ਕਰਦੇ ਹਾਂ, ਇੱਜ਼ਤ ਔਰ ਆਪਣੀ ਮਾਨ ਵਡਿਆਈ ਦੀ ਖਾਤਰ ਕਰਦੇ ਹਾਂ। ਉਹਨਾਂ ਦਾ ਤਾਂ ਇਹ ਪੇਟ ਦਾ ਧੰਦਾ ਹੈ, ਲੇਕਿਨ ਅਸੀਂ ਆਪਣੀ ਕਮ ਅਕਲੀ ਕਰਕੇ ਉਹਨਾਂ ਦੇ ਕੈਦੀ ਬਣ ਕੇ ਬੈਠ ਜਾਂਦੇ ਹਾਂ। ਇਸ ਵਾਸਤੇ ਮਹਾਤਮਾ ਦਾ ਉਪਦੇਸ਼ ਤਾਂ ਕੁੱਲ ਆਲਮ ਦੇ ਵਾਸਤੇ ਹੁੰਦਾ ਹੈ, ਸਾਰੀ ਦੁਨੀਆ ਦੇ ਵਾਸਤੇ ਹੁੰਦਾ ਹੈ, ਕਿਸੇ ਖਾਸ ਕੌਮ ਵਾਸਤੇ ਨਹੀਂ ਹੁੰਦਾ, ਖਾਸ ਮਜ਼ਹਬ ਵਾਸਤੇ ਨਹੀਂ ਹੁੰਦਾ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਮੇਰਾ ਉਪਦੇਸ਼ 4 ਵਰਨੋਂ ਕੋ ਸਾਂਝਾ। ਗੁਰੂ ਸਾਹਿਬ ਕਹਿੰਦੇ ਜਿਹੜੀ ਆਪ ਦੀ ਤਾਲੀਮ ਔਰ ਉਪਦੇਸ਼ ਹੈ ਕੁੱਲ ਆਲਮ ਦੇ ਵਾਸਤੇ ਹੈ, ਕਿਉਂਕਿ 4 ਵਰਨਾਂ ਦੇ ਅੰਦਰ ਸਭ ਦੁਨੀਆ ਦੇ ਇਨਸਾਨ ਆ ਜਾਂਦੇ ਹਨ। ਤੁਸੀਂ ਦੇਖੋ ਅੱਜ ਸ਼ਰੀਅਤ ਨੇ ਉਹਨਾਂ ਦੇ ਇਤਨੇ ਉੱਚੇ ਔਰ ਸੁੱਚੇ ਉਪਦੇਸ਼ ਨੂੰ 10-12 ਜ਼ਿਲ੍ਹਿਆਂ ਦੇ ਅੰਦਰ ਬੰਦ ਕਰਕੇ ਰੱਖ ਦਿੱਤਾ। ਇਹ ਗੁਰੂ ਨਾਨਕ ਸਾਹਿਬ ਦਾ ਕਸੂਰ ਨਹੀਂ ਹੈ, ਇਹ ਸ਼ਰੀਅਤ ਵਾਲਿਆਂ ਦਾ ਕਸੂਰ ਹੈ। ਅਗਰ ਖੁੱਲੇ ਦਿਲ ਦੇ ਨਾਲ ਕਿਸੇ ਵੀ ਮਹਾਤਮਾ ਦੀ ਬਾਣੀ ਦੀ ਅਸੀਂ ਅੱਛੀ ਤਰ੍ਹਾਂ ਖੋਜ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਇਹੋ ਸਮਝ ਆਉਂਦੀ ਹੈ ਕਿ ਹਰ ਇੱਕ ਮਹਾਤਮਾ ਦਾ ਇੱਕੋ ਹੀ ਸੰਦੇਸ਼ ਹੈ, ਹਰ ਇੱਕ ਮਹਾਤਮਾ ਦਾ ਇੱਕੋ ਹੀ ਉਪਦੇਸ਼ ਹੈ। ਇਹ ਮੈਂ ਸ੍ਰੀ ਹਜ਼ੂਰ ਸਵਾਮੀ ਜੀ ਮਹਾਰਾਜ ਦੀ ਬਾਣੀ ਲੈ ਰਿਹਾ ਹਾਂ। ਆਪ ਸਾਰੀ ਦੁਨੀਆ ਵੱਲ ਨਜ਼ਰ ਮਾਰ ਕੇ ਸਮਝਾਉਂਦੇ ਹਨ ਕਿ ਅਸੀਂ ਉਸ ਮਾਲਿਕ ਨੂੰ ਭੁੱਲ ਕੇ ਇਸ ਰਚਨਾ ਦੇ ਮੋਹ ਔਰ ਪਿਆਰ ਵਿੱਚ ਫਸੇ ਹੋਏ ਹਾਂ। ਇਹ ਕਿਸ ਦਾ ਕੀ ਕਾਰਨ ਹੈ? ਇਸ ਕਰਕੇ ਅਸੀਂ ਇਸ 84 ਦੇ ਜੇਲ੍ਹ ਖਾਨੇ ਅੰਦਰ ਅਟਕੇ ਹੋਏ ਹਾਂ। ਸਾਡੀ ਆਤਮਾ ਉਸ ਪਰਮਾਤਮਾ ਦੀ ਅੰਸ਼ ਹੈ, ਅਸੀਂ ਉਸ ਸਤਨਾਮ ਸਮੁੰਦਰ ਦੇ ਕਤਰੇ ਹਾਂ। ਕਬੀਰ ਸਾਹਿਬ ਨੇ ਕਿਹਾ ਸੀ, ਕਬੀਰਾ ਆਤਮ ਅੰਸ਼ ਰਾਮ ਦੀ। ਇਹ ਜਿਹੜੀ ਸਾਡੀ ਆਤਮਾ ਹੈ ਉਸ ਰਾਮ ਕਿਆ ਪਰਮਾਤਮਾ ਦੀ ਅੰਸ਼ ਹੈ। ਇਹੋ ਗੁਰੂ ਨਾਨਕ ਸਾਹਿਬ ਕਹਿੰਦੇ, ਆਤਮ ਮੈਂ ਰਾਮ, ਰਾਮ ਮੈਂ ਆਤਮ। ਆਤਮਾ ਦੇ ਅੰਦਰ ਪਰਮਾਤਮਾ ਹੈ, ਪਰਮਾਤਮਾ ਦੇ ਅੰਦਰ ਸਾਡੀ ਆਤਮਾ ਹੈ। ਲੇਕਿਨ ਉਸ ਮਾਲਿਕ ਦੇ ਕੋਲੋਂ ਵਿਛੜ ਕੇ ਅਸੀਂ ਇਸ ਮਾਇਆ ਦੇ ਜਾਲ ਵਿੱਚ ਫਸੇ ਹੋਏ ਹਾਂ। ਇਸ ਜਗ੍ਹਾ ਆ ਕੇ ਸਾਡੀ ਆਤਮਾ ਨੇ ਮਨ ਦਾ ਸਾਥ ਲੈ ਲਿਆ। ਮਨ ਲੱਗੇ ਇੰਦਰੀਆਂ ਦੇ ਭੋਗਾਂ, ਵਿਸ਼ਿਆਂ, ਵਕਾਰਾਂ, ਸ਼ਰਾਬਾਂ, ਕਬਾਬਾਂ, ਕੌਮਾਂ, ਮਜ਼ਹਬਾਂ, ਮੁਲਕਾਂ ਦੇ ਝਗੜਿਆਂ ਦਾ ਆਸ਼ਿਕ ਹੈ। ਜੋ ਕਰਮ ਆਪਾਂ ਮਨ ਦੇ ਤਾਬੇ ਹੋ ਕੇ ਕਰਦੇ ਹਾਂ, ਅੱਛੇ ਵੀ ਕਰਦੇ ਹਾਂ, ਬੁਰੇ ਵੀ ਕਰਦੇ ਹਾਂ, ਉਹਨਾਂ ਸਾਰਿਆਂ ਦਾ ਨਤੀਜਾ ਭੁਗਤਣ ਵਾਸਤੇ ਸਾਨੂੰ ਇਸ 84 ਦੇ ਜੇਲ੍ਹ ਖਾਨੇ ਵਿੱਚ ਆਉਣਾ ਪੈਂਦਾ ਹੈ। ਕਿਉਂਕਿ ਇਹ ਜਿਹੜੀ ਦੁਨੀਆ ਹੈ ਕਰਮ ਭੂਮੀ ਹੈ, ਕਰਮਾ ਸੰਦਰਾ ਖੇਤ ਹੈ। ਜ਼ਮੀਨ ਦੇ ਅੰਦਰ ਜੋ ਵੀ ਅਸੀਂ ਬੀਜ ਪਾਉਂਦੇ ਹਾਂ ਉਸੇ ਫਸਲ ਨੂੰ ਕੱਟਣ ਵਾਸਤੇ ਜਾਣਾ ਪਵੇਗਾ। ਮਿਰਚਾਂ ਦਾ ਬੀਜ ਪਾਵਾਂਗੇ, ਮਿਰਚਾਂ ਦੀ ਫਸਲ ਇਕੱਠੀ ਕਰਾਂਗੇ, ਅੰਬ ਦਾ ਪੌਦਾ ਲਗਾਵਾਂਗੇ, ਅੰਬ ਦੇ ਫਲ ਖਾਣ ਦੇ ਹੱਕਦਾਰ ਹੋ ਜਾਵਾਂਗੇ। ਸਵਾਮੀ ਜੀ ਕਹਿੰਦੇ, ਕਰਮ ਜੋ ਕਰੇਗਾ ਤੂੰ ਵਹੀ ਫਿਰ ਭੋਗਣਾ ਭਰਨਾ। ਔਰ ਇਹਨਾਂ ਕਰਮਾਂ ਕਰਕੇ ਨਾ ਅੱਛੀਆਂ ਕਰਮਾਂ ਕਰਕੇ ਅਸੀਂ ਦੇਹ ਦੀਆਂ ਬੰਧਨਾਂ ਤੋਂ ਆਜ਼ਾਦ ਹੋ ਸਕਦੇ ਹਾਂ, ਨਾ ਬੁਰੀਆਂ ਕਰਮਾਂ ਕਰਕੇ ਅਸੀਂ ਮਰਨ ਜੰਮਣ ਦੇ ਦੁੱਖਾਂ ਤੋਂ ਬਚ ਸਕਦੇ ਹਾਂ। ਅਗਰ ਆਪਾਂ ਨੇਕ ਕਰਮ ਵੀ ਕਰਦੇ ਹਾਂ, ਕੀ ਨਤੀਜਾ ਹੋਵੇਗਾ? ਸੇਠ ਸ਼ਾਹੂਕਾਰ ਬਣ ਕੇ ਆ ਜਾਵਾਂਗੇ, ਰਾਜੇ ਮਹਾਰਾਜੇ ਬਣ ਕੇ ਆ ਜਾਵਾਂਗੇ, ਕੌਮਾਂ, ਮਜ਼ਹਬਾਂ, ਮੁਲਕਾਂ ਦੀ ਹਕੂਮਤ ਲੈ ਕੇ ਆ ਜਾਵਾਂਗੇ। ਹੱਥ ਚੋਂ ਝਾੜੂ ਨਿਕਲੇਗਾ, ਹਕੂਮਤ ਦੀ ਬਾਗਡੋਰ ਮਿਲ ਜਾਵੇਗੀ। ਚੌਂਪੜੀ ਚੋਂ ਬਿਸਤਰ ਉਠਾ ਕੇ ਮਹੱਲਾਂ ਵਿੱਚ ਜਾ ਕੇ ਵਿਛਾ ਲਵਾਂਗੇ। ਜ਼ਿਆਦਾ ਤੋਂ ਜ਼ਿਆਦਾ ਬੈਕੁੰਠਾਂ ਔਰ ਸਵਰਗਾਂ ਵਿੱਚ ਚਲੇ ਜਾਵਾਂਗੇ। ਉਹ ਵੀ ਭੋਗ ਜੂਨੀਆਂ ਹਨ, ਫॉर सर्टन टाइम और पीरियड ਦੇ ਵਾਸਤੇ ਹਨ। ਫਿਰ ਵਾਪਸ ਐਸੇ ਹੀ 84 ਦੇ ਜੇਲ੍ਹ ਖਾਨੇ ਵਿੱਚ ਆਉਣਾ ਪੈਂਦਾ ਹੈ। ਅਗਰ ਬੁਰੇ ਕਰਮ ਕਰਦੇ ਹਾਂ
फिर तो नरक और 84 तैयार ही लेंदी है। क्या राजा, क्या प्रजा, क्या अमीर, क्या गरीब, क्या औरत, क्या आदमी, सब दुनिया के जीव असी इस जगह आके आपो अपने कर्मा का हिसाब दे रहे हैं। और इन्ना कर्मा करके जिस भी जगह जाके जन्म लेना पैंदा है, सोच लो उससे जामे विच बैठ के दुख और मुसीबत सहनिया पैंदियां हैं। हर रोज साडी पेट की खातर हजार हा किस्म के जानवर ज़िबा कीते जाते हैं। किस तरह चीखते चलाउंदे पिटते रोंदे उन्हां मुर्गियां ते बकरियां ते भेड़ां दे गले ते दिन रात छुरियां चल रही हैं। असी कदे सोच और विचार करके देखा है, अगर सानू अपने कर्मां दे कारण उत्थे जाके जन्म लेना पै जावे, उन्हां दे हथ में छुरियां और कुहाड़ियां पकड़ियां हों, सोच लो साडी की दुर्दशा होवेगी, साडी की हालत होवेगी। एक डॉक्टर पतली जी सुई टीका लगाउण दी खातर गर्म करता है, इतनी बड़ी शरीर अपना थर थर कंबना शुरू कर दिंदा है, लेकिन उन्हां गरीब मजलूमां ते किस तरह बेरहमी दे नाल छुरियां चल रही हैं। निचलियां जामियां दे मतलब की सोचना है, रूह कंबदी है, बयान ही नहीं किया जा सकता। तुसी इंसान दे जामे दे मतलब अच्छी तरह रिसर्च करके देखो, जिसनों आपां टॉप ऑफ दी क्रिएशन कहते हाँ, अशरफुल मखलूकात कह के याद करते हैं, ऋषि मुनि नर नरैणी दे कह के बयान करते हैं। इस दे अंदर बैठ के केड़ा आपां सुख हासिल कर सकते हैं, केड़ा आपां शांति प्राप्त कर सकते हैं। किसी नूं पुछ के देख लो, कोई बेचारा बीमारी हथों तंग आया बैठा है, कोई बेरोजगारी हथों दुखी हो जाता है, किसी दे औलाद नहीं हुंदी वो रोण पिटन लगा होया है, कंजां नूं औलाद ने दुखी किया होया है, किसी ने कर्जा लेना है, किसी ने कर्जा देना है। रोज तुसी इहो जी सर्दी अंदर कंगालां दी सड़कां ते हालत देखते हो। जेल खानियां विच जाके कदे बेगुनाह मुलजमां दीयां कहानियां सुन के देखो, हस्पतालां विच जाके कदे बीमारां दीयां चीखां सुनो। दुनिया दे अंदर तां दुख ही दुख, मुसीबतां ही मुसीबतां नजर आ रही हैं। कदे रेडियो लगा लो, अखबार पढ़ लो, किस तरह कौमां मसबां मुल्कां दे झगड़े शुरू हैं, कितनियां गरीबां दा खून हुंदा है, कितनियां औरतां बेवा हुंदियां हन, कितने बच्चे यतीम हो रहे हैं। जिस नगरी अंदर ये हालत है कि रोटी कपड़े वास्ते आप भटकते और तड़पते फिरते हैं, उस जामे अंदर बैठ के कोई सुख किस तरह हासिल कर सकता है, कोई शांति किस तरह प्राप्त कर सकता है। अगर इंसान दे जामे अंदर किसी नूं सुख नहीं मिलेगा, तुसी आप सोचो किहड़े जामे में जाके सुख हासिल कर सकेगा। इसी वास्ते स्वामी जी ने कहा सी, सुरत सुन बातरी तेरा तनी बसे आकाश। ऐ आत्मा, तेरा पति वो परमात्मा परमेश्वर है, वो सचखंड विच बैठा होया है, तू माया के जाल विच अटकी हुई है। जितना अरसा तू वापस अपने घर नहीं पहुंचेगी, तू कदे सुहागण नहीं हो सकती, तेरा कदे मरण जमण दे दुखों तो छुटकारा नहीं हो सकता। इसी वास्ते आम संता महात्मा ने आत्मा और परमात्मा का रिश्ता कह के समझाया है कि आत्मा जदों भी सुख हासिल कर सकती है, पति उस परमात्मा की भगती अंदरों हासिल कर सकती है, परमात्मा के वसाल अंदरों हासिल कर सकती है। स्त्री अगर अपने पति के चरणों तो दूर चले जावे, जो मर्जी तुसी दुनिया दियां नूं नियामतां दे दिओ, उहदे मन विच कदे सुख नहीं आ सकता, उहदे मन विच कदे शांति नहीं आ सकती। उन्होंने तो पति की सोबत चाहिए है, पति का वसाल चाहिए है। सानू परमात्मा सारी दुनिया का राज पाठ क्यों ना दे देवे, तां भी साडे मन में सुख नहीं आ सकता, साडे मन में शांति नहीं आ सकती। इस वास्ते स्वामी जी कहते असी उस मालिक नूं भुल के इस माया के जाल विच फस के इस रचना दे नाल मोह और प्यार पा के इत्थे अटके हुए हैं। जो कुछ अखां नाल देख रहे हैं, ये 84 का बहुत बड़ा जबरदस्त जेल खाना है। इस जेल खाने के अंदरों मालिक ने निकलने का एक दरवाजा रखा है। वो केड़ा दरवाजा है, वो इंसान का जामा है। और इसी वास्ते परमात्मा बख्शता है कि तुसी इस मौके तो फायदा उठा के तुसी मालिक दी भगती करो, मालिक दी खोज करो, ताकि थोड़ा देह दे बंधना तो छुटकारा हो जावे। लेकिन स्वामी जी समझाते हैं, जदों परमात्मा सानू ये मौका दिंदा है,
ਅਸੀਂ ਦੁਨੀਆ ਦੀ ਐਸ਼ੋ ਇਸ਼ਤ ਵਿੱਚ ਫਸ ਜਾਂਦੇ ਹਾਂ, ਸ਼ਰਾਬਾਂ ਕਬਾਬਾਂ ਵਿੱਚ ਫਸ ਜਾਂਦੇ ਹਾਂ, ਕੌਮਾਂ ਮਜ਼ਹਬਾਂ ਮੁਲਕਾਂ ਦੇ ਝਗੜਿਆਂ ਵਿੱਚ ਫਸ ਜਾਂਦੇ ਹਾਂ, ਪੁੱਤਰਾਂ ਧੀਆਂ ਦੇ ਪਿਆਰ ਵਿੱਚ ਫਸ ਜਾਂਦੇ ਹਾਂ, ਧਨ ਦੌਲਤ ਨੂੰ ਇਕੱਠਾ ਕਰਨੇ ਸ਼ੁਰੂ ਕਰ ਦਿੰਦੇ ਹਾਂ, ਕਿਉਂਕਿ ਅਸੀਂ ਇਹਦੇ ਅੰਦਰੋਂ ਸੁੱਖ ਢੂੰਡਣ ਦੀ ਕੋਸ਼ਿਸ਼ ਕਰਦੇ ਹਾਂ, ਇਹਨਾਂ ਅੰਦਰੋਂ ਸ਼ਾਂਤੀ ਢੂੰਡਣ ਦੀ ਕੋਸ਼ਿਸ਼ ਕਰਦੇ ਹਾਂ। ਇਹਨਾਂ ਅੰਦਰੋਂ ਸੁੱਖ ਔਰ ਸ਼ਾਂਤੀ ਢੂੰਡਦੇ ਢੂੰਡਦੇ ਆਪ ਕਹਿੰਦੇ ਅਸੀਂ ਦਿਨ ਰਾਤ ਭਟਕਦੇ ਫਿਰਦੇ ਹਾਂ, ਦਿਨ ਰਾਤ ਅਸੀਂ ਤੜਫਦੇ ਫਿਰਦੇ ਹਾਂ। ਇਹਨਾਂ ਚੋਂ ਨਾ ਅਜ ਤੱਕ ਕਦੇ ਕਿਸੇ ਨੂੰ ਸੁੱਖ ਔਰ ਸ਼ਾਂਤੀ ਪ੍ਰਾਪਤ ਹੋਈ ਹੈ, ਨਾ ਕਦੇ ਕਿਸੇ ਨੂੰ ਸੁੱਖ ਔਰ ਸ਼ਾਂਤੀ ਪ੍ਰਾਪਤ ਹੋ ਸਕਦੀ ਹੈ। ਜੋ ਵੀ ਸਭ ਕੁਝ ਨਜ਼ਰ ਆਉਂਦਾ ਹੈ ਸਭ ਨੇ ਨਾਸ਼ ਹੋ ਜਾਣਾ ਹੈ, ਸਭ ਨੇ ਫਨਾ ਹੋ ਜਾਣਾ ਹੈ। ਜੋ ਵੀ ਥੋੜੇ ਬਹੁਤ ਸੁੱਖ ਨਜ਼ਰ ਆਉਂਦੇ ਹਨ, ਅਰਸਾ ਪਾ ਕੇ ਸਭ ਦੁੱਖਾਂ ਅੰਦਰ ਤਬਦੀਲ ਹੋਣੇ ਸ਼ੁਰੂ ਹੋ ਜਾਂਦੇ ਹਨ। ਕਈ ਦਫਾ ਤੇ ਮਨ ਵਿੱਚ ਖਿਆਲ ਆਉਂਦਾ ਹੈ ਸ਼ਾਇਦ ਜਦੋਂ ਮਹਾਤਮਾ ਨੇ ਇਹ ਬਾਣੀ ਲਿਖੀ ਸੀ ਉਦੋਂ ਸ਼ਾਇਦ ਇਹ ਦੁਨੀਆ ਬਹੁਤ ਜ਼ਿਆਦਾ ਦੁਖੀ ਹੁੰਦੀ ਹੋਵੇਗੀ, ਲੇਕਿਨ ਹੁਣ ਤਾਂ ਅਸੀਂ ਇਤਨੀ ਡਿਵੈਲਪਮੈਂਟ ਕਰ ਰਹੀ ਹੈ ਜ਼ਿੰਦਗੀ ਦੇ ਹਰ ਸ਼ੋਬੇ ਦੇ ਅੰਦਰ, ਸ਼ਾਇਦ ਹੁਣ ਇਸ ਦੁਨੀਆ ਜ਼ਿਆਦਾ ਅੱਗੇ ਨਾਲੋਂ ਸੁਖੀ ਹੋ ਚੁੱਕੀ ਹੈ। ਇਹ ਤੁਸੀਂ ਦੇਖੋ ਬਾਬਾ ਫਰੀਦ ਆਏ ਨੂੰ 800 ਸਾਲ ਹੋਏ ਹਨ। ਉਦੋਂ ਉਹਨਾਂ ਨੇ ਕਿਹਾ ਸੀ ਮੈਂ ਜਾਣਾ ਦੁੱਖ ਮੁਝ ਕੋ ਦੁੱਖ ਪਰਾਇਆ ਜਗ, ਉੱਪਰ ਚੜ ਕੇ ਦੇਖਿਆ ਘਰ ਘਰ ਇਹੋ ਵਗ। ਫਰੀਦ ਜੀ ਕਹਿੰਦੇ ਹਨ ਕਿ ਮੈਂ ਸਮਝਦਾ ਸੀ ਮੈਂ ਹੀ ਦੁਨੀਆ ਅੰਦਰ ਦੁਖੀ ਹਾਂ, ਮਹਾਤਮਾ ਨੂੰ ਕੀ ਦੁੱਖ ਹੋਵੇਗਾ, ਰੋਟੀ ਕੱਪੜੇ ਝੌਂਪੜੀ ਦਾ ਦੁੱਖ ਹੋਵੇਗਾ। ਲੇਕਿਨ ਆਪ ਕਹਿੰਦੇ ਜਦੋਂ ਮੈਂ ਉੱਪਰ ਦੀਆਂ ਮੰਜ਼ਲਾਂ ਵਿੱਚ ਜਾ ਕੇ ਦੇਖਿਆ ਦੁਨੀਆ ਤੇ ਸਾਰੀ ਖਾਸ਼ਾਂ ਔਰ ਤ੍ਰਿਸ਼ਨਾ ਦੀ ਅੱਗ ਵਿੱਚ ਦਿਨ ਰਾਤ ਸੜਨ ਲੱਗੀ ਹੋਈ ਹੈ। ਗੁਰੂ ਨਾਨਕ ਸਾਹਿਬ ਆਇਆ ਨੂੰ 500 ਸਾਲ ਹੋਏ ਹਨ। ਉਹਨਾਂ ਨੇ ਵੀ ਇਹੋ ਕਿਹਾ ਨਾਨਕ ਦੁਖੀਆ ਸਭ ਸੰਸਾਰ, ਸਭ ਦੁਨੀਆ ਦੇ ਜੀਵ ਆਪੋ ਆਪਣੀ ਜਗ੍ਹਾ ਦੁੱਖਾਂ ਔਰ ਮੁਸੀਬਤਾਂ ਨਾਲ ਭਰੇ ਪੀਤੇ ਬੈਠੇ ਹਨ। ਸਹਿਜੋ ਬਾਈ ਨੇ ਵੀ 250-300 ਸਾਲ ਪਹਿਲਾਂ ਕਿਹਾ ਧਨਵੰਤੇ ਦੁਖੀਏ ਸਭੀ ਨਿਰਧਨ ਦੁੱਖ ਕਾ ਰੂਪ, ਜਿਨ੍ਹਾਂ ਕੋਲ ਬਹੁਤ ਜ਼ਿਆਦਾ ਜਾਇਦਾਦ ਹੈ, ਬਹੁਤ ਜ਼ਿਆਦਾ ਧਨ ਦੌਲਤ ਹੈ, ਉਹ ਤਾਂ ਸਾਰੇ ਹੀ ਵਿਚਾਰੇ ਦੁਖੀ ਹਨ। ਔਰ ਜਿਨ੍ਹਾਂ ਕੋਲ ਹੈ ਹੀ ਕੁਛ ਨਹੀਂ ਖਾਣ ਪੀਣ ਨੂੰ ਉਹਨਾਂ ਤੇ ਦੁੱਖ ਹੋਣਾ ਹੀ ਹੈ। ਹੁਣ ਸਵਾਮੀ ਜੀ ਵੀ 100 ਸਾਲ ਹੋਇਆ ਇਹੋ ਕਹੀ ਜਾਂਦੇ ਹਨ ਕਿ ਅਸੀਂ ਦੁਨੀਆ ਦੇ ਅੰਦਰੋਂ ਸੁੱਖ ਔਰ ਸ਼ਾਂਤੀ ਢੂੰਡਣ ਦੀ ਖਾਤਰ ਭਟਕਦੇ ਫਿਰਦੇ ਹਾਂ, ਤੜਫਦੇ ਫਿਰਦੇ ਹਾਂ। ਮਨ ਵਿੱਚ ਖਿਆਲ ਆਉਂਦਾ ਹੈ ਕਿ ਸ਼ਾਇਦ ਜਦੋਂ ਮਹਾਤਮਾ ਜਿਨ੍ਹਾਂ ਦਿਨਾਂ ਵਿੱਚ ਆਏ ਸੀ ਉਦੋਂ ਦੁਨੀਆ ਦੀ ਹਾਲਤ ਕੋਈ ਇਤਨੀ ਅੱਛੀ ਨਹੀਂ ਸੀ। ਹੁਣ ਅਸੀਂ 100 ਸਾਲ ਦੇ ਅੰਦਰ ਸ਼ਾਇਦ ਬਹੁਤ ਜ਼ਿੰਦਗੀ ਦੇ ਹਰ ਸ਼ੋਬੇ ਅੰਦਰ ਤਰੱਕੀ ਕਰ ਲਈ ਹੈ। ਪਹਿਲਾਂ ਅਸੀਂ ਝੌਂਪੜੀਆਂ ਵਿੱਚ ਰਿਹਾ ਕਰਦੇ ਸੀ ਔਰ 1-2 ਝੌਂਪੜੀਆਂ ਵਿੱਚ ਸਾਰਾ ਟੱਬਰ ਰਹਿੰਦਾ ਸੀ ਔਰ ਹੱਥਾਂ ਨਾਲ ਖੇਤੀ ਕਰਦੇ ਸੀ ਜਾਂ ਬੈਲਾਂ ਨਾਲ ਖੇਤੀ ਕਰਦੇ ਸੀ, ਜਾਂ ਇਸੇ ਤਰ੍ਹਾਂ ਇਸ ਆਪਣੇ ਕਮਿਊਨਿਟੀ ਦੇ ਅੰਦਰ ਹੀ ਸ਼ਾਦੀਆਂ ਸ਼ੁਦੀਆਂ ਹੋ ਜਾਂਦੀਆਂ ਸੀ ਔਰ ਉਸੇ ਜ਼ਿੰਦਗੀ ਵਿੱਚ 15-20 ਮੀਲ ਦੇ ਅੰਦਰ ਅੰਦਰ ਹੀ ਸਾਡੀ ਸਾਰੀ ਦੁਨੀਆ ਸੀ। ਅਸੀਂ ਉਸੇ ਵਿੱਚ ਹੀ ਗੁਜ਼ਾਰਾ ਕਰਕੇ ਮਰ ਜਾਂਦੇ ਸੀ। ਲੇਕਿਨ ਹੁਣ ਤਾਂ ਅਸੀਂ ਹਰ ਚੀਜ਼ ਜ਼ਿੰਦਗੀ ਦੇ ਹਰ ਸ਼ੋਬੇ ਅੰਦਰ ਕਿਤਨੀ ਤਰੱਕੀ ਕੀਤੀ ਹੈ। ਦੇਖੋ ਕਿਤਨੇ अच्छे मकान बना लए हैं और इसी तरह एग्रीकल्चर देख लो कितना फूड ग्रेन असी पैदा कर रहे हैं, ट्रैक्टर आ गए हैं, कैमिकल आ गए हैं और इसी तरह मेडिसन दे अंदर असी कितनी तरक्की कर ली है। कितनी दवाइयाँ अच्छियाँ, कितने डॉक्टर अच्छे आलम निकले आए हैं और इंसाफ दे अंदर देखो कितनियां कचहरियां बन चुकियां हैं। सुप्रीम कोर्ट तक असी मुकदमा ले जा सकते हैं। कितने लायक वकील हो चुके हैं और शादियां भी असी अपनी मन मर्जी नाल ही कर लेंदे हाँ। फिर महात्मा सानू दुखी क्यों कहते हैं? सानू तो हर जिंदगी के शोबे अंदर हर चीज मौजूद है। जो हर चीज साडे कोल मौजूद है फिर असी दुखी क्यों हैं? या तो साडे सोचण विच कुछ फर्क है या महात्मा दे समझाउण विच फर्क है। देखो जिस वक्त आपां चौंपड़ियां विच रहिंदे सी सारा टब्बर इक्को जगह रहिंदा सी, सारा दिन काम करते सी, शाम ਨੂੰ ਇਕੱਠੇ बैठ के खाना खांदे सी, एक दूसरे नाल प्यार हुंदा सी और ढोलकियां छैने वजाउंदे सी, नचदे गाउंदे सी और बड़े रिलैक्स होके रात ਨੂੰ ਸੌਂਦੇ ਸੀ। ਹੁਣ ਅਸੀਂ बड़ियां पक्कियां कोठड़ियां बना लईਆਂ ਹਨ, एयर कंडीशन हर कमरे ਦੇ ਅੰਦਰ ਲੱਗਾ ਹੋਇਆ है, टीवी भी लगी हुई है, ਟੈਲੀਫੋਨ भी लगा होया है और मंजे भी साढ़े 9-9 इंच ਦੇ स्प्रिंग ਹਨ, 6 इंच ਦੇ ਉੱਤੇ ਗੱਦੇ ਹਨ। लेकिन नींद सानू
ਸਾਨੂੰ ਫਿਰ ਵੀ ਰਾਤ ਨੂੰ ਨਹੀਂ ਆਉਂਦੀ, ਕੰਪੋਜ਼ ਖਾਣੀ ਪੈਂਦੀ ਹੈ, ਟੀਕਾ ਲਗਾਉਣਾ ਪੈਂਦਾ ਹੈ। ਸੁਬਾਹ ਉੱਠਦੇ ਹਾਂ ਕਹਿੰਦੇ ਹੱਡ ਗੋਡੇ ਦੁਖੀ ਜਾਂਦੇ ਹਨ। ਔਰ ਮਾਤਾ ਪਿਤਾ ਨਾਲ ਪਹਿਲਾਂ ਦੇਖੋ ਕਿਤਨੀ ਇੱਜ਼ਤ ਸੀ ਮਾਤਾ ਪਿਤਾ ਦੀ, ਮਾਤਾ ਪਿਤਾ ਦੀ ਬੱਚਿਆਂ ਨਾਲ ਕਿਤਨਾ ਪਿਆਰ ਸੀ। ਹੁਣ ਤਾਂ ਮਾਤਾ ਪਿਤਾ ਹੀ ਰਾਤ ਨੂੰ 10-11 ਵਜੇ ਆਪਣੀਆਂ ਪਾਰਟੀਆਂ ਤੋਂ ਵਾਪਸ ਆਉਂਦੇ ਹਨ, ਬੱਚੇ ਤਾਂ 8-9 ਵਜੇ ਹੀ ਵਿਚਾਰੇ ਸੌਂ ਜਾਂਦੇ ਹਨ। ਸੁਬਾਹ 10-11 ਤੋਂ ਪਹਿਲਾਂ ਕੋਈ ਸੁੱਤਾ ਹੀ ਨਹੀਂ ਉੱਠਦਾ, ਬੱਚੇ 7 ਵਜੇ ਹੀ ਸਕੂਲ ਨੂੰ 8 ਵਜੇ ਹੀ ਨਿਕਲ ਜਾਂਦੇ ਹਨ। ਉਹਨਾਂ ਬੱਚਿਆਂ ਨੇ ਵੀ ਮਾਂ-ਬਾਪ ਦੀ ਇਹੋ ਜਿਹੀ ਇੱਜ਼ਤ ਕਰਨੀ ਹੈ। ਉਹਨਾਂ ਬੱਚਿਆਂ ਨੇ ਕਿਸ ਤਰ੍ਹਾਂ ਉਸ ਮਾਂ-ਬਾਪ ਦਾ ਸਹਾਰਾ ਬਣਨਾ ਹੈ, ਉਹਨਾਂ ਬੱਚਿਆਂ ਦਾ ਕਿਸ ਤਰ੍ਹਾਂ ਉਸ ਮਾਂ-ਬਾਪ ਨਾਲ ਇਤਨਾ ਪਿਆਰ ਹੋ ਸਕਦਾ ਹੈ। ਅੱਗੇ ਪਿੰਡਾਂ ਵਿੱਚ ਮਾਮੂਲੀ ਕੋਈ ਹਕੀਮ ਵਗੈਰਾ ਜਰਾ ਵਗੈਰਾ ਹੁੰਦਾ ਸੀ, ਲੇਕਿਨ ਦਵਾਈ ਹਰ ਇੱਕ ਨੂੰ ਜ਼ਰੂਰ ਮਿਲ ਜਾਂਦੀ ਸੀ, ਇਲਾਜ ਥੋੜਾ ਬਹੁਤ ਹਰ ਇੱਕ ਦਾ ਹੋ ਜਾਂਦਾ ਸੀ। ਹੁਣ ਜ਼ਰੂਰ ਸਾਇੰਸ ਨੇ ਤਰੱਕੀ ਕੀਤੀ ਹੈ, ਮੈਡੀਸਨ ਨੇ ਤਰੱਕੀ ਕੀਤੀ ਹੈ, ਲੇਕਿਨ ਪਹਿਲਾਂ ਦੇਖੋ ਬਿਮਾਰੀਆਂ ਕਿਸ ਕਿਸਮ ਦੀਆਂ ਨਵੀਆਂ ਤੋਂ ਨਵੀਆਂ ਚੜੀਆਂ ਆ ਰਹੀਆਂ ਹਨ, ਕਿਉਂਕਿ ਇਤਨੇ ਕੈਮੀਕਲਸ ਫੂਡ ਪ੍ਰੋਡਕਸ਼ਨ ਦੇ ਵਾਸਤੇ ਸਾਨੂੰ ਇਸਤੇਮਾਲ ਕਰਨੇ ਪੈਂਦੇ ਹਨ, ਜਿਨ੍ਹਾਂ ਦਾ ਸਾਡੇ ਜਿਸਮ ਤੇ ਜ਼ਰੂਰ ਅਸਰ ਪੈਂਦਾ ਹੈ। ਔਰ ਉਹ ਡਾਕਟਰ ਮਿਲਦੇ ਕਿਹਨੂੰ ਹਨ, ਹਸਪਤਾਲਾਂ ਵਿੱਚ ਮੰਜੇ ਕਿਹਨੂੰ ਮਿਲਦੇ ਹਨ, ਮਿਲ ਵੀ ਜਾਣ ਖਰਚੇ ਕਿਤਨੇ ਕਿਤਨੇ ਜ਼ਿਆਦਾ ਹਸਪਤਾਲਾਂ ਦੇ ਹਨ, ਬਿਮਾਰ ਤਾਂ ਵਿਚਾਰੇ ਬਰਾਂਡਿਆਂ ਵਿੱਚ ਰੁਲਦੇ ਫਿਰਦੇ ਹਨ। ਔਰ ਅੱਧੀ ਦੁਨੀਆ ਤਾਂ ਬਾਹਰ ਰਾਤ ਨੂੰ ਭੁੱਖੀ ਸੌਂਦੀ ਹੈ। ਬੇਸ਼ੱਕ ਕਿਤਨੀ ਅਸੀਂ ਫੂਡ ਗ੍ਰੇਨ ਪੈਦਾ ਕਰ ਲਿਆ ਹੈ, ਇਤਨੀ ਕੀਮਤ ਜ਼ਿਆਦਾ ਹੈ, ਤੁਸੀਂ ਜਾਣਦੇ ਹੋ 12-12 13-13 ਰੁਪਏ ਅਗਰ ਕਿਲੋ ਕੋਈ ਖੰਡ ਖਰੀਦੇਗਾ, ਉਹ ਕਿਸ ਤਰ੍ਹਾਂ ਆਪਣੇ ਟੱਬਰ ਦਾ ਗੁਜ਼ਾਰਾ ਕਰ ਸਕਦਾ ਹੈ। ਇਹ ਨਹੀਂ ਕਿ ਫੂਡ ਗ੍ਰੇਨ ਦੀ ਕੋਈ ਦੁਨੀਆ ਅੰਦਰ ਕਮੀ ਹੈ, ਕੁਝ ਸਾਡੇ ਆਪਣੇ ਇਸਤੇਮਾਲ ਕਰਨ ਦੇ ਵਿੱਚ ਨੁਕਸ ਲੱਗ ਰਿਹਾ ਹੈ। ਇਸੇ ਤਰ੍ਹਾਂ ਮਹਾਤਮਾ ਪਿਆਰ ਨਾਲ ਸਮਝਾਉਂਦੇ ਹਨ, ਅਮੀਰ ਆਦਮੀ ਖਾ ਨਹੀਂ ਸਕਦਾ, ਉਹਨੂੰ ਹਜ਼ਮ ਨਹੀਂ ਹੁੰਦਾ, ਗਰੀਬ ਆਦਮੀ ਨੂੰ ਮਿਲਦਾ ਨਹੀਂ, ਕੀਮਤ ਇਤਨੀ ਜ਼ਿਆਦਾ ਹੈ, ਉਸ ਫੂਡ ਗ੍ਰੇਨ ਦਾ ਕਿਸੇ ਨੂੰ ਕੀ ਫਾਇਦਾ ਹੋਇਆ। ਅੱਗੇ ਕੋਈ ਝਗੜਾ ਵੀ ਪਿੰਡ ਵਿੱਚ ਹੋ ਜਾਂਦਾ ਸੀ, ਪਿੰਡ ਦੇ 4 ਬੰਦੇ ਭਲੇ ਮਾਨਸ ਇਕੱਠੇ ਕਰਕੇ ਸ਼ਾਮ ਤੱਕ ਉਹਦਾ ਫੈਸਲਾ ਕਰ ਦਿੰਦੇ ਸੀ। ਹੁਣ ਤੁਸੀਂ ਕੋਈ ਮੁਕੱਦਮਾ ਕਰਕੇ ਦੇਖ ਲਓ, ਜੇ 20-25 ਸਾਲ ਤੋਂ ਪਹਿਲਾਂ ਉਹਦਾ ਫੈਸਲਾ ਹੋ ਜਾਵੇ, ਕਿਤਨੇ ਵੀ ਜੱਜ ਲਾਇ ਕਿਉਂ ਨਾ ਹੋਣ, ਕਿਤਨੇ ਵੀ ਵਕੀਲ ਲਾਇ ਕਿਉਂ ਨਾ ਹੋਣ, ਲੇਕਿਨ ਫੈਸਲਾ ਤਾਂ ਕਦੇ ਕਿਸੇ ਨੂੰ ਇਤਨੀ ਜਲਦੀ ਨਹੀਂ ਮਿਲਿਆ। ਇਸੇ ਤਰ੍ਹਾਂ ਮੈਡੀਸਨ ਦਵਾਈਆਂ ਬੜੀਆਂ ਆ ਗਈਆਂ ਹਨ, ਡਾਕਟਰ ਬੜੇ ਇੰਟੈਲੀਜੈਂਟ ਆ ਗਏ ਹਨ, ਲੇਕਿਨ ਇਲਾਜ ਕਿੰਨਿਆਂ ਕੁ ਆਦਮੀਆਂ ਦੇ ਹੁੰਦੇ ਹਨ। ਕੋਠੀਆਂ ਬੜੀਆਂ ਪਾ ਲਈਆਂ ਹਨ, ਲੇਕਿਨ ਫਿਰ ਵੀ ਸੜਕਾਂ ਤੇ ਕਿਤਨੇ ਕੁ ਆਦਮੀ ਰਾਤ ਨੂੰ ਸੜਕਾਂ ਉੱਤੇ ਸੌਂਦੇ ਹਨ। ਇਹ ਕੋਈ ਸਾਡਾ ਜਾਂ ਤਾਂ ਡਿਵੈਲਪਮੈਂਟ ਦੇ ਵਿੱਚ ਕੋਈ ਨੁਕਸ ਹੈ, ਜਾਂ ਸਾਨੂੰ ਡਿਵੈਲਪਮੈਂਟ ਨੂੰ ਇਸਤੇਮਾਲ ਕਰਨਾ ਨਹੀਂ ਆਉਂਦਾ। ਔਰ ਤੁਸੀਂ ਸ਼ਾਦੀਆਂ ਵੀ ਆਪਣੀ ਮਨ ਮਰਜ਼ੀ ਨਾਲ ਕਰਦੇ ਹਾਂ, ਲੇਕਿਨ ਫਿਰ ਵੀ 3 ਸਾਲ ਕਚਹਿਰੀ ਵਿੱਚ ਤਲਾਕ ਵਾਸਤੇ ਖੜੇ ਹੁੰਦੇ ਹਾਂ। ਪਹਿਲਾਂ ਮਾਂ-ਬਾਪ ਸ਼ਾਦੀ ਕਰ ਦਿੰਦੇ ਸੀ, ਹਰ ਇੱਕ ਸ਼ਾਦੀ ਅੰਦਰ 1-2 ਅੰਧੇਰੀਆਂ ਜ਼ਰੂਰ ਆਉਂਦੀਆਂ ਹਨ, ਲੇਕਿਨ ਮਾਤਾ ਪਿਤਾ ਦੋਨਾਂ ਘਰਾਂ ਦੇ ਇਕੱਠੇ ਹੋ ਕੇ ਫੈਸਲੇ ਕਰਾ ਦਿੰਦੇ ਸੀ, ਉਹ ਹਨੇਰੀ ਖਤਮ ਹੋ ਜਾਂਦੀ ਸੀ। ਹੁਣ ਤਾਂ ਮਾਤਾ ਪਿਤਾ ਨੂੰ ਪਤਾ ਹੀ ਨਹੀਂ ਲੱਗਦਾ ਬੱਚੇ ਤਲਾਕ ਕਦੋਂ ਲੈ ਆਉਂਦੇ ਹਨ, ਸ਼ਾਦੀ ਦੂਸਰੀ ਕਦੋਂ ਕਰੇ ਆਉਂਦੇ ਹਨ। ਸੋ ਇਹ ਡਿਵੈਲਪਮੈਂਟ ਤੋਂ ਫਾਇਦਾ ਕਿਸਨੇ ਉਠਾਇਆ? ਕਿਸੇ ਨੂੰ ਪੁੱਛ ਕੇ ਦੇਖ ਲਓ, ਕਿਸੇ ਨੂੰ ਫੁਰਸਤ ਨਹੀਂ, ਮਜ਼ਦੂਰ ਨੂੰ ਫੁਰਸਤ ਨਹੀਂ, ਇੰਜੀਨੀਅਰ ਨੂੰ ਫੁਰਸਤ ਨਹੀਂ, ਡਾਕਟਰ ਨੂੰ ਫੁਰਸਤ ਨਹੀਂ, ਇੰਡਸਟਰੀਅਲਿਸਟ ਨੂੰ ਫੁਰਸਤ ਨਹੀਂ, ਕਿਹਨੂੰ ਫੁਰਸਤ ਹੈ? ਕਿਸੇ ਨੂੰ ਵੀ ਫੁਰਸਤ ਨਹੀਂ। ਸਾਨੂੰ ਇਸ ਡਿਵੈਲਪਮੈਂਟ ਦਾ ਕੀ ਫਾਇਦਾ ਹੋਇਆ? ਸਾਨੂੰ ਆਪਣੇ ਵਾਸਤੇ ਘੰਟਾ ਤੱਕ ਨਹੀਂ ਮਿਲਦਾ, ਰਿਲੈਕਸ ਹੋਣ ਦਾ ਅੱਧਾ ਘੰਟਾ ਨਹੀਂ ਮਿਲਦਾ। ਕਿਸੇ ਦੇ ਮਨ ਤੇ ਸਭ ਦੇ ਮੂੰਹ ਤੇ ਟੈਨਸ਼ਨ ਚੜੀ ਹੋਈ ਹੈ, ਕੋਈ ਰਿਲੈਕਸ ਨਜ਼ਰ ਨਹੀਂ ਆਉਂਦਾ, 4 ਜਣੇ ਬਹਿ ਕੇ ਹੱਸ ਖੇਲ ਨਹੀਂ ਸਕਦੇ। ਐਸੀ ਡਿਵੈਲਪਮੈਂਟ ਤੋਂ ਅਸੀਂ ਫਾਇਦਾ ਕੀ ਉਠਾ ਰਹੇ ਹਾਂ? ਇਹ ਡਿਵੈਲਪਮੈਂਟ ਦਾ ਕਸੂਰ ਨਹੀਂ ਹੈ, ਅਸੀਂ ਇਹਨਾਂ ਚੀਜ਼ਾਂ ਦੇ ਕੈਦੀ ਬਣ ਗਏ ਹਾਂ। ਇਹ ਚੀਜ਼ਾਂ ਸਾਡੇ ਫਾਇਦੇ ਵਾਸਤੇ ਬਣੀਆਂ ਸੀ, ਨਾ ਕਿ ਅਸੀਂ ਇਹਨਾਂ ਵਾਸਤੇ ਬਣੀਆਂ ਸੀ। ਅਸੀਂ ਤਾਂ ਇਹਨਾਂ ਮਸ਼ੀਨਾਂ ਦੇ ਪੁਰਜ਼ੇ ਬਣ ਗਏ ਹਾਂ, ਮਸ਼ੀਨਾਂ ਦੇ ਮਾਲਕ ਨਹੀਂ ਬਣ ਸਕੇ। ਸਾਨੂੰ ਇਸ ਡਿਵੈਲਪਮੈਂਟ ਦੇ ਮਾਲਕ ਬਣਨਾ ਚਾਹੀਦਾ ਹੈ। ਹਰ ਇੱਕ ਨੂੰ ਖਾਣਾ ਮਿਲਣਾ ਚਾਹੀਦਾ ਹੈ, ਕੱਪੜਾ ਮਿਲਣਾ ਚਾਹੀਦਾ ਹੈ, ਰਹਿਣ ਨੂੰ ਜਗ੍ਹਾ ਮਿਲਣੀ ਚਾਹੀਦੀ ਹੈ, ਮਾਈਂਡ ਰਿਲੈਕਸ ਹੋਣਾ ਚਾਹੀਦਾ ਹੈ, ਔਰ ਟੈਨਸ਼ਨ ਕਿਸੇ ਦੇ ਮਨ ਵਿੱਚ ਨਹੀਂ ਹੋਣੀ। ਮਾਤਾ ਪਿਤਾ ਦੀ ਇੱਜ਼ਤ ਹੋਣੀ ਚਾਹੀਦੀ ਹੈ, ਬੱਚਿਆਂ ਨਾਲ ਪਿਆਰ ਹੋਣਾ ਚਾਹੀਦਾ ਹੈ। ਇਹੋ ਤਾਂ ਜ਼ਿੰਦਗੀ ਵਿੱਚ ਹਰ ਇੱਕ ਇਨਸਾਨ ਮੰਗਦਾ ਹੈ। ਜੇ ਵੈਲਿਊਜ਼ ਆਫ ਲਾਈਫ ਹੀ ਨਹੀਂ ਰਹੀਆਂ ਤੇ ਇਸ ਡਿਵੈਲਪਮੈਂਟ ਦਾ ਸਾਨੂੰ ਕੀ ਫਾਇਦਾ ਹੋ ਸਕੇਗਾ? ਇਸ ਵਾਸਤੇ ਜੋ ਉਦੋਂ ਮਹਾਤਮਾ ਨੇ ਕਿਹਾ ਸੀ, ਹੁਣ ਵੀ ਉਦੋਂ ਵੀ ਠੀਕ ਸੀ, ਹੁਣ ਵੀ ਠੀਕ ਹੈ ਕਿ ਇਹਨਾਂ ਚੀਜ਼ਾਂ ਚੋਂ ਨਾ ਕਦੇ ਉਦੋਂ ਕਿਸੇ ਨੂੰ ਸੁੱਖ ਮਿਲਿਆ ਸੀ, ਨਾ ਹੁਣ ਕਦੇ ਕਿਸੇ ਨੂੰ ਸੁੱਖ ਮਿਲ ਸਕਦਾ ਹੈ, ਕਿਉਂਕਿ ਮਾਲਿਕ ਨੇ ਦੁਨੀਆ ਹੀ ਦੁੱਖਾਂ ਔਰ ਸੁੱਖਾਂ ਦੀ ਬਣਾਈ ਹੋਈ ਹੈ।
ਇਸੇ ਵਾਸਤੇ ਸਵਾਮੀ ਜੀ ਨੇ ਕਿਹਾ ਸੀ ਤਜੋ ਮਨ ਜੇ ਦੁੱਖ ਸੁੱਖ ਕਾ ਧਾਮ। ਇਹ ਜਿਹੜੀ ਦੁਨੀਆ ਹੈ ਭਰਾਵਾ, ਇਹ ਦੁੱਖਾਂ ਔਰ ਸੁੱਖਾਂ ਦੀ ਬਣੀ ਹੋਈ ਹੈ। ਤੈਨੂੰ ਇਸ ਦੁਨੀਆ ਚੋਂ ਕਦੇ ਸੁੱਖ ਨਹੀਂ ਮਿਲ ਸਕਦਾ, ਕਿਉਂਕਿ ਪੁੰਨਾਂ ਔਰ ਪਾਪਾਂ ਦੀ ਨਗਰੀ ਹੈ। ਪੁੰਨਾਂ ਦਾ ਵੀ ਹਿਸਾਬ ਦੇਣ ਵਾਸਤੇ ਆਉਣਾ ਪਵੇਗਾ, ਪਾਪਾਂ ਦਾ ਵੀ ਹਿਸਾਬ ਦੇਣ ਵਾਸਤੇ ਆਉਣਾ ਪਵੇਗਾ। ਪੁੰਨਾਂ ਕਰਕੇ ਤੂੰ ਸੁਖੀ ਹੋ ਜਾਵੇਂਗਾ, ਪਾਪਾਂ ਕਰਕੇ ਤੂੰ ਦੁਖੀ ਹੋ ਜਾਵੇਂਗਾ। ਅਗਰ ਸੁਖ ਹੈ ਤਾਂ ਮਾਲਿਕ ਦੇ ਭਗਤੀ ਵਿੱਚ ਹੈ, ਮਾਲਿਕ ਦੇ ਪਿਆਰ ਵਿੱਚ ਹੈ। ਇਸੇ ਵਾਸਤੇ ਕਹਿੰਦੇ ਚੜ ਕਰ लगो अब सतनाम। अगर सुख हासिल करना है मालिक दी भगती करो, मालिक नाल वसाल करो, क्योंकि आत्मा परमात्मा नू मिल के ही सुख और शांति हासिल कर सकती है। मालिक तो असी दूर होंदे जा रहे हैं, रचना दे असी नजदीक होंदे जा रहे हैं। जितना रचना अंदर मन फैलाई जावांगे दुखी हो जावांगे, जितना रचना चो मन कढ़दे जावांगे उतना सुखी हो जावांगे। इस वास्ते स्वामी जी कहते असी इत्थे भटकदे फिरदे हां, असी इत्थे तड़फदे फिरदे हां, कदे किसी चीज चो सुख ढूंढते हाँ, कदे किसी चीज चो सुख ढूंढते हाँ। जितना सुख ढूंढते हाँ उतना ज्यादा दुखी होंदे चले जा रहे हैं। तुसी सोच के देखो, जिन्हां नूं दुनिया अंदर परमात्मा ने सब कुछ बख्शिया होया है, जिंदगी दा साथी भी अच्छा दिता है, खान पीन नूं भी बहुत है, मकान भी बहुत अच्छा दिता है, रुपया पैसा भी है, इज्जत भी है, मालिक ने किसी चीज की कमी नहीं रखी। अकेले बैठ के देखो मन विच खुशी नहीं आउंदी, शांति नहीं आउंदी। सब कुछ होने के बावजूद लोनलीनेस की साडे मन विच फीलिंग कित्थों आ गई? कमी तो किसी गल दी है नहीं, फिर सानू खुशी क्यों नहीं आउंदी, शांति क्यों नहीं आउंदी? ये आत्मा की कशिश है अपने असल की तरफ। जितना चिर उस तरफ नहीं जान देंगे असी सुख नहीं ढूंढ सकते, असी शांति नहीं ढूंढ सकते। गुरु नानक साहब ने कहा सी पिर सच्चे ते सदा सुहागण। आत्मा स्त्री है, परमात्मा पति है। स्त्री ता पति दे चरणों विच पहुंच के ही सुख हासिल कर सकती है, पति तो दूर रह के कदे सुख नहीं हासिल कर सकती। गुरु साहब कहते जिन्नी जाता कर अपने से सुखिए पाई। ਜਿਹੜੇ वापस अपने घर परमात्मा को पहुंच जाते हैं वो हमेशा वास्ते सुख और शांति हासिल कर लेंदे हैं। इस वास्ते क्योंकि असी परमात्मा नूं भुल गए हाँ, रचना के मोह विच फस गए हाँ, रचना के प्यार विच फस गए हाँ। असी इट्टां पत्थरां दे भगतियां विच लग गए हाँ, कागजां पानियां दीयां भगतियां विच लग गए हाँ। मालिक दी भगती कोई नहीं करता। इस वास्ते आपो अपनी जगह सब दुनिया के जी दुखों और मुसीबतों विच भरे पीते बैठे हाँ। सुख किथे जाके मिलेगा, शांति किथे जाके मिलेगी? स्वामी जी अगे इशारा करते हैं। अटक तू क्यों रहा जग में, भटक में क्या मिले भाई, खटक तू धारे अब मन में, खोज सत संग में जाई। जदों असी बहुत दुखी हो जाते हाँ दुनिया के शक्लों और पदार्थों तो, दुनिया के धंधियां तो, दुनिया के मुकदमियां तो, धन दौलत दीयां प्रॉब्लमां तो, बाल बच्चियां तो, फिर साडा ख्याल सुख और शांति ढूंढण की खातर किहड़ी तरफ जाता है? कोई मंदिरां की तरफ दौड़ता है, कोई गुरुद्वारियां की तरफ दौड़ता है, कोई मस्जिदां की तरफ दौड़ता है, कोई चर्च और सिनागॉग की तरफ दौड़ता है। लेकिन वो जिहड़ी प्रीस्टली क्लास है वो सानू होर ज्यादा दुखी कर दिंदी है, बाहर मुखी कर दिंदी है, साडे मन नू बाहर ही बाहर भटकाउणा शुरू कर दिंदी है। जिस चीज नू हासिल करके असी सुख हासिल करना है उस तरफ साडा कोई भी ध्यान नहीं जाता। सुख तां मालिक दे भगती विच है, मालिक दे वसाल विच है। और वो परमात्मा किथे है? वो तां साडे शरीर अंदर बैठा होया है, वो तां साडी देह और वजूद अंदर बैठा होया है। जिसनू मिलना सानू अंदरों मिलना है, और जिसनू भी अज तक मिलिया है अपने अंदरों मिलिया है। किसी महात्मा की बाणी पढ़ के देखो, गुरु नानक साहब कहते
काया अंदर जग जीवन दस जीवन वसे सबना कले प्रतिपाला। वो परमेश्वर जिसने सारे जग नूं जीवन दिता है, जिहड़ा सारियां दा दाता सारियां दा बादशाह है, जो सब दी संभाल और परवरिश करता है, वो थोड़े शरीर दे अंदर बैठा होया है, वो थोड़ी देह और थोड़े वजूद दे अंदर बैठा होया है। कबीर साहब कहते ज्यों तिल में तेल है चकमक में आग, तेरा प्रीतम तुझ में जाग सके तो जाग। जिस तरह तिला अंदर तेल हुंदा है, पत्थर अंदर अग्नि हुंदी है, इसी तरह परमात्मा तेरे शरीर अंदर है, परमात्मा तेरी देह और वजूद अंदर है। पलटू साहब कहते साहब साहब क्या करे, साहब तेरे पास किहड़े परमात्मा नूं जंगलां पहाड़ां चों टा पत्थरां चों सरोवरां चों ढूंढण लगा होया है। वो तो 24 घंटे तेरे नाल नाल तुरिया फिरदा है कि तेरे शरीर अंदर बैठा होया है, तेरी देह और वजूद अंदर बैठा होया है। बाइबल दे अंदर आउंदा है रिपेंट किंगडम ऑफ गॉड इज विद इन यू। जो कुछ तुसी पिछले जन्मां अंदर कर्म कर बैठे हो, उन्हां दा पश्चाताप करो, हिसाब किताब खत्म करो। मालिक किते बाहर नहीं है, वो थोड़े शरीर दे अंदर बैठा होया है, वो थोड़ी देह और थोड़े वजूद दे अंदर बैठा है। अगर कोई चीज किसी दे घर दे अंदर गुम हो जावे, जे वो घर दे अंदर वड़ के खोज करेगा, फिर तो उस वस्तु नूं शायद ढूंढ लवे। जे वो बाजारां ते सड़कां ते जाके खोज करना शुरू कर देवे, उस वस्तु नूं ढूंढ किस तरह सकता है। गुरु साहब ने कहा सी गुरमुख होए सो काया खोजे होर सब परम भलाई। ਜਿਹੜੇ मालिक दे आशिक हन, भगत हन, प्यारे हन, हमेशा देह और शरीर दे अंदर वड़ के परमात्मा दी खोज करते हैं। बाकी सब दुनिया दे जी वहमा भरमा विच फस के बाहर मुखी होए बैठे हैं। कोई किसी तरफ दौड़िया जा रहा है, कोई किसी तरफ दौड़िया जा रहा है, लेकिन इस चीज दी सोझी कित्थे जाके आउंदी है, समझ कित्थे जाके आउंदी है कि जो कुछ मिलना है शरीर अंदरों मिलना है। अगर कोई लेबोरेटरी है जिस दे अंदर जाके मालिक दी मिलन दी रिसर्च करनी है, वो केवल साडा शरीर है। और किस तरह अंदर बढ़ के रिसर्च और खोज करनी है, स्वामी जी कहते खोज सत्संग में जाई। संतां महात्मा दे सत्संग में जाओ, उन्हां दी संगत करो, उन्हां दी सोबत करो। वो थोड़े मन नूं बाहर मुखी साधना चों कढणगे, कर्म कांड चों कढणगे। वो ये नहीं कहण लगे कि मंजियां दे पावे कुटी जाओ, मकानां दे चक्कर मारी जाओ, महात्मा दियां समाधां नूं मत्थे टेकी जाओ, महात्मा दियां खड़ावां नूं मत्थे टेकण नाल मुक्ति हो जाएगी। वो थानू समझाउणगे कि शरीर दे अंदर वड़ के किस तरह मालिक दी खोज करनी है, किस तरह मालिक दी भगती करनी है। सब गुरमुखां दे सत्संग विच जाके ही साडा मन वहमां भरमां संकल्पां बाहर मुखी साधना चों निकलदा है और असीं सिद्धे होके मालिक दी भगती विच लगदे हां। क्योंकि साडा कल भी गुरु साहब की बाणी विच आया सी, साडा मन संगत और सोबत दा बहुत जल्दी असर लैंदा है। तुसी चोरां दी संगत करो, चोरी करन दी आदत पैदा हो जाएगी। शराबियां दी संगत करो, शराब पीण दी आदत पैदा हो जाएगी। भगतां और प्यारियां दी संगत और सोबत करदे हैं, उन्हां नूं देख के खुद ब खुद भगती करन दा शौक और प्यार पैदा हो जाता है। इस वास्ते महात्मा इतना सत्संग ते जोर दिंदे हन। वैसे तो वो 3-4 गल्लां हन, किसे महात्मा दे सत्संग में चले जाओ, लेकिन मन नूं ठोकर लगदी रहे, मन नूं कोई समझाउंदा रहे, दुनिया दी असलियत दसदा रहे, इन्हां वहमां संकल्पां भरमां बाहर मुखी साधना चों सानू कढदा रहे, अंदर साडा ख्याल लगाउंदा रहे, तां जाके थोड़ा बहुत मन साडा अंदर की तरफ मुड़दा है। नहीं तो यकदम बाहर की तरफ ढूंढन, बाहर की तरफ फैलने की कोशिश करता है। इस वास्ते स्वामी जी कहते गुरमुखां दे सत्संग में जाना चाहिए है। महात्मा सत्संग उसनों नहीं कहते जिथे एक कौम दूसरे कौम नूं गालियां कढ़दी है, जिथे एक मजहब दूसरे मजहब की निंदा चुगली करता है। महात्मा दे सत्संग विच कदे किसी की निंदा, कदे किसी की चुगली नहीं हुंदी। ये तो बड़ी होछी गल है। अगर कोई साडे अकल के मुताबिक मालिक की भगती नहीं करता, असीं उहनूं डंडे और तलवारां लैके डराउणा शुरू कर दईए। असीं उहनूं प्यार नाल समझाउणा है, देख भाई इस रस्ते से चल के सानू तां फायदा प्राप्त होया है, तेरी अकल विच आउंदा है, तू भी इस रास्ते ते चल के फायदा प्राप्त कर सकता है।
ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਸਤਸੰਗ ਤਾਕੋ ਜਾਣੀਏ ਜਿੱਥੇ ਇੱਕੋ ਨਾਮ ਬਖਾਣੀਏ। ਸਤਸੰਗ ਸਿਰਫ ਉਹ ਜਗ੍ਹਾ ਹੈ ਜਿੱਥੇ ਇੱਕੋ ਸ਼ਬਦ ਔਰ ਨਾਮ ਦਾ ਪ੍ਰਚਾਰ ਕੀਤਾ ਜਾਂਦਾ ਹੈ, ਜਿੱਥੇ ਕੇਵਲ ਮਾਲਿਕ ਦੇ ਮਿਲਣ ਦਾ ਸ਼ੌਕ ਔਰ ਪਿਆਰ ਪੈਦਾ ਕੀਤਾ ਜਾਂਦਾ ਹੈ, ਤਰੀਕਾ ਔਰ ਸਾਧਨ ਸਮਝਾਇਆ ਜਾਂਦਾ ਹੈ। ਇਸ ਵਾਸਤੇ ਮਹਾਤਮਾ ਦੇ ਸਤਸੰਗ ਵਿੱਚ ਨਿੰਦਿਆ ਹੋਣ ਦਾ ਕਦੇ ਸਵਾਲ ਹੀ ਪੈਦਾ ਨਹੀਂ ਹੁੰਦਾ, ਲੇਕਿਨ ਉਹਨਾਂ ਨੇ ਸਾਨੂੰ ਵਹਿਮਾਂ ਭਰਮਾਂ ਸੰਕਲਪਾਂ ਬਾਹਰਮੁਖੀ ਸਾਧਨਾ ਚੋਂ ਜ਼ਰੂਰ ਕੱਢਣਾ ਹੈ ਔਰ ਸਰੀਰ ਔਰ ਦੇਹ ਦੇ ਅੰਦਰ ਵੜਨ ਦਾ ਸਾਨੂੰ ਜ਼ਰੂਰ ਉਪਦੇਸ਼ ਕਰਨਾ ਹੈ। ਇਸ ਵਾਸਤੇ ਸਵਾਮੀ ਜੀ ਕਹਿੰਦੇ ਅਗਰ ਤੂੰ ਸੁੱਖ ਹਾਸਲ ਕਰਨਾ ਚਾਹੁੰਦਾ ਹੈ, ਮਾਲਕ ਦੇ ਭਗਤੀ ਮਾਲਕ ਦੇ ਵਸਾਲ ਵਿੱਚ ਹੈ ਔਰ ਉਹ ਪਰਮਾਤਮਾ ਬਾਹਰ ਨਹੀਂ ਤੇਰੇ ਸਰੀਰ ਦੇ ਅੰਦਰ ਹੈ। ਤੈਨੂੰ ਅੰਦਰ ਵੜਨ ਦਾ ਰਸਤਾ ਕਿੱਥੇ ਜਾ ਕੇ ਪਤਾ ਲੱਗੇਗਾ? ਗੁਰਮੁਖਾਂ ਦੇ ਸਤਸੰਗ ਵਿੱਚ ਪਤਾ ਲੱਗੇਗਾ, ਉਹਨਾਂ ਦੀ ਸੰਗਤ ਔਰ ਸੋਬਤ ਵਿੱਚ ਜਾ ਕੇ ਪਤਾ ਲੱਗੇਗਾ। खटक तू धार अब मन में, खोज सत संग में जाई, बिरह की आग जब भड़के, दूर कर जगत की काई। स्वामी जी बड़ा सिस्टमैटिकली उपदेश कर रहे हैं। ਜਦੋਂ ਗੁਰਮੁਖਾਂ ਦੇ ਸਤਸੰਗ ਵਿੱਚ ਜਾ ਕੇ ਸਾਨੂੰ ਅਸਲੀਅਤ ਪਤਾ ਲੱਗ ਜਾਂਦੀ ਹੈ ਕਿ ਬਾਹਰਮੁਖੀ ਸਾਧਨਾ ਚੋਂ ਸਾਨੂੰ ਕੁਝ ਨਹੀਂ ਮਿਲਣਾ। ਮਾਲਕ ਸਾਡੇ ਸਰੀਰ ਦੇ ਅੰਦਰ ਬੈਠਾ ਹੋਇਆ ਹੈ, ਸਾਨੂੰ ਸਰੀਰ ਦੇ ਅੰਦਰ ਵੜ ਕੇ ਢੂੰਡਣਾ ਪਵੇਗਾ ਔਰ ਸਾਡੇ ਅੰਦਰ ਗੁਰਮੁਖਾਂ ਦੀ ਸੋਭਤ ਵਿੱਚ ਜਾ ਕੇ ਮਾਲਕ ਦੇ ਮਿਲਣ ਦਾ ਸੱਚਾ ਇਸ਼ਕ ਪੈਦਾ ਹੋ ਜਾਂਦਾ ਹੈ, ਸੱਚਾ ਪ੍ਰੇਮ ਔਰ ਸੱਚਾ ਪਿਆਰ ਪੈਦਾ ਹੋ ਜਾਂਦਾ ਹੈ। ਫਿਰ ਸਾਡੇ ਰਸਤੇ ਵਿੱਚ ਬੜੀ ਜ਼ਬਰਦਸਤ ਰੁਕਾਵਟ ਪੇਸ਼ ਆਉਂਦੀ ਹੈ। ਉਹ ਕਿਸ ਚੀਜ਼ ਦੀ ਰੁਕਾਵਟ ਹੈ? ਉਹ ਦੁਨੀਆ ਦੇ ਲੋਕ ਲਾਜ ਦੀ ਰੁਕਾਵਟ ਹੈ। ਮਾਤਾ ਪਿਤਾ ਕੀ ਕਹਿਣਗੇ, ਕੌਮ ਮਜ਼ੋ ਵਾਲੇ ਕੀ ਕਹਿਣਗੇ, ਬਰਾਦਰੀ ਵਾਲੇ ਕੀ ਕਹਿਣਗੇ, ਮਹਾਤਮਾ ਕਿਹੜੀ ਕੌਮ ਦੀ ਹੈ, ਕੌਮ ਦਾ ਹੈ, ਮਹਾਤਮਾ ਕਿਹੜੀ ਜਾਤ ਦਾ ਹੈ ਔਰ ਮੈਂ ਕਿੱਡਾ ਵੱਡਾ ਅਫਸਰ ਹੈ, ਕਿੰਨਾ ਧਨਾੜ, ਮੈਂ ਸੇਠ ਸ਼ਾਹੂਕਾਰ ਹਾਂ, ਮੈਂ ਸਾਧੂਆਂ ਮਗਰ ਤੁਰਿਆ ਫਿਰਾਂ, ਮੈਨੂੰ ਪਬਲਿਕ ਕੀ ਕਵੇਗੀ। ਸੋ ਸਵਾਮੀ ਜੀ ਫਰਮਾਉਂਦੇ ਹਨ ਅਗਰ ਤੇਰੇ ਮਨ ਵਿੱਚ ਮਾਲਿਕ ਦੇ ਮਿਲਣ ਦਾ ਸੱਚਾ ਇਸ਼ਕ ਹੈ, ਸੱਚਾ ਪ੍ਰੇਮ ਹੈ, ਸੱਚੀ ਬਿਰਹ ਔਰ ਤੜਫ ਹੈ, ਤੈਨੂੰ ਦੁਨੀਆ ਦੇ ਤਾਨੇ ਮਿਹਣਿਆਂ ਦੀਆਂ ਗਾਲੀਆਂ ਦੀ ਲੋਕ ਲਾਜ ਦੀ ਵੀ ਪਰਵਾਹ ਨਹੀਂ ਕਰਨੀ ਚਾਹੀਦੀ। ਮਾਲਿਕ ਦੀ ਭਗਤੀ ਸਿੱਧੇ ਹੋ ਕੇ ਕਰਨੀ ਚਾਹੀਦੀ ਹੈ, ਡਰ ਕੇ ਨਹੀਂ ਕਰਨੀ ਚਾਹੀਦੀ। ਅਗਰ ਅਸੀਂ ਲੋਕ ਲਾਜ ਦੇ ਅਧੀਨ ਹੋ ਕੇ ਡਰਦੇ ਹਾਂ, ਅਸੀਂ ਦੁਨੀਆ ਨੂੰ ਤਾਂ ਬਹੁਤ ਵੱਡਾ ਔਰ ਉੱਚਾ ਸਮਝੀ ਬੈਠੇ ਹਾਂ, ਮਾਲਿਕ ਨੂੰ ਬਹੁਤ ਛੋਟਾ ਸਮਝੀ ਬੈਠੇ ਹਾਂ। ਜਦੋਂ ਸੱਚਾ ਇਸ਼ਕ ਪੈਦਾ ਹੋ ਜਾਂਦਾ ਹੈ, ਸੱਚਾ ਪਿਆਰ ਪੈਦਾ ਹੋ ਜਾਂਦਾ ਹੈ, ਸਾਨੂੰ ਸਭ ਤੋਂ ਉੱਚਾ ਉਹ ਮਾਲਕ ਹੀ ਮਾਲਕ ਨਜ਼ਰ ਆਉਂਦਾ ਹੈ ਕਿ ਦੁਨੀਆ ਸਾਨੂੰ ਸਭ ਤੋਂ ਨੀਚੀ ਨਜ਼ਰ ਆਉਂਦੀ ਹੈ। ਇਸ ਵਾਸਤੇ ਆਪ ਪਿਆਰ ਦੇ ਨਾਲ ਸਮਝਾਉਂਦੇ ਹਨ ਕਿ ਗੁਰਮੁਖਾਂ ਦੇ ਸੰਗਤ ਔਰ ਸੋਬਤ ਵਿੱਚ ਜਾ ਕੇ ਲੋਕ ਲਾਜ ਛੱਡ ਦੇਣੀ ਚਾਹੀਦੀ ਹੈ। ਮੈਂ ਅੱਗੇ ਵੀ ਕਈ ਦਫਾ ਸ੍ਰੀ ਹਜ਼ੂਰ ਰਾਏ ਸਾਹਿਬ ਸਾਰਗ ਰਾਮ ਜੀ ਮਹਾਰਾਜ ਦੀ ਮਿਸਾਲ ਦਿੱਤੀ ਸੀ। ਉਹ ਸਵਾਮੀ ਜੀ ਮਹਾਰਾਜ ਦੇ ਬਹੁਤ ਹੀ ਪਿਆਰੇ ਸੇਵਕ ਸੀ। ਆਪ ਦਾ ਸਵਾਮੀ ਜੀ ਦੇ ਨਾਲ ਬਹੁਤ ਜ਼ਿਆਦਾ ਪਿਆਰ ਸੀ ਔਰ ਉਹਨਾਂ ਦਿਨਾਂ ਦੇ ਅੰਦਰ ਜਦੋਂ ਸਵਾਮੀ ਜੀ ਮਹਾਰਾਜ ਸੀ, ਆਪ ਯੂਪੀ ਦੇ ਪੋਸਟ ਮਾਸਟਰ ਜਨਰਲ ਹੋਇਆ ਕਰਦੇ ਸਨ, ਲੇਕਿਨ ਆਪ ਉਹਨਾਂ ਦੇ ਇਸ਼ਨਾਨ ਕਰਨ ਵਾਸਤੇ 2-2.5 ਕਿਲੋਮੀਟਰ ਤੋਂ ਜਮਨਾ ਤੋਂ ਗਾਗਰ ਪਾਣੀ ਦੀ ਭਰ ਕੇ ਉਹ ਆਪ ਦੇ ਘਰ ਵਿੱਚ ਲਿਆਇਆ ਕਰਦੇ ਸਨ ਔਰ ਜਿਸ ਬਾਜ਼ਾਰ ਚੋਂ ਗੁਜ਼ਰ ਕੇ ਆਇਆ ਕਰਦੇ ਸਨ ਉਹ ਬਾਜ਼ਾਰ ਵੀ ਉਹਨਾਂ ਦੇ ਬਰਾਦਰੀ ਦਾ ਸੀ। ਬਰਾਦਰੀ ਨੇ ਤਾਨੇ ਮਿਹਣੇ ਦੇਣੇ ਸ਼ੁਰੂ ਕਰ ਦਿੱਤੇ, ਦੇਖੋ ਐਡਾ ਵੱਡਾ ਅਫਸਰ ਹੋ ਕੇ ਇਹਦੀ ਮਤ ਨੂੰ ਕੀ ਹੋ ਗਿਆ। ਜਦੋਂ ਰਾਏ ਸਾਹਿਬ ਨੂੰ ਪਤਾ ਲੱਗਦਾ ਹੈ, ਉਹਨਾਂ ਨੇ ਪੈਰਾਂ ਅੰਦਰ ਝਾਂਜਰਾਂ ਪਾ ਲਈਆਂ, ਘੁੰਗਰੂ ਪਾ ਲਿਆ ਕਿ ਜਿਹਨੂੰ ਨਹੀਂ ਪਤਾ ਲੱਗਾ ਉਹਨੂੰ ਵੀ ਪਤਾ ਲੱਗ ਜਾਵੇ। ਸੋ ਇਸ ਵਾਸਤੇ ਜਿਨ੍ਹਾਂ ਦੇ ਅੰਦਰ ਇਸ਼ਕ ਔਰ ਪਿਆਰ ਪੈਦਾ ਹੋ ਜਾਂਦਾ ਹੈ ਉਹ ਕੀ ਕਿਸੇ ਦੀ ਪਰਵਾਹ ਕਰਦੇ ਹਨ। ਤੁਸੀਂ ਤੀਸਰੀ ਪਾਤਸ਼ਾਹੀ ਦੇਖ ਲਓ, ਸ੍ਰੀ ਗੁਰੂ ਅਮਰਦਾਸ ਜੀ ਨੂੰ ਕੀ ਲੋਕਾਂ ਨੇ ਤਾਨੇ ਨਹੀਂ ਮਾਰੇ, ਅਮਰੂ ਨਥਾਣਾ ਹੈ, ਇਹਦਾ ਕੋਈ ਟਿਕਾਣਾ ਹੀ ਨਹੀਂ ਹੈ, ਦਾਲ ਰੋਟੀ ਖਾਣ ਵਾਸਤੇ ਗੁਰੂ ਕੇ ਲੰਗਰ ਵਿੱਚ ਬੈਠਾ ਹੋਇਆ ਹੈ। ਸੋ ਜਿਹੜੇ ਜਿਨ੍ਹਾਂ ਦੇ ਅੰਦਰ ਸੱਚਾ ਇਸ਼ਕ ਔਰ ਸੱਚਾ ਪਿਆਰ ਪੈਦਾ ਹੋ ਜਾਂਦਾ ਹੈ ਉਹ ਦੁਨੀਆ ਦੀ ਲੋਕ ਲਾਜ ਦੀ ਤਾਨਿਆਂ ਮਿਹਣਿਆਂ ਦੀ ਪਰਵਾਹ ਨਹੀਂ ਕਰਦੇ। ਇਸ ਵਾਸਤੇ ਸਵਾਮੀ ਜੀ ਕਹਿੰਦੇ ਅਗਰ ਤੂੰ ਸੱਚੇ ਦਿਲੋਂ ਮਾਲਕ ਦੀ ਭਗਤੀ ਕਰਨੀ ਚਾਹੁੰਦਾ ਹੈ ਤਾਂ ਤੈਨੂੰ ਦੁਨੀਆ ਦੇ ਤਾਨਿਆਂ ਮਿਹਣਿਆਂ ਦਾ ਵੀ ਕੋਈ ਖਿਆਲ ਨਹੀਂ ਕਰਨਾ ਚਾਹੀਦਾ। ਬਿਰਹ ਕੀ ਆਗ ਜਬ ਭੜਕੇ, ਦੂਰ ਕਰ ਜਗਤ
ਸ਼ਬਦ ਲੋ ਲਾਈ। ਜਿਸ ਵਕਤ ਮਹਾਤਮਾ ਦੇਖਦੇ ਹਨ ਕਿ ਇਸ ਦੇ ਅੰਦਰ ਸੱਚਾ ਇਸ਼ਕ ਔਰ ਸੱਚਾ ਪਿਆਰ ਪੈਦਾ ਹੋ ਗਿਆ ਹੈ ਮਾਲਿਕ ਦੇ ਮਿਲਣ ਦਾ, ਉਹ ਸਾਨੂੰ ਮਾਲਿਕ ਦੇ ਭਗਤੀ ਕਰਨ ਦਾ ਤਰੀਕਾ ਔਰ ਸਾਧਨ ਸਮਝਾ ਦਿੰਦੇ ਹਨ। ਉਹ ਕੀ ਤਰੀਕਾ ਹੈ ਉਹ ਸਮਝਾਉਂਦੇ ਹਨ ਕਿ ਸਾਡਾ ਜਿਹੜਾ ਰੂਹਾਨੀ ਸਫ਼ਰ ਹੈ ਉਹ ਪੈਰਾਂ ਦੇ ਤਲਿਆਂ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਹੈ। ਇਹ ਸਫ਼ਰ ਦੀਆਂ ਦੋ ਮੰਜ਼ਲਾਂ ਹਨ, ਇੱਕ ਅੱਖਾਂ ਤੱਕ ਹੈ, ਇੱਕ ਅੱਖਾਂ ਤੋਂ ਉੱਪਰ ਹੈ। ਜਿਸਮ ਦੇ ਅੰਦਰ ਜਿਹੜੇ ਰੂਹ ਔਰ ਮਨ ਦੀ ਜਗ੍ਹਾ ਹੈ ਉਹ ਸਾਡੇ ਹਰ ਇੱਕ ਦੇ ਅੱਖਾਂ ਦੇ ਪਿੱਛੇ ਹੈ। ਕੋਈ ਇਹਨੂੰ ਸ਼ਿਵ ਨੇਤਰ ਕਹਿੰਦਾ ਹੈ, ਕੋਈ ਦਿਵ ਚਕਸ਼ੂ ਕਹਿੰਦਾ ਹੈ, ਕੋਈ ਘਰ ਦਰ ਕਹਿੰਦਾ ਹੈ, ਕੋਈ ਮੁਕਤੀ ਦਾ ਦਰਵਾਜ਼ਾ ਕਹਿੰਦਾ ਹੈ, ਕੋਈ ਸਿੰਗਲ ਆਈ ਥਰਡ ਆਈ ਕਹਿੰਦਾ ਹੈ। ਇੱਥੋਂ ਆਪਣਾ ਖਿਆਲ ਉਤਰਦਾ ਹੈ। 9 ਦੁਆਰੇ, 2 ਅੱਖਾਂ ਹਨ, 2 ਕੰਨ ਦੇ ਸੁਰਾਖ ਹਨ, ਨੱਕ ਦੇ ਸੁਰਾਖ ਹਨ, ਮੂੰਹ ਹੈ, ਹੇਠਾਂ 2 ਇੰਦਰੀਆਂ ਦੇ ਸੁਰਾਖ ਹਨ। ਇਹਨਾਂ 9 ਦੁਆਰਿਆਂ ਦੇ ਜ਼ਰੀਏ ਸਾਡਾ ਖਿਆਲ ਸਾਰੀ ਦੁਨੀਆ ਦੇ ਅੰਦਰ ਫੈਲ ਜਾਂਦਾ ਹੈ। ਕਿਸ ਤਰ੍ਹਾਂ ਫੈਲਦਾ ਹੈ? ਇੱਥੇ ਬੈਠੇ ਹੁਣ ਆਪਾਂ ਨੂੰ ਬਾਲ ਬੱਚਿਆਂ ਦਾ ਖਿਆਲ ਆਉਂਦਾ ਹੈ, ਘਰ ਦੇ ਕਾਰੋਬਾਰ ਦਾ ਖਿਆਲ ਆਉਂਦਾ ਹੈ, ਦੁਕਾਨ ਦੀਆਂ ਗਾਹਕਾਂ ਦਾ ਖਿਆਲ ਆਉਂਦਾ ਹੈ। ਮਨ ਕਦੇ ਕਿਸੇ ਦਾ ਨਿਚਲਾ ਨਹੀਂ ਬੈਠਦਾ। ਔਰ ਕਿਤਨੀਆਂ ਕਮਰਿਆਂ ਦੇ ਅੰਦਰ ਤੁਸੀਂ ਅੰਧੇਰੀਆਂ ਕੋਠੜੀਆਂ ਦੇ ਅੰਦਰ ਬੰਦ ਹੋ ਕੇ ਬੈਠ ਜਾਓ, ਮਨ ਉੱਥੇ ਨਹੀਂ ਹੋਵੇਗਾ, ਸਾਰੀ ਦੁਨੀਆ ਦੇ ਅੰਦਰ ਦੌੜਦਾ ਫਿਰਦਾ ਹੋਵੇਗਾ। ਇਹ ਜਿਹੜਾ ਸਾਰਾ ਦਿਨ ਮਨ ਦੇ ਅੰਦਰ ਵਿਚਾਰ ਆਉਂਦੇ ਰਹਿੰਦੇ ਹਨ, ਇਹਨੂੰ ਮਹਾਤਮਾ ਸਿਮਰਨ ਕਰਨਾ ਕਹਿੰਦੇ ਹਨ। ਹੁਣ ਸਿਮਰਨ ਕਰਨ ਦੀ ਕੁਦਰਤੀ ਹਰ ਇੱਕ ਨੂੰ ਆਦਤ ਪੈਦਾ ਹੋ ਚੁੱਕੀ ਹੈ, ਔਰ ਜਿਸ ਦੇ ਮੁਤਲਕ ਵੀ ਅਸੀਂ ਸਿਮਰਨ ਕਰਦੇ ਹਾਂ, ਸੋਚਦੇ ਹਾਂ, ਉਹਦੀ ਸ਼ਕਲ ਵੀ ਸਾਡੇ ਅੱਖਾਂ ਅੱਗੇ ਆ ਜਾਂਦੀ ਹੈ। ਅਗਰ ਬਾਲ ਬੱਚਿਆਂ ਦਾ ਖਿਆਲ ਆਇਆ, ਬਾਲ ਬੱਚਿਆਂ ਦੀ ਸ਼ਕਲ ਵੀ ਅੱਖਾਂ ਅੱਗੇ ਆ ਜਾਏਗੀ। ਗਾਹਕਾਂ ਦਾ ਖਿਆਲ ਆਇਆ, ਗਾਹਕਾਂ ਦੀ ਸ਼ਕਲ ਵੀ ਅੱਖਾਂ ਅੱਗੇ ਆ ਜਾਏਗੀ। ਇਹਨੂੰ ਮਹਾਤਮਾ ਧਿਆਨ ਧਰਨਾ ਕਹਿੰਦੇ ਹਨ। ਇਹ ਜ਼ਰੂਰੀ ਹੈ, ਜਿਸ ਦਾ ਵੀ ਅਸੀਂ ਸਿਮਰਨ ਕਰਦੇ ਹਾਂ ਉਸੇ ਦਾ ਅਸੀਂ ਧਿਆਨ ਧਰਨਾ ਸ਼ੁਰੂ ਕਰ ਦਿੰਦੇ ਹਾਂ। ਜਿਨ੍ਹਾਂ ਦਾ ਸਿਮਰਨ ਕਰਦੇ ਹਾਂ, ਧਿਆਨ ਧਰਦੇ ਹਾਂ, ਉਹਨਾਂ ਨਾਲ ਆਹਿਸਤਾ ਆਹਿਸਤਾ ਸਾਡਾ ਮੋਹ ਪੈਦਾ ਹੋ ਜਾਂਦਾ ਹੈ, ਪਿਆਰ ਪੈਦਾ ਹੋ ਜਾਂਦਾ ਹੈ। ਇਤਨਾ ਉਹਨਾਂ ਸ਼ਕਲਾਂ ਔਰ ਪਦਾਰਥਾਂ ਨਾਲ ਸਾਡਾ ਪਿਆਰ ਪੈਦਾ ਹੋ ਜਾਂਦਾ ਹੈ ਕਿ ਰਾਤ ਨੂੰ ਹੁਣ ਸੁਪਨੇ ਵੀ ਸਾਨੂੰ ਉਹਨਾਂ ਦੇ ਹੀ ਆਉਂਦੇ ਹਨ। ਮੌਤ ਦੇ ਵਕਤ ਉਹਨਾਂ ਦੀਆਂ ਹੀ ਸ਼ਕਲਾਂ ਸਿਨੇਮੇ ਦੇ ਸਕਰੀਨ ਦੀ ਤਰ੍ਹਾਂ ਸਾਡੇ ਅੱਖਾਂ ਅੱਗੇ ਆ ਜਾਂਦੀਆਂ ਹਨ। ਜਹਾਂ ਆਸਾ ਤਹਾਂ ਬਾਸਾ, ਜਿੱਧਰ ਸਾਡਾ ਆਖਰੀ ਵਕਤ ਖਿਆਲ ਹੁੰਦਾ ਹੈ, ਅਸੀਂ ਦੁਨੀਆ ਦੇ ਜੀਵ ਉਸੇ ਹੀ ਰੌ ਵਿੱਚ ਬਹਿਣਾ ਸ਼ੁਰੂ ਕਰ ਦਿੰਦੇ ਹਾਂ। ਕਿਹੜੀ ਚੀਜ਼ ਸਾਨੂੰ ਬਾਰ-ਬਾਰ ਦੇਹ ਦੇ ਬੰਧਨਾਂ ਵਿੱਚ ਲਿਆਈ? ਦੁਨੀਆ ਦਾ ਮੋਹ ਔਰ ਪਿਆਰ ਲਿਆਇਆ। ਕਿਸ ਨੇ ਪੈਦਾ ਕੀਤਾ? ਸਿਮਰਨ ਔਰ ਧਿਆਨ ਨੇ ਪੈਦਾ ਕੀਤਾ। ਕਿੰਨਾ ਚੀਜ਼ਾਂ ਦੇ ਸਿਮਰਨ ਧਿਆਨ? ਐਸ ਰਚਨਾ ਦੇ ਸਿਮਰਨ ਔਰ ਧਿਆਨ ਨੇ, ਜਿਸ ਨੇ ਨਾਸ਼ ਹੋ ਜਾਣਾ ਹੈ, ਜਿਸ ਨੇ ਫਲਾਹ ਹੋ ਜਾਣਾ ਹੈ। ਸੋ ਮਹਾਤਮਾ ਕਹਿੰਦੇ ਕਿਉਂਕਿ ਸਿਮਰਨ ਔਰ ਧਿਆਨ ਦੀ ਕੁਦਰਤੀ ਤੁਹਾਨੂੰ ਆਦਤ ਪੈਦਾ ਹੋ ਚੁੱਕੀ ਹੈ, ਤੁਸੀਂ ਮਨ ਦੀ ਇਸ ਆਦਤ ਤੋਂ ਫਾਇਦਾ ਉਠਾਓ। ਸਿਮਰਨ ਨੂੰ ਸਿਮਰਨ ਕੱਟੇਗਾ, ਧਿਆਨ ਨੂੰ ਧਿਆਨ ਕੱਟੇਗਾ, ਲੇਕਿਨ ਤੁਸੀਂ ਉਸ ਚੀਜ਼ ਦਾ ਸਿਮਰਨ ਕਰੋ, ਉਸ ਚੀਜ਼ ਦਾ ਧਿਆਨ ਕਰੋ ਜਿਹਨੇ ਕਦੇ ਨਾਸ਼ ਨਹੀਂ ਹੋਣਾ, ਜਿਹਨੇ ਕਦੇ ਫਲਾਹ ਨਹੀਂ ਹੋਣਾ। ਉਹ ਕੌਣ ਹੈ? ਕੁੱਲ ਪਰਮਾਤਮਾ ਹੈ। ਸੋ ਮਹਾਤਮਾ ਸਾਨੂੰ ਉਸ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਦਾ, ਧਿਆਨ ਧਰਨ ਦਾ ਤਰੀਕਾ ਦੱਸਦੇ ਹਨ, ਜਿਸ ਦੇ ਜ਼ਰੀਏ ਅਸੀਂ ਫੈਲੇ ਹੋਏ ਖਿਆਲ ਨੂੰ ਫਿਰ 9 ਦੁਆਰਿਆਂ ਚੋਂ ਵਾਪਸ ਲਿਆ ਕੇ ਅੱਖਾਂ ਪਿੱਛੇ ਇਕੱਠਾ ਕਰਦੇ ਹਾਂ। ਜਦੋਂ ਇੱਥੇ ਖਿਆਲ ਇਕੱਠਾ ਹੁੰਦਾ ਹੈ, ਆਪਣੇ ਆਪ ਹੀ ਅੰਦਰੋਂ ਸਾਨੂੰ ਸੋਝੀ ਔਰ ਸਮਝ ਆ ਜਾਂਦੀ ਹੈ ਕਿ ਇੱਕ ਮਿੱਠੀ ਤੋਂ ਮਿੱਠੀ, ਸੁਰੀਲੀ ਤੋਂ ਸੁਰੀਲੀ ਆਵਾਜ਼ ਜਿਹੜੀ ਕਿ ਮਾਲਕ ਦੀ ਦਰਗਾਹ ਤੋਂ ਆ ਰਹੀ ਹੈ, ਹਰ ਇੱਕ ਦੇ ਅੱਖਾਂ ਅੰਦਰ ਤੁਨਕਾਰਾਂ ਦੇ ਰਹੀ ਹੈ। ਚੋਰਾਂ ਅੰਦਰ ਵੀ ਹੈ, ਠੱਗਾਂ ਅੰਦਰ ਵੀ ਹੈ, ਸਾਧੂ ਸੰਤਾਂ ਮਹਾਤਮਾ ਅੰਦਰ ਵੀ ਹੈ। ਇੱਥੇ ਕੌਮ ਦਾ ਜਾਂ ਮਜ਼ਹਬ ਦਾ ਜਾਂ ਮੁਲਕ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੋ ਸਕਦਾ। ਕੋਈ ਹਿੰਦੂ ਹੋ ਕੇ ਅੰਦਰ ਜਾਏ, ਸਿੱਖ, ਈਸਾਈ, ਮੁਸਲਮਾਨ ਅੰਧ ਹੋ ਕੇ ਅੰਦਰ ਜਾਏ, ਜੋ ਖੁਸ਼ਕਿਸਮਤ ਅੱਖਾਂ ਪਿੱਛੇ ਖਿਆਲ ਅੱਖਾਂ ਪਿੱਛੇ ਇਕੱਠਾ ਕਰਦਾ ਹੈ, ਉਹ ਆਪਣੇ ਅੰਦਰੋਂ ਉਸ ਆਵਾਜ਼ ਨੂੰ ਸੁਣਨਾ ਸ਼ੁਰੂ ਕਰ ਦਿੰਦਾ ਹੈ ਔਰ ਉੱਥੇ ਨੂਰ ਔਰ ਪ੍ਰਕਾਸ਼ ਨੂੰ ਦੇਖਣਾ ਸ਼ੁਰੂ ਕਰ ਦਿੰਦਾ ਹੈ। ਔਰ ਉਸੇ ਆਵਾਜ਼ ਨੂੰ ਰਿਸ਼ੀਆਂ ਮੁਨੀਆਂ ਨੇ ਆਕਾਸ਼ ਬਾਣੀ ਕਿਹਾ ਸੀ, ਰਾਮ ਧੁਨ ਕਿਹਾ ਸੀ, ਰਾਮ ਨਾਮ ਕਿਹਾ ਸੀ, ਦਿव्य ਧੁਨੀ ਕਹਿ ਕੇ ਬਿਆਨ ਕੀਤਾ ਸੀ। ਉਸੇ ਆਵਾਜ਼ ਨੂੰ ਮੁਸਲਮਾਨ ਫਕੀਰਾਂ ਨੇ ਕਲਮਾ ਕਿਹਾ ਸੀ, ਬਾਂਗੇ ਅਸਮਾਨੀ ਕਿਹਾ ਸੀ, ਕਲਾਮੇ ਇਲਾਹੀ ਕਿਹਾ ਸੀ, ਨਦਾਈ ਸੁਲਤਾਨੀ ਕਹਿ ਕੇ ਯਾਦ ਕੀਤਾ ਸੀ। ਉਸੇ ਨੂੰ ਗੁਰੂ ਘਰ ਨੇ ਗੁਰ ਕੀ ਬਾਣੀ, ਤੁਰ ਕੀ ਬਾਣੀ, ਸੱਚੀ ਬਾਣੀ, ਅਮਰ ਹੁਕਮ ਅਕਥ ਕਥਾ ਕਹਿ ਕੇ ਬਿਆਨ ਕੀਤਾ ਹੈ। ਉਸੇ ਨੂੰ ਆਮ ਸੰਤ ਮਹਾਤਮਾ ਸ਼ਬਦ
और नाम कह के याद करते हैं, उसे ਨੂੰ ਕ੍ਰਾਈਸਟ ਨੇ ਵਰਡ ਜਾਂ ਉਸ ਨੂੰ ਸਪਿਰਿਟ ਜਾਂ ਉਸ ਨੂੰ ਹੋਲੀ ਗੋਸਟ ਕਹਿ ਕੇ ਬਿਆਨ ਕੀਤਾ ਹੈ। ਲਫ਼ਜ਼ਾਂ ਦਾ ਬਹਿਸ ਮੁਬਾਸਾ ਨਹੀਂ ਹੈ, ਅਸੀਂ ਤਾਂ ਉਸ ਨੁਕਤੇ ਔਰ ਪੁਆਇੰਟ ਤੇ ਖਿਆਲ ਇਕੱਠਾ ਕਰਨਾ ਹੈ ਜਿੱਥੇ ਦਾਤਾ ਦਾਤ ਦੇ ਰਿਹਾ ਹੈ, ਬਖਸ਼ਿਸ਼ ਕਰ ਰਿਹਾ ਹੈ। ਉਹ ਅੰਮ੍ਰਿਤ ਰੂਪੀ ਨਾਮ ਬਰਸਣ ਲੱਗਾ ਹੋਇਆ ਹੈ। ਜਿਸ ਅੰਮ੍ਰਿਤ ਨੂੰ ਪੀ ਕੇ ਅਸੀਂ ਅਮਰ ਹੋਣਾ ਹੈ, ਉਹ ਅੰਮ੍ਰਿਤ ਕਦੇ ਕਿਸੇ ਨੂੰ ਬਾਹਰੋਂ ਅੱਜ ਤੱਕ ਨਹੀਂ ਪ੍ਰਾਪਤ ਹੋਇਆ। ਉਹ ਅੰਮ੍ਰਿਤ 24 ਘੰਟੇ ਹਰ ਇੱਕ ਦੇ ਅੱਖਾਂ ਪਿੱਛੇ ਬਰਸਣ ਲੱਗਾ ਹੋਇਆ ਹੈ। ਇਸੇ ਵਾਸਤੇ ਚੌਥੀ ਪਾਤਸ਼ਾਹੀ ਨੇ ਕਿਹਾ ਸੀ, 9 ਦਰਵਾਜ਼ੇ ਨਵੇਂ ਦਰ ਫੀਕੇ, ਰਸ ਅੰਮ੍ਰਿਤ 10ਵੀਂ ਚ ਬੀਜੇ। ਭਰਾਵਾ, ਅੱਖਾਂ ਤੋਂ ਨੀਚੇ ਤਾਂ ਤੇਰੇ ਇੰਦਰੀਆਂ ਦੇ ਭੋਗ ਹਨ, ਵਿਸ਼ਿਆਂ ਵਕਾਰਾਂ ਸ਼ਰਾਬਾਂ ਕਬਾਬਾਂ ਦੀਆਂ ਲੱਤਾਂ ਹਨ। ਅਗਰ ਤੂੰ ਰਸ ਦੇ ਭਰੇ ਹੋਏ ਅੰਮ੍ਰਿਤ ਨੂੰ ਪੀਣਾ ਹੈ, ਜਿਸ ਨੂੰ ਪੀ ਕੇ ਹੀ ਤੂੰ ਅਮਰ ਹੋ ਸਕਦਾ ਹੈ, ਉਹ ਅੰਮ੍ਰਿਤ ਤੇਰੇ ਅੱਖਾਂ ਪਿੱਛੇ ਬਰਸਣ ਲੱਗਾ ਹੋਇਆ ਹੈ। ਜਿਤਨਾ ਚਿਰ ਅਸੀਂ ਇੱਥੇ ਖਿਆਲ ਇਕੱਠਾ ਨਹੀਂ ਕਰਾਂਗੇ, ਅਸੀਂ ਅੰਮ੍ਰਿਤ ਨੂੰ ਕਿਸ ਤਰ੍ਹਾਂ ਪੀ ਸਕਦੇ ਹਾਂ। ਕਿਤਨੀ ਵੀ ਬਾਰਿਸ਼ ਦਿਨ ਰਾਤ ਹੁੰਦੀ ਹੋਵੇ, ਅਗਰ ਬਰਤਨ ਹੀ ਆਪਾਂ ਉਲਟਾ ਕੇ ਰੱਖ ਦੇਣਾ ਹੈ, ਉਸ ਬਰਤਨ ਦੇ ਅੰਦਰ ਉਹ ਇੱਕ ਪਾਣੀ ਦਾ ਕਤਰਾ ਕਿਸ ਤਰ੍ਹਾਂ ਜਾ ਸਕਦਾ ਹੈ। ਬਰਤਨ ਸਿੱਧਾ ਕਰਾਂਗੇ, ਪਹਿਲੀ ਨਹੀਂ ਦੂਸਰੀ ਤੀਸਰੀ ਬਾਰਿਸ਼ ਭਰੇਗਾ। ਜਿਸ ਮਨ ਨੇ ਅੱਖਾਂ ਪਿੱਛੇ ਆ ਕੇ ਉਸ ਅੰਮ੍ਰਿਤ ਨੂੰ ਪੀ ਕੇ ਨਿਰਮਲ ਪਿਓਰ ਔਰ ਪਵਿੱਤਰ ਹੋਣਾ ਸੀ, ਉਹ ਮਨ ਤਾਂ ਇੱਥੋਂ ਉਤਰ ਕੇ ਨਵਾਂ ਦਵਾਰਿਆਂ ਦੇ ਜ਼ਰੀਏ ਸਾਰੀ ਦੁਨੀਆ ਦੇ ਅੰਦਰ ਫੈਲਿਆ ਹੋਇਆ ਹੈ। ਪਹਿਲਾਂ ਉਹਨੂੰ ਇਕੱਠਾ ਕਰਕੇ ਇੱਥੇ ਤਾਂ ਇਕੱਠਾ ਕਰੀਏ। ਇਸ ਵਾਸਤੇ ਇਹਨੂੰ ਮਹਾਤਮਾ ਸ਼ਬਦ ਕਹਿੰਦੇ ਹਨ, ਇਹਨੂੰ ਮਹਾਤਮਾ ਨਾਮ ਕਹਿੰਦੇ ਹਨ। ਇਸੇ ਵਾਸਤੇ ਸਵਾਮੀ ਜੀ ਨੇ ਕਿਹਾ ਸੀ, ਗੁਰ ਕਹੇ ਖੋਲ ਕਰ ਪਾਈ, ਲਗ ਸ਼ਬਦ ਅਨਾਹਦ ਜਾਈ, ਬਿਨ ਸ਼ਬਦ ਅਪਾਓ ਨਾ ਦੂਜਾ, ਕਾਇਆ ਕਾ ਛੁਟੇ ਨਾ ਕੂਜਾ। ਅਗਰ ਤੂੰ ਮਾਲਿਕ ਨਾਲ ਵਸਾਲ ਕਰਨਾ ਚਾਹੁੰਦਾ ਹੈ, ਅੱਖਾਂ ਪਿੱਛੇ ਆ ਕੇ ਅਨਹਦ ਸ਼ਬਦ ਨੂੰ ਅੰਦਰੋਂ ਪਕੜ ਲਾ। ਉਸ ਸ਼ਬਦ ਦੀ ਕਮਾਈ ਤੋਂ ਬਗੈਰ ਕੋਈ ਉਪਾਅ ਨਹੀਂ, ਕੋਈ ਤਰੀਕਾ ਨਹੀਂ ਕਿ ਤੂੰ ਦੇਹ ਦਿਆਂ ਬੰਧਨਾਂ ਤੋਂ ਕਿਸੇ ਹਾਲਤ ਅੰਦਰ ਛੁਟਕਾਰਾ ਹਾਸਲ ਕਰ ਸਕੇ। ਇਹੋ ਗੁਰੂ ਨਾਨਕ ਸਾਹਿਬ ਨੇ ਕਿਹਾ ਹੈ, 9 ਦਰ ਠਾਕੇ ਤਾਵਤ ਰਹਾਏ, 10ਵੇਂ ਨਿਜ ਕਰ ਵਾਸਾ ਪਾਏ। ਉੱਥੇ ਅਨਹਦ ਸ਼ਬਦ ਵਜੇ, ਦਿਨ ਰਾਤੀ ਗੁਰਮਤੀ ਸ਼ਬਦ ਸੁਣਾਵਣਿਆ। ਜਦੋਂ ਤੂੰ ਨਵਾਂ ਦੁਆਰਿਆਂ ਚੋਂ ਖਿਆਲ ਕੱਢ ਕੇ ਅੱਖਾਂ ਪਿੱਛੇ ਲਿਆਵੇਂਗਾ, ਤੂੰ ਆਪਣੇ ਘਰ ਦੇ ਦਰਵਾਜ਼ੇ ਤੇ ਪਹੁੰਚ ਜਾਵੇਂਗਾ। ਉਸ ਘਰ ਦੇ ਦਰਵਾਜ਼ੇ ਦੀ ਇਹੋ ਹੀ ਨਿਸ਼ਾਨੀ ਹੈ ਕਿ ਉੱਥੇ ਦਿਨ ਨੂੰ ਵੀ ਰਾਤ ਨੂੰ ਵੀ ਹਰ ਇੱਕ ਦੇ ਅੰਦਰ ਅਨਹਦ ਸ਼ਬਦ ਤੁਨਕਾਰਾਂ ਦੇ ਰਿਹਾ ਹੈ। ਜਦੋਂ ਵੀ ਅਸੀਂ ਘਰ ਦੇ ਅੰਦਰ ਦਾਖਲ ਹੁੰਦੇ ਹਾਂ, ਪਹਿਲਾਂ ਘਰ ਦੇ ਦਰਵਾਜ਼ੇ ਦੀ ਖੋਜ ਕਰਦੇ ਹਾਂ, ਉਹਨੂੰ ਅੱਛੀ ਤਰ੍ਹਾਂ ਖੜਕਾਉਂਦੇ ਹਾਂ, ਦਰਵਾਜ਼ਾ ਅੰਦਰੋਂ ਖੁੱਲਦਾ ਹੈ, ਆਪਾਂ ਘਰ ਦੇ ਅੰਦਰ ਚਲੇ ਜਾਂਦੇ ਹਾਂ। ਇਹੋ ਕ੍ਰਾਈਸਟ ਨੇ ਕਿਹਾ ਸੀ, ਸੀਕ ਯੇ ਸ਼ੈਲ ਫਾਈਂਡ, ਨੌਕ ਇਟ ਸ਼ੈਲ ਓਪਨ। ਤੁਸੀਂ ਖੋਜ ਕਰੋ ਸੱਚੇ ਦਿਲੋਂ, ਜ਼ਰੂਰ ਪਰਮਾਤਮਾ ਦਇਆ ਮਿਹਰ ਕਰੇਗਾ। ਉਸ ਦਰਵਾਜ਼ੇ ਦੀ ਖੋਜ ਕਰੋ, ਜਦੋਂ ਪਹੁੰਚ ਜਾਵੋਗੇ ਅੱਛੀ ਤਰ੍ਹਾਂ ਖੜਕਾਓ ਦਰਵਾਜ਼ੇ ਨੂੰ, ਜ਼ਰੂਰ ਮਾਲਕ ਅੰਦਰੋਂ ਖੋਲੇਗਾ। ਕਿਲੇ ਦੇ ਅੰਦਰ ਦਾਖਲ ਹੋਣਾ ਹੋਵੇ, ਕਿਲੇ ਦੇ ਦਰਵਾਜ਼ੇ ਦੀ ਖੋਜ ਕਰਨੀ ਪੈਂਦੀ ਹੈ ਤਾਂ ਕਿ ਅੰਦਰੋਂ ਖੁੱਲੀਏ ਤੇ ਅੰਦਰ ਜਾ ਸਕੀਏ। ਇਸ ਵਾਸਤੇ ਮਹਾਤਮਾ ਕਹਿੰਦੇ, ਇੱਥੋਂ ਤੁਹਾਡਾ ਰੂਹਾਨੀ ਸਫ਼ਰ ਸ਼ੁਰੂ ਹੋਣਾ ਹੈ। ਉਸ ਨੂੰ ਮਹਾਤਮਾ ਸ਼ਬਦ ਔਰ ਨਾਮ ਆਪ ਕਹਿ ਕੇ ਬਿਆਨ ਕਰਦੇ ਹਨ। ਉਸ ਦੀ ਲਜ਼ਤ ਇਤਨੀ ਉੱਚੀ ਔਰ ਸੁੱਚੀ ਹੈ, ਉਸ ਲਜ਼ਤ ਨੂੰ ਪਾ ਕੇ ਮਨ ਆਟੋਮੈਟਿਕਲੀ ਇੰਦਰੀਆਂ ਦੇ ਭੋਗ, ਵਿਸ਼ਿਆਂ ਵਕਾਰਾਂ ਸ਼ਰਾਬਾਂ ਕਬਾਬਾਂ ਨੂੰ ਛੱਡ ਦਿੰਦਾ ਹੈ। ਜਿਸ ਨੂੰ ਹੀਰੇ ਜਵਾਹਰਾਤ ਮਿਲਣੇ ਸ਼ੁਰੂ ਹੋ ਜਾਣਗੇ, ਉਹ ਫਿਰ ਕੌਡੀਆਂ ਮਗਰ ਦਰਬਦਰ ਠੋਕਰਾਂ ਨਹੀਂ ਖਾਂਦੇ। ਲੜਕੀਆਂ ਗੁੱਡੀਆਂ ਪਟੋਲਿਆਂ ਨਾਲ ਉਤਨਾ ਅਰਸਾ ਖੇਲਦੀਆਂ ਹਨ ਜਿਤਨਾ ਚਿਰ ਉਹਨਾਂ ਦੀ ਕੋਈ ਸ਼ਾਦੀ ਨਹੀਂ ਹੁੰਦੀ। ਕੇਵਲ ਅਟੈਚਮੈਂਟ ਹੀ ਸਾਡੇ ਮਨ ਵਿੱਚ ਡਿਟੈਚਮੈਂਟ ਪੈਦਾ ਕਰ ਸਕਦੀ ਹੈ। ਡਿਟੈਚਮੈਂਟ ਕਦੇ ਕਿਸੇ ਦੇ ਅੰਦਰ ਅਟੈਚਮੈਂਟ ਪੈਦਾ ਨਹੀਂ ਕਰ ਸਕਦੀ। ਸੰਤ ਮਤ ਵਿੱਚ ਔਰ ਵੇਦਾਂਤ ਵਿੱਚ ਇਹੋ ਹੀ ਫਰਕ ਹੈ। ਵੇਦਾਂਤ ਵਾਲੇ ਜ਼ਬਰਦਸਤੀ ਮਨ ਨੂੰ ਦੁਨੀਆ ਚੋਂ ਕੱਢ ਕੇ ਅੱਖਾਂ ਪਿੱਛੇ ਇਕੱਠਾ ਕਰਨ ਦੀ ਕੋਸ਼ਿਸ਼ ਕਰਦੇ ਹਨ, ਲੇਕਿਨ ਮਹਾਤਮਾ ਸਮਝਾਉਂਦੇ ਹਨ ਕਿ ਮਨ ਲਜ਼ਤ ਦਾ ਆਸ਼ਿਕ ਹੈ। ਜਿਤਨਾ ਚਿਰ ਤੁਸੀਂ ਇਸ ਨੂੰ ਦੁਨੀਆ ਦੇ ਮੋਹ ਔਰ ਪਿਆਰ ਤੋਂ ਉੱਚਾ ਔਰ ਸੁੱਚਾ ਪਿਆਰ ਨਹੀਂ ਦੇਵੋਗੇ, ਇਹ ਦੁਨੀਆ ਦਾ ਮੋਹ, ਦੁਨੀਆ ਦਾ ਪਿਆਰ ਕਦੇ ਛੱਡਣ ਨੂੰ ਤਿਆਰ ਨਹੀਂ ਹੁੰਦਾ। ਅਗਰ ਇੱਕ ਲੜਕੀ ਨੂੰ ਸ਼ਾਦੀ ਕਰਨ ਤੋਂ ਪਹਿਲਾਂ ਆਪਾਂ ਸਮਝਾਈਏ ਕਿ ਦੇਖ 1 ਮਹੀਨਾ ਰਹਿ ਗਿਆ ਹੈ, ਹੁਣ ਤੂੰ ਮਾਤਾ ਪਿਤਾ ਦਾ ਪਿਆਰ ਛੱਡ, ਭੈਣਾਂ ਭਰਾਵਾਂ ਦਾ ਪਿਆਰ ਛੱਡ, ਸਖੀਆਂ ਸਹੇਲੀਆਂ ਦਾ ਪਿਆਰ ਛੱਡ ਤਾਂ ਕਿ ਤੇਰੀ ਸ਼ਾਦੀ ਕਰ ਦਈਏ, ਉਹ ਕਿਤਨੀ ਕੋਸ਼ਿਸ਼ ਕਰੇ ਕਦੇ ਵਿਚਾਰੀ ਕਾਮਯਾਬ ਹੋ ਹੀ ਨਹੀਂ ਸਕਦੀ। ਜਦੋਂ ਸ਼ਾਦੀ ਹੋ ਜਾਂਦੀ ਹੈ, ਪਤੀ ਨਾਲ ਪਿਆਰ ਪੈਦਾ ਹੋ ਜਾਂਦਾ ਹੈ, ਮਾਤਾ ਪਿਤਾ ਭੁੱਲ ਜਾਂਦੇ ਹਨ, ਭੈਣ ਭਾਈ ਭੁੱਲ ਜਾਂਦੇ ਹਨ, ਸਖੀਆਂ ਸਹੇਲੀਆਂ ਭੁੱਲ ਜਾਂਦੀਆਂ ਹਨ। ਇੱਕ ਆਦਮੀ ਦੇ ਪਿਆਰ ਨੇ ਸਭ ਦੁਨੀਆ ਦਾ ਮੋਹ ਔਰ
ਪਿਆਰ ਉਹਦੇ ਅੰਦਰੋਂ ਕੱਢ ਦਿੱਤਾ। ਸੋ ਇਸ ਵਾਸਤੇ ਸਵਾਮੀ ਜੀ ਪਿਆਰ ਨਾਲ ਸਮਝਾਉਂਦੇ ਹਨ ਕਿ ਜਦੋਂ ਤੁਸੀਂ ਉਸ ਸ਼ਬਦ ਦੇ ਅੰਦਰੋਂ ਲਜ਼ਤ ਹਾਸਲ ਕਰ ਲਵੋਗੇ, ਆਟੋਮੈਟਿਕਲੀ ਤੁਹਾਡਾ ਮਨ ਇੰਦਰੀਆਂ ਦੇ ਭੋਗਾਂ ਵਿਸ਼ਿਆਂ ਬਕਾਰਾਂ ਚੋਂ ਨਿਕਲ ਜਾਵੇਗਾ। ਗੁਰੂ ਸਾਹਿਬ ਕਹਿੰਦੇ ਗੁਰ ਕਾ ਸ਼ਬਦ ਮਹਾਰਸ ਮੀਠਾ। ਜਿਸ ਸ਼ਬਦ ਦੇ ਨਾਲ ਗੁਰਮੁਖ ਸਾਨੂੰ ਜੋੜਦੇ ਹਨ ਉਸ ਨੂੰ ਮਹਾਰਸ ਮਿੱਠਾ ਕਹਿੰਦੇ ਹਨ ਕਿ ਇਤਨੇ ਮਿੱਠਾ ਹੈ ਕਿ ਉਹਦੀ ਮਿਠਾਸ ਬਿਆਨ ਨਹੀਂ ਕੀਤੀ ਜਾ ਸਕਦੀ। ਹਜ਼ੂਰ ਮਹਾਰਾਜ ਜੀ ਗੁੰਗੇ ਦਾ ਗੁੜ ਬਤਾਇਆ ਕਰਦੇ ਸਨ। ਗੁੰਗੇ ਆਦਮੀ ਨੂੰ ਤੁਸੀਂ ਗੁੜ ਖਾਣ ਨੂੰ ਦੇ ਦਿਓ, ਉਹਨੂੰ ਪੁੱਛੋ ਸਵਾਦ ਕੈਸਾ ਹੈ, ਉਹ ਗੁਣ ਗੁਣ ਕਰਕੇ ਰਹਿ ਜਾਂਦਾ ਹੈ, ਉਹ ਬਿਨ ਚਾਖੇ ਸਾਧ ਨਾ ਆਵੇ। ਗੁਰੂ ਸਾਹਿਬ ਕਹਿੰਦੇ ਉਹ ਖਾਣ ਤੋਂ ਬਗੈਰ ਉਹਦੀ ਕੋਈ ਤੁਸੀਂ ਲਜ਼ਤ ਬਿਆਨ ਨਹੀਂ ਕੀਤੀ ਜਾ ਸਕਦੀ। ਉਹਨੂੰ ਅੰਮ੍ਰਿਤ ਕਹਿ ਲਓ, ਉਹਨੂੰ ਮਹਾਰਸ ਮਿੱਠਾ ਕਹਿ ਲਓ, ਹਰੀ ਰਸ ਕਹਿ ਲਓ, ਕੁਛ ਕਹਿ ਲਓ, ਕਿ ਜੋ ਕੁਛ ਮਿਲਣਾ ਹੈ ਉਸ ਸ਼ਬਦ ਦੀ ਕਮਾਈ ਦੇ ਜ਼ਰੀਏ ਮਿਲਣਾ ਹੈ, ਉਸ ਨਾਮ ਦੀ ਕਮਾਈ ਦੇ ਜ਼ਰੀਏ ਮਿਲਣਾ ਹੈ। ਉਹਨੂੰ ਮਹਾਤਮਾ ਨੇ ਸੱਚਾ ਸ਼ਬਦ ਔਰ ਸੱਚਾ ਨਾਮ ਕਹਿ ਕੇ ਬਿਆਨ ਕੀਤਾ ਹੈ। ਇਹ ਜਿਹੜੇ ਆਪੋ ਆਪਣੇ ਲਫ਼ਜ਼ ਅਸੀਂ ਆਪਣੇ ਪਿਆਰ ਵਿੱਚ ਆ ਕੇ ਮਾਲਕ ਦੇ ਨਾਮ ਰੱਖੀ ਬੈਠੇ ਹਾਂ, ਅੱਲਾ, ਵਾਹਿਗੁਰੂ, ਹਰੀ ਓਮ, ਰਾਧਾ ਸਵਾਮੀ, ਪਰਮਾਤਮਾ, ਪਰਮੇਸ਼ਰ ਵਗੈਰਾ, ਇਹ ਸਾਡੇ ਅੱਖਰੀ ਲਫ਼ਜ਼ ਹਨ, ਅੱਖਰੀ ਸ਼ਬਦ ਹਨ, ਕਿਉਂਕਿ ਲਿਖਣ ਵਿੱਚ ਆਉਂਦੇ ਹਨ, ਪੜ੍ਹਨ ਵਿੱਚ ਆਉਂਦੇ ਹਨ, ਬੋਲਣ ਵਿੱਚ ਆਉਂਦੇ ਹਨ। ਹਰ ਇੱਕ ਲਫ਼ਜ਼ ਦੀ ਹਿਸਟਰੀ ਟ੍ਰੇਸ ਕਰ ਲਓ, ਮਿਆਦ ਮੁਕਰਰ ਕਰ ਲਓ, ਟਾਈਮ ਮੁਕਰਰ ਕਰ ਲਓ। ਕੋਈ 100 ਸਾਲ ਪੁਰਾਣਾ ਹੈ, ਕੋਈ 500 ਸਾਲ ਪੁਰਾਣਾ ਹੈ, ਕੋਈ 6-7 ਹਜ਼ਾਰ ਸਾਲ ਪੁਰਾਣਾ ਹੈ। ਉਸ ਤੋਂ ਪਹਿਲਾਂ ਦਾ ਤੇ ਆਪਾਂ ਨੂੰ ਹਿਸਟਰੀ ਦਾ ਹੀ ਪਤਾ ਨਹੀਂ ਲੱਗਦਾ। ਲੇਕਿਨ ਜਿਸ ਸ਼ਬਦ ਔਰ ਨਾਮ ਦੀ ਮਹਾਤਮਾ ਮਹਿਮਾ ਕਰਦੇ ਹਨ ਉਸਨੇ ਤਾਂ ਦੁਨੀਆ ਦੀ ਰਚਨਾ ਪੈਦਾ ਕੀਤੀ ਹੈ, ਉਸਦੇ ਆਧਾਰ ਤੱਕ ਖੰਡ ਬ੍ਰਹਿਮੰਡ ਖੜੇ ਹਨ। ਇਹ ਲਫ਼ਜ਼ ਸਾਡੇ ਮੀਨਸ ਹਨ, ਉਹ ਸਾਡਾ ਐਂਡ ਆਬਜੈਕਟ ਹੈ। ਅਸੀਂ ਲਫ਼ਜ਼ਾਂ ਨਾਲ ਪਿਆਰ ਪਾ ਕੇ ਕੌਮਾਂ ਮਸਬਾਂ ਮੁਲਕਾਂ ਦੇ ਝਗੜੇ ਨਹੀਂ ਖੜੇ ਕਰਨੇ। ਅਸੀਂ ਲਫ਼ਜ਼ਾਂ ਦੇ ਜ਼ਰੀਏ ਖਿਆਲ ਨੂੰ ਸਮੇਟ ਕੇ ਅੱਖਾਂ ਪਿੱਛੇ ਲਿਆ ਕੇ ਸੱਚੇ ਸ਼ਬਦ ਦੇ ਨਾਲ ਜੋੜਨਾ ਹੈ, ਸੱਚੇ ਨਾਮ ਦੇ ਨਾਲ ਜੋੜਨਾ ਹੈ। ਇਸ ਵਾਸਤੇ ਗੁਰਮੁਖ ਸਾਨੂੰ ਤਰੀਕਾ ਸਮਝਾਉਂਦੇ ਹਨ, ਸਾਧਨ ਸਮਝਾਉਂਦੇ ਹਨ, ਕਿਸ ਤਰ੍ਹਾਂ ਤੁਸੀਂ ਆਪਣੇ ਅੰਦਰੋਂ ਹੀ ਫੈਲੇ ਹੋਏ ਖਿਆਲ ਨੂੰ ਅੱਖਾਂ ਪਿੱਛੇ ਲਿਆ ਕੇ ਸੱਚੇ ਸ਼ਬਦ ਦੇ ਨਾਲ ਜੋੜਨਾ ਹੈ, ਸੱਚੇ ਨਾਮ ਦੇ ਨਾਲ ਜੋੜਨਾ ਹੈ। ਲਗਾ ਲੋ ਲਗਨ ਸਤਿਗੁਰ ਸੇ ਮਿਲੈ ਫਿਰ ਸ਼ਬਦ ਲੋ ਲਾਈ ਛੂਟੇਗਾ ਜਨਮ ਔਰ ਮਰਨਾ ਅਮਰ ਪਦ ਜਾਏ ਤੂੰ ਪਾਈ। ਇਹ ਕਿਹੜੀ ਚੀਜ਼ ਹੈ ਜਿਹੜੀ ਬਾਰ-ਬਾਰ ਸਾਨੂੰ ਦੇਹ ਦੀਆਂ ਬੰਧਨਾਂ ਵਿੱਚ ਖਿੱਚ ਕੇ ਲਿਆਉਂਦੀ ਹੈ? ਦੁਨੀਆ ਦਾ ਮੋਹ ਔਰ ਪਿਆਰ ਹੈ, ਸਾਡੇ ਕਰਮ ਹਨ, ਸਾਡੀਆਂ ਖਾਸ਼ਾਂ ਤ੍ਰਿਸ਼ਨਾ ਹਨ। ਸਵਾਮੀ ਜੀ ਕਹਿੰਦੇ ਉਸ ਸ਼ਬਦ ਦੇ ਕਮਾਈ ਕਰਨ ਦੇ ਨਾਲ ਦੁਨੀਆ ਚੋਂ ਮੋਹ ਔਰ ਪਿਆਰ ਨਿਕਲ ਜਾਂਦਾ ਹੈ, ਕਰਮਾਂ ਦਾ ਸਿਲਸਿਲਾ ਖਤਮ ਹੋ ਜਾਂਦਾ ਹੈ, ਸਾਡੇ ਅੰਦਰੋਂ ਖਾਸ਼ਾਂ ਔਰ ਤ੍ਰਿਸ਼ਨਾ ਨਿਕਲ ਜਾਂਦੀਆਂ ਹਨ। ਕਰਮਾਂ ਦਾ ਕੀ ਸਿਲਸਿਲਾ ਖਤਮ ਹੋ ਜਾਂਦਾ ਹੈ? ਜਿਤਨਾ ਵੀ ਕਰਮਾਂ ਦਾ ਸਿਲਸਿਲਾ ਸਾਡੇ ਮਨ ਦੇ ਨਾਲ ਹੈ ਔਰ ਆਤਮਾ ਮਨ ਦੇ ਤਾਬੇ ਹੋ ਚੁੱਕੀ ਹੈ। ਜਿੱਥੇ ਮਨ ਚਾਹੁੰਦਾ ਹੈ ਉੱਥੇ ਆਤਮਾ ਨੂੰ ਜਾਣਾ ਪੈਂਦਾ ਹੈ। ਮਨ ਅੱਗੇ ਇੰਦਰੀਆਂ ਦੇ ਭੋਗਾਂ ਦਾ ਗੁਲਾਮ ਬਣਿਆ ਬੈਠਾ ਹੈ। ਜਦੋਂ ਅਸੀਂ ਅੱਖਾਂ ਪਿੱਛੇ ਆ ਕੇ ਇਹਨੂੰ ਸ਼ਬਦ ਦੇ ਨਾਲ ਲਜ਼ਤ ਦੇ ਕੇ ਸ਼ਬਦ ਦੇ ਨਾਲ ਜੋੜਦੇ ਹਾਂ, ਇਹ ਵਾਪਸ ਬ੍ਰਹਮ ਤਿਰਕੁਟੀ ਆਪਣੇ ਟਿਕਾਣੇ ਤੇ ਪਹੁੰਚ ਜਾਂਦਾ ਹੈ। ਆਤਮਾ ਇਸ ਦੇ ਪੰਜੇ ਤੋਂ ਆਜ਼ਾਦ ਹੋ ਜਾਂਦੀ ਹੈ, ਰੂਹ ਔਰ ਮਨ ਦੀ ਗੱਠ ਖੁੱਲ ਜਾਂਦੀ ਹੈ, ਕਿਉਂਕਿ ਕਰਮਾਂ ਦਾ ਤਲਕ ਮਨ ਨਾਲ ਰਹਿ ਜਾਂਦਾ ਹੈ। ਇਸ ਵਾਸਤੇ ਆਤਮਾ ਦੇਹ ਦੀਆਂ ਬੰਧਨਾਂ ਵਿੱਚ ਨਹੀਂ ਆਉਂਦੀ। ਕਹਿ ਲੋ ਕਰਮ ਖਤਮ ਹੋ ਗਏ, ਕਰਮ ਨਾਸ਼ ਹੋ ਗਏ, ਕਰਮਾਂ ਦਾ ਸਿਲਸਿਲਾ ਖਤਮ ਹੋ ਗਿਆ, ਜਿਸ ਤਰ੍ਹਾਂ ਮਰਜ਼ੀ ਉਹਨੂੰ ਤੁਸੀਂ ਬਿਆਨ ਕਰ ਲਓ। ਇਸੇ ਵਾਸਤੇ स्वामी जी ने कहा सी शब्द कर्म की रेख कटावे, शब्द शब्द से जाए मिलावे। स्वामी जी कहते शब्द बिना सारा जगंता काटे कौन मोह का फंदा। जदों भी माया दे मोह दे फंदे चों निकलांगे शब्द दी कमाई करके, नाम दी कमाई करके, शब्द प्रताप काल को जीत। जो असी काल दे दायरे अंदर फसे हुए हाँ, तिरकटी तो नीचे मरण जमण दे दुखों विच अड़े हुए हाँ, वो केवल शब्द दी कमाई करके ही असी निकल सकते हाँ।
गुरु नानक साहब ने कहा सी शब्द मरे सो मर रहे फिर मरे ना दूजी बार। अगर तुसी शब्द दी कमाई विच लग जाओ तुसी हमेशा वास्ते मर जावोगे, थानू बार बार कदे मरण जम्मण दे दुखां विच नहीं आउणा पैंदा। पवित्र पावन सेजन साचे एक शब्द लिवलाई। ਜਿਹੜੇ ਲੋਕ ਸਾਰੇ ਦੁਨੀਆ ਚੋਂ ਮੋਹ ਔਰ ਪਿਆਰ ਕੱਢ ਕੇ ਇੱਕ ਸ਼ਬਦ ਦੇ ਨਾਲ ਖਿਆਲ ਜੋੜ ਲੈਂਦੇ ਹਨ, ਖੁਦ ਵੀ ਪਿਓਰ ਔਰ ਪਵਿੱਤਰ ਹੋ ਜਾਂਦੇ ਹਨ। ਸਾਡੇ ਖਿਆਲ ਨੂੰ ਵੀ ਸ਼ਬਦ ਦੇ ਨਾਲ ਜੋੜ ਕੇ ਸਾਨੂੰ ਵੀ ਹਮੇਸ਼ਾ ਵਾਸਤੇ ਪਿਓਰ ਔਰ ਪਵਿੱਤਰ ਕਰ ਲੈਂਦੇ ਹਨ। ਇਸ ਵਾਸਤੇ ਆਪ ਕਹਿੰਦੇ ਉਸ ਸ਼ਬਦ ਦੀ ਕਮਾਈ ਕਰਕੇ ਸਾਡਾ ਮਰਨਾ ਜੰਮਣ ਦਾ ਸਿਲਸਿਲਾ ਖਤਮ ਹੋ ਜਾਂਦਾ ਹੈ, ਸਾਡੀ ਆਤਮਾ ਨਿਰਮਲ ਹੋ ਜਾਂਦੀ ਹੈ, ਪਿਓਰ ਔਰ ਪਵਿੱਤਰ ਹੋ ਜਾਂਦੀ ਹੈ। ਗੁਰੂ ਸਾਹਿਬ ਨੇ ਬੜੇ ਸੁੰਦਰ ਤਰੀਕੇ ਨਾਲ ਸਮਝਾਇਆ ਸੀ, ਜਿਨ ਅੰਤਰ ਸ਼ਬਦ ਆਪ ਪਛਾਣੇ ਗਤ ਮਿਤ ਤਿਨ ਹੀ ਪਾਈ। ਜਿਹੜੇ ਅੰਦਰੋਂ ਸ਼ਬਦ ਨੂੰ ਪਕੜ ਕੇ ਆਪਣੇ ਆਪ ਨੂੰ ਪਹਿਚਾਨਦੇ ਹਨ ਕਿ ਮਨ ਔਰ ਮਾਇਆ ਦੇ ਦਾਇਰੇ ਤੋਂ ਪਾਰ ਚਲੇ ਜਾਂਦੇ ਹਨ, ਅਸਲੀ ਗਤੀ ਅਸਲੀ ਮਾਲਕ ਦੇ ਮਿਲਣ ਦੀ ਜਾਚ ਉਹਨਾਂ ਗੁਰਮੁਖਾਂ ਨੂੰ ਪ੍ਰਾਪਤ ਹੁੰਦੀ ਹੈ। ਉਹਨਾਂ ਨੂੰ ਕੀ ਫਾਇਦਾ ਮਿਲਦਾ ਹੈ? ਇਹ ਮਨੁਆ ਸੁਨ ਸਮਾਧ ਲਗਾਏ ਜੋਤੀ ਜੋਤ ਮਲਾਈ। ਇਹ ਜਿਹੜਾ ਮਨ ਹੈ ਵਾਪਸ ਬ੍ਰਹਮ ਤਿਰਕੁਟੀ ਆਪਣੇ ਟਿਕਾਣੇ ਤੇ ਪਹੁੰਚ ਜਾਂਦਾ ਹੈ, ਆਤਮਾ ਉਸ ਦੇ ਪੰਜੇ ਤੋਂ ਆਜ਼ਾਦ ਹੋ ਜਾਂਦੀ ਹੈ, ਜੋਤੀ ਜਾ ਕੇ ਜੋਤ ਵਿੱਚ ਰਲ ਜਾਂਦੀ ਹੈ। ਸੋ ਜਦੋਂ ਵੀ ਜੋਤੀ ਜੋਤ ਵਿੱਚ ਰਲੇਗੀ ਉਸ ਵਕਤ ਜਦੋਂ ਆਤਮਾ ਮਨ ਦਾ ਸਾਥ ਛੱਡ ਦਿੰਦੀ ਹੈ, ਜਦੋਂ ਆਤਮਾ ਤੋਂ ਸਭ ਗੰਦੇ ਗੰਦੇ ਗਲਾਬ ਉਤਰ ਜਾਂਦੇ ਹਨ, ਜਦੋਂ ਸਾਡਾ ਸਾਰਾ ਕਰਮਾਂ ਦਾ ਸਿਲਸਿਲਾ ਖਤਮ ਹੋ ਜਾਂਦਾ ਹੈ, ਜਦੋਂ ਸਾਡੇ ਅੰਦਰੋਂ ਸਭ ਦੁਨੀਆ ਦੀਆਂ ਖਾਹਿਸ਼ਾਂ ਦੁਨੀਆ ਦੀਆਂ ਤ੍ਰਿਸ਼ਨਾ ਨਿਕਲ ਜਾਂਦੀਆਂ ਹਨ। ਮੈਂ ਅਰਜ਼ ਕੀਤੀ ਸੀ, ਜਿਸ ਨੂੰ ਹੀਰੇ ਜਵਾਹਰਾਤ ਮਿਲਣੇ ਸ਼ੁਰੂ ਹੋ ਜਾਣਗੇ ਉਹ ਕਿਉਂ ਕੌਡੀਆਂ ਮਗਰ ਦਰ ਬਦਰ ਠੋਕਰਾਂ ਖਾਣਗੇ। ਜਿਹਨੂੰ ਦਾਤਾ ਮਿਲ ਜਾਂਦਾ ਹੈ ਉਹਨੂੰ ਦਾਤਾਂ ਦੀ ਕੀ ਕਮੀ ਰਹਿ ਸਕਦੀ ਹੈ। ਜਿਹਨੂੰ ਬਾਦਸ਼ਾਹ ਮਿਲ ਜਾਵੇਗਾ ਉਹਨੇ ਛੋਟੀ ਛੋਟੀਆਂ ਚੀਜ਼ਾਂ ਤੋਂ ਲੈਣਾ ਕੀ ਹੈ। ਸੋ ਜਿਹਨੂੰ ਮਾਲਕ ਮਿਲ ਜਾਂਦਾ ਹੈ ਉਹਨੇ ਹੋਰ ਦੁਨੀਆ ਤੋਂ ਕੀ ਲੈਣਾ ਹੈ। ਇਸ ਵਾਸਤੇ ਮਹਾਤਮਾ ਕਹਿੰਦੇ ਜੋ ਕੁਛ ਮਿਲਣਾ ਹੈ ਤੁਹਾਨੂੰ ਸ਼ਬਦ ਦੀ ਕਮਾਈ ਤੋਂ ਮਿਲਣਾ ਹੈ, ਨਾਮ ਦੀ ਕਮਾਈ ਤੋਂ ਮਿਲਣਾ ਹੈ। छूटेगा जन्म और मरना, अमर पद जाए तू पाई, पाग तेरा जगे सोता, नाम और धाम मिल जाई। ਗੁਰੂ ਸਾਹਿਬ ਕਹਿੰਦੇ ਜਦੋਂ ਸਾਡਾ ਅੰਦਰ ਸ਼ਬਦ ਔਰ ਨਾਮ ਦੇ ਨਾਲ ਖਿਆਲ ਜੁੜ ਜਾਂਦਾ ਹੈ, ਅਸੀਂ ਜਨਮਾਂ ਜਨਮਾਂ ਦੇ ਸੁੱਤੇ ਹੋਏ ਜਾਗ ਪੈਂਦੇ ਹਾਂ। ਕੀ ਸੁੱਤੇ ਹੋਏ ਹਾਂ? ਮਾਲਕ ਵੱਲੋਂ ਸੁੱਤੇ ਹੋਏ ਹਾਂ, ਦੁਨੀਆ ਵੱਲੋਂ ਜਾਗਣ ਲੱਗੇ ਹੋਏ ਹਾਂ। ਮਾਲਕ ਨੂੰ ਭੁੱਲੇ ਬੈਠੇ ਹਾਂ, ਦੁਨੀਆ ਵਾਸਤੇ ਭਟਕਦੇ ਔਰ ਤੜਫਦੇ ਫਿਰਦੇ ਹਾਂ। ਜਦੋਂ ਅੰਦਰ ਸ਼ਬਦ ਦੀ ਲੱਜ਼ਤ ਆ ਗਈ, ਦੁਨੀਆ ਵੱਲੋਂ ਸੌਂ ਗਏ, ਮਾਲਕ ਵੱਲੋਂ ਜਾਗ ਗਏ, ਕਿਉਂਕਿ ਉਹ ਨਾਮ ਰੂਪੀ ਦੌਲਤ ਮਿਲ ਜਾਂਦੀ ਹੈ ਜਿਸ ਨੂੰ ਪਾ ਕੇ ਅਸੀਂ ਬਾਦਸ਼ਾਹ ਬਣ ਜਾਂਦੇ ਹਾਂ, ਜਿਸ ਦੇ ਆਸਰੇ ਤੇ ਸਾਡਾ ਦੇਹ ਦੀਆਂ ਬੰਧਨਾਂ ਤੋਂ ਹਮੇਸ਼ਾ ਵਾਸਤੇ ਛੁਟਕਾਰਾ ਹੋ ਜਾਂਦਾ ਹੈ। पाग तेरा जगे सोता, नाम और धाम मिल जाई। कहूँ क्या काल जग मारा, जीव सब घेर भर माई। ਹੁਣ स्वामी जी ਸਾਡੀ ਹਾਲਤ ਦੇਖ ਕੇ ਤਰਸ ਖਾਂਦੇ ਹਨ, ਅਫਸੋਸ ਕਰਦੇ ਹਨ। ਅਸੀਂ ਬੜੀ ਬੁਰੀ ਤਰ੍ਹਾਂ ਇਸ ਕਾਲ ਦੇ ਜਾਲ ਵਿੱਚ ਫਸੇ ਹੋਏ ਹਾਂ। ਮਾਲਕ ਦਾ ਕਿਸੇ ਨੂੰ ਪਤਾ ਨਹੀਂ ਹੈ, ਮਾਲਕ ਦੀ ਭਗਤੀ ਤਰਫ ਕਿਸੇ ਦਾ ਖਿਆਲ ਹੀ ਨਹੀਂ ਜਾਂਦਾ। ਇਹਨਾਂ ਵਿਸ਼ਿਆਂ ਵਕਾਰਾਂ ਸ਼ਰਾਬਾਂ ਕਬਾਬਾਂ ਕੌਮਾਂ ਮਜ਼ਮਾਂ ਮੁਲਕਾਂ ਦੇ ਝਗੜਿਆਂ ਤੋਂ ਸਾਨੂੰ ਫੁਰਸਤ ਹੀ ਨਹੀਂ ਮਿਲਦੀ। ਅਸੀਂ ਸੋਚਦੇ ਹਾਂ ਇਹ ਜਗ ਮਿੱਠਾ ਅਗਲਾ ਕਿਨ ਡਿੱਠਾ, ਬਾਬਰ ਬੈਸ਼ਕੋਸ ਕੇ ਆਲਮ ਦੁਬਾਰਾ ਨੇਸਤ। ਸ਼ਾਇਦ ਇਹ ਪਰਮਾਤਮਾ ਨੇ ਪੁੱਤਰਾਂ ਧੀਆਂ ਦੇ ਪਿਆਰ ਵਾਸਤੇ ਬਖਸ਼ਿਆ ਹੈ ਜਾਂ ਸ਼ਰਾਬਾਂ ਕਬਾਬਾਂ ਐਸ਼ੋ ਇਸ਼ਰਤ ਕਰਨ ਵਾਸਤੇ ਬਖਸ਼ਿਆ ਹੈ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਬਾਬਾ ਜਗ ਫਾਤਾ ਮਹਾਜਾਨ
ਦੁਨੀਆ ਤੇ ਬੜੀ ਬੁਰੀ ਤਰ੍ਹਾਂ ਕਾਲ ਦੇ ਜਾਲ ਵਿੱਚ ਫਸੀ ਹੋਈ ਹੈ। ਜੋ ਪਿੱਛੇ ਕਰਮ ਕੀਤੇ ਸੀ ਉਹਨਾਂ ਦਾ ਹੁਣ ਨਤੀਜਾ ਰੋ ਪਿੱਟ ਕੇ ਭੁਗਤਣ ਲੱਗੇ ਹੋਏ ਹਾਂ। ਉਸੇ ਤਰ੍ਹਾਂ ਦਿਨ ਰਾਤ ਭੈੜੇ ਖੋਟੇ ਪਾਪ ਔਰ ਕਰਮ ਕਰੀ ਜਾਂਦੇ ਹਾਂ, ਭੁੱਲੇ ਬੈਠੇ ਹਾਂ। ਫਿਰ ਇਹਨਾਂ ਦਾ ਨਤੀਜਾ ਭੁਗਤਣ ਵਾਸਤੇ ਸਾਨੂੰ ਇੱਥੇ ਆਉਣਾ ਪਵੇਗਾ। ਇਸ ਵਾਸਤੇ ਆਪ ਫਰਮਾਉਂਦੇ ਹਨ, ਇਤਨਾ ਰਚਨਾ ਨਾਲ ਸਾਡਾ ਮੋਹ ਹੈ, ਇਤਨਾ ਰਚਨਾ ਨਾਲ ਸਾਡਾ ਪਿਆਰ ਹੈ ਕਿ ਅਸੀਂ ਮਾਲਕ ਨੂੰ ਵੀ ਭੁੱਲੇ ਬੈਠੇ ਹਾਂ, ਆਪਣੇ ਘਰ ਨੂੰ ਵੀ ਭੁੱਲੇ ਬੈਠੇ ਹਾਂ, ਅਸਲ ਨੂੰ ਵੀ ਭੁੱਲੇ ਬੈਠੇ ਹਾਂ। ਕਾਲ ਨੇ ਸਾਨੂੰ ਇਸੇ ਭਰਮ ਦੇ ਵਿੱਚ ਫਸਾਇਆ ਹੋਇਆ ਹੈ। ਅਸੀਂ ਜੋ ਕੁਝ ਦੁਨੀਆ ਅੰਦਰ ਦੇਖਿਆ ਉਹਨੂੰ ਸੱਚ ਸਮਝੀ ਬੈਠੇ ਹਾਂ। ਇਹਨਾਂ ਨਾਲ ਤਾਂ ਸਾਡਾ ਲੈਣੇ ਦੇਣੇ ਦਾ ਰਿਸ਼ਤਾ ਹੈ, ਸਾਡਾ ਗਰਜ਼ਾਂ ਦਾ ਪਿਆਰ ਹੈ। ਕੋਈ ਇਸਤਰੀ ਬਣ ਕੇ ਆ ਗਈ, ਕੋਈ ਪਤੀ ਬਣ ਕੇ ਆ ਗਿਆ, ਕੋਈ ਬਾਲ ਬੱਚੇ ਬਣ ਕੇ ਆ ਗਏ, ਕੋਈ ਯਾਰ ਦੋਸਤ ਬਣ ਕੇ ਆ ਗਏ। ਜਿਤਨਾ ਜਿਤਨਾ ਕਰਮਾਂ ਦਾ ਸਿਲਸਿਲਾ ਖਤਮ ਹੁੰਦਾ ਹੈ, ਸਭ ਆਪੋ ਆਪਣੇ ਰਸਤਿਆਂ ਤੇ ਪੈ ਜਾਂਦੇ ਹਨ। ਨਾ ਅਜੇ ਤੱਕ ਕਦੇ ਕੋਈ ਕਿਸੇ ਨਾਲ ਗਿਆ ਹੈ, ਨਾ ਕਦੇ ਕੋਈ ਜਾ ਸਕਦਾ ਹੈ। ਲੇਕਿਨ ਅਸੀਂ ਅਸਲ ਸਮਝ ਕੇ ਦਿਨ ਰਾਤ ਇਹਨਾਂ ਨੂੰ ਆਪਣੀ ਬਣਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਾਂ। ਹਜ਼ਾਰਾਂ ਕਿਸਮ ਦੀਆਂ ਠੱਗੀਆਂ ਕਰਦੇ ਹਾਂ, ਬੇਈਮਾਨੀਆਂ ਕਰਦੇ ਹਾਂ ਤਾਂ ਕਿ ਸਾਡੇ ਬਣ ਜਾਣ। ਇਹ ਫਿਰ ਵੀ ਸਾਡੇ ਨਹੀਂ ਬਣਦੇ, ਨਾ ਅਸੀਂ ਅੱਜ ਤੱਕ ਕਦੇ ਕਿਸੇ ਦੇ ਬਣ ਸਕਦੇ ਹਾਂ। ਬਾਲ ਬੱਚੇ ਸਾਡੇ ਜ਼ਰੀਏ ਜਨਮ ਲੈਂਦੇ ਹਨ, ਸਾਡੇ ਬਣ ਕਦੇ ਨਹੀਂ ਸਕਦੇ। ਮਾਤਾ ਪਿਤਾ ਜਨਮ ਦਿੰਦੇ ਹਨ, ਨਾ ਮਾਤਾ ਪਿਤਾ ਸਾਡੇ ਬਣ ਸਕਦੇ ਹਨ, ਨਾ ਅਸੀਂ ਉਹਨਾਂ ਦੇ ਬਣ ਸਕਦੇ ਹਾਂ। ਉਹਨਾਂ ਨੇ ਆਪਣੀ ਪ੍ਰਾਲਬਤ ਭੁਗਤਣੀ ਹੈ, ਅਸੀਂ ਆਪਣੀ ਪ੍ਰਾਲਬਤ ਭੁਗਤਣੀ ਹੈ। ਸਟੇਜ ਤੇ ਆ ਕੇ ਸਾਰੇ ਐਕਟਰ ਆਪੋ ਆਪਣਾ ਪਾਰਟ ਅਦਾ ਕਰਦੇ ਹਨ। ਜਦੋਂ ਸਟੇਜ ਤੋਂ ਉਤਰ ਜਾਂਦੇ ਹਨ, ਕਿਸੇ ਦਾ ਕਿਸੇ ਨਾਲ ਕੋਈ ਰਿਸ਼ਤਾ ਨਹੀਂ ਹੁੰਦਾ। ਇਹ ਦੁਨੀਆ ਵੀ ਇੱਕ ਬੜੀ ਵੱਡੀ ਸਾਰੀ ਸਟੇਜ ਹੈ। ਆਪਣੇ ਕਰਮਾਂ ਦੇ ਬਮੂਜਬ ਆਪੋ ਆਪਣਾ ਪਾਰਟ ਅਦਾ ਕਰ ਰਹੇ ਹਾਂ, ਲੇਕਿਨ ਭੁੱਲੇ ਬੈਠੇ ਹਾਂ ਸਟੇਜ ਤੋਂ ਉਤਰਨਾ ਪਵੇਗਾ। ਜਿਨ੍ਹਾਂ ਵਾਸਤੇ ਹੁਣ ਭਟਕਦੇ ਤੜਫਦੇ ਫਿਰਦੇ ਹਾਂ, ਇਹਨਾਂ ਨੂੰ ਕਿਹਨੇ ਯਾਦ ਰੱਖਣਾ ਹੈ? ਜਦੋਂ ਪਿਛਲੇ ਜਨਮਾਂ ਦੇ ਮਾਤਾ ਪਿਤਾ ਭੈਣ ਭਾਈ ਯਾਰ ਦੋਸਤ ਸਾਨੂੰ ਯਾਦ ਨਹੀਂ ਹੈ, ਜਿਨ੍ਹਾਂ ਵਾਸਤੇ ਅੱਜ ਇਹਨਾਂ ਭਟਕਦੇ ਤੜਫਦੇ ਫਿਰਦੇ ਹੈ, ਇਹਨਾਂ ਨੂੰ ਕੌਣ ਯਾਦ ਰੱਖਣ ਲੱਗਾ ਹੈ? ਕਈ ਸਾਨੂੰ ਛੱਡ ਕੇ ਜਾ ਚੁੱਕੇ ਹਨ, ਕਈਆਂ ਨੂੰ ਆਪਾਂ ਛੱਡ ਕੇ ਜਾਣ ਦੀ ਤਿਆਰੀ ਕਰੀ ਬੈਠੇ ਹਾਂ। ਇਸ ਵਾਸਤੇ ਮਹਾਤਮਾ ਗਫਲਤ ਦੀ ਨੀਂਦ ਤੋਂ ਬੇਦਾਰ ਕਰਦੇ ਹਨ ਕਿ ਤੁਸੀਂ ਕਿੰਨਾ ਵਾਸਤੇ ਭਟਕਦੇ ਫਿਰਦੇ ਹੋ, ਕਿੰਨਾ ਵਾਸਤੇ ਤੜਫਦੇ ਫਿਰਦੇ ਹੋ। ਤੁਹਾਨੂੰ ਪਰਮਾਤਮਾ ਨੇ ਇਨਸਾਨ ਦਾ ਜਾਮਾ ਕਿਸ ਵਾਸਤੇ ਬਖਸ਼ਿਆ ਹੈ? ਤੁਸੀਂ ਇਸ ਰਚਨਾ ਨੂੰ ਕਿਉਂ ਅਸਲ ਸਮਝ ਕੇ ਇਸ ਦੇ ਮਗਰ ਭਟਕਦੇ ਤੜਫਦੇ ਫਿਰਦੇ ਹੋ? ਬੜੇ ਬੜੇ ਰਾਜੇ ਮਹਾਰਾਜੇ ਸੇਠ ਸ਼ਾਹੂਕਾਰ ਇਸ ਦੁਨੀਆ ਨੂੰ ਆਪਣਾ ਬਣਾਉਂਦੇ ਚਲੇ ਗਏ ਨੇ, ਉਹਨਾਂ ਦਾ ਸਾਥ ਨਹੀਂ ਦਿੱਤਾ। ਇਹ ਤੁਹਾਡਾ ਕਦੋਂ ਸਾਥ ਦੇਣ ਲੱਗੀ ਹੈ? ਕਉ ਕਿਆ ਕਾਲ ਜਗ ਮਾਰਾ, ਜੀਵ ਸਭ ਘਿਰ ਭਰ ਮਾਈ, नहीं कोई मौत से डरता, खौफ जम का नहीं लाई। ਆਪ ਫਰਮਾਉਂਦੇ ਹਨ, ਅਸੀਂ ਇਤਨਾ ਇੰਦਰੀਆਂ ਦੇ ਭੋਗਾਂ ਵਿਸ਼ਿਆਂ ਵਕਾਰਾਂ ਸ਼ਰਾਬਾਂ ਵਿੱਚ ਪਾਪਾਂ ਵਿੱਚ ਫਸੇ ਰਹਿੰਦੇ ਹਾਂ, ਹੋਰ ਤਾਂ ਹੋਰ ਆਪਣੀ ਮੌਤ ਨੂੰ ਵੀ ਭੁੱਲੇ ਬੈਠੇ ਹਾਂ। ਰੋਜ਼ ਦੇਖ ਰਹੇ ਹਾਂ ਸਾਡੇ ਸਾਥੀ ਸਾਡਾ ਸਾਥ ਛੱਡੀ ਜਾ ਰਹੇ ਹਨ। ਇੱਕ ਇੱਕ ਦੇ ਸਾਥ ਹੋ ਕੇ ਖੁਦ ਉਹਨੂੰ ਸ਼ਮਸ਼ਾਨ ਭੂਮੀ ਤੇ ਛੱਡ ਕੇ ਆਉਂਦੇ ਹਾਂ। ਅੱਖਾਂ ਨਾਲ ਦੇਖਦੇ ਹਾਂ ਕਿ ਜਿਨ੍ਹਾਂ ਨੂੰ ਆਪਣਾ ਆਪਣਾ ਕਹਿ ਕੇ ਇਤਨਾ ਫਖਰ ਮਹਿਸੂਸ ਕਰਿਆ ਕਰਦਾ ਸੀ, ਉਹਨਾਂ ਚੋਂ ਕਿਸੇ ਚੀਜ਼ ਨੇ ਉਹਦਾ ਸਾਥ ਨਹੀਂ ਦਿੱਤਾ। ਸਵਾਏ ਕਿ ਅਸੀਂ ਇੱਕ ਦੂਸਰੇ ਦੇ ਵਿਛੜਨ ਤੋਂ ਬਾਅਦ ਰੋ ਪੈਂਦੇ ਹਾਂ, ਹੋਰ ਤਾਂ ਅਸੀਂ ਕਿਸੇ ਦੀ ਕੋਈ ਸਹਾਇਤਾ ਔਰ ਮਦਦ ਨਹੀਂ ਕਰ ਸਕਦੇ। ਇਸ ਵਾਸਤੇ ਆਪ ਪਿਆਰ ਦੇ ਨਾਲ ਸਮਝਾਉਂਦੇ ਹਨ, ਕਦੇ ਅਸੀਂ ਉਸ ਵਕਤ ਨੂੰ ਅੱਖਾਂ ਅੱਗੇ ਰੱਖਿਆ ਹੈ ਕੌਣ ਸਾਡੀ ਸਹਾਇਤਾ ਕਰੇਗਾ, ਕੌਣ ਸਾਡੀ ਮਦਦ ਕਰੇਗਾ? ਸੋਚਣਾ ਤਾਂ ਅਸੀਂ ਕੀ ਹੈ, ਸਾਰਾ ਦਿਨ ਦੇਹ ਦੇ ਈਗੋ ਵਿੱਚ ਹੀ ਫਸੇ ਰਹਿੰਦੇ ਹਾਂ, ਦੇਹ ਦੇ ਹੰਕਾਰ ਵਿੱਚ ਹੀ ਫਸੇ ਰਹਿੰਦੇ ਹਾਂ। ਇਹ ਵੀ ਕਦੇ ਕਿਸੇ ਨੇ ਵਿਚਾਰ ਨਹੀਂ ਕੀਤੀ ਅਸੀਂ ਸਰੀਰ ਵਿੱਚ ਬੈਠ ਕੇ ਹੰਕਾਰ ਕਿਸ ਚੀਜ਼ ਦਾ ਕਰਦੇ ਹਾਂ, ਗਰੂਰ ਕਿਸ ਚੀਜ਼ ਦਾ ਕਰਦੇ ਹਾਂ? ਜਵਾਨੀ ਦਾ ਕਰਦੇ ਹਾਂ, ਕਦੇ ਬੁਢਾਪਾ ਨਹੀਂ ਕਿਸੇ ਦਾ ਦੇਖਿਆ। ਸੜਕਾਂ ਤੇ ਕਿਸੇ ਬੁੜੇ ਆਦਮੀ ਦੀ ਸ਼ਕਲ ਦੇਖੋ, ਵਿਚਾਰੇ ਨੂੰ ਅੱਖਾਂ ਤੋਂ ਨਜ਼ਰ ਨਹੀਂ ਆਉਂਦਾ, ਸਿਰ ਕੰਬੀ ਜਾਂਦਾ ਹੈ, ਗੋਡੇ ਉਹਦੇ ਪਹਾੜ ਨਹੀਂ ਸਹਾਰਦੇ, ਅੱਖਾਂ ਦੀ ਜੋਤ ਕਮ ਹੋ ਚੁੱਕੀ ਹੈ। ਕਿ ਅਸੀਂ ਕਦੇ ਉਸ ਉਮਰ ਦੇ ਵਿੱਚ ਨਹੀਂ ਪਹੁੰਚਣਾ? ਜਾਂ ਸਾਨੂੰ ਕੋਈ ਸੁੰਦਰਤਾ ਦਾ ਖੂਬਸੂਰਤੀ ਦਾ ਇਤਨਾ ਮਾਣ ਹੈ? ਕਦੇ ਬਿਮਾਰਾਂ ਦੀਆਂ ਸ਼ਕਲਾਂ ਜਾ ਕੇ ਆਪਾਂ ਹਸਪੀਟਲ
ਨੂੰ ਨਹੀਂ ਦੇਖਿਆ, ਜਾਂ ਸਾਨੂੰ ਕੋਈ ਰੁਪਏ ਪੈਸੇ ਦਾ ਹੰਕਾਰ ਹੈ। ਬੜੀਆਂ ਬੜੀਆਂ ਸੇਠਾਂ, ਸ਼ਾਹੂਕਾਰਾਂ, ਰਾਜਿਆਂ, ਮਹਾਰਾਜਿਆਂ ਨੂੰ ਤੁਸੀਂ ਕੰਗਾਲਾਂ ਵਾਂਗੂ ਸੜਕਾਂ ਤੇ ਦੁਲਦੇ ਦੇਖਿਆ ਹੈ, ਜਾਂ ਸਾਨੂੰ ਕੋਈ ਹਕੂਮਤ ਦਾ ਨਸ਼ਾ ਹੈ, ਰਾਤੋਂ ਰਾਤ ਕੂਫ ਹੋ ਜਾਂਦੇ ਹਨ, ਪਾਰਟੀਆਂ ਦੇ ਚੁੱਕ ਕੇ ਫਾਂਸੀਆਂ ਦੇ ਤਖਤਿਆਂ ਤੇ ਚਾੜ ਦਿੰਦੇ ਹਨ, ਚੁੱਕ ਕੇ ਜੇਲ੍ਹਾਂ ਵਿੱਚ ਬੰਦ ਕਰ ਦਿੰਦੇ ਹਨ। ਅਸੀਂ ਦੇਹ ਵਿੱਚ ਬੈਠ ਕੇ ਹੰਕਾਰ ਕਿਸ ਚੀਜ਼ ਦਾ ਕਰਦੇ ਹਾਂ, ਗਰੂਰ ਕਿਸ ਚੀਜ਼ ਦਾ ਕਰਦੇ ਹਾਂ। स्वामी जी कहते मन रे क्यों गुमान अब करना, तन तो तेरा खाक मिलेगा 84 जा पढ़ना। किहड़ी चीज दा हंकार करदे हो? जिस्म दा, इन्हें तां अग्नि दे सपुर्द हो जाना है, मिट्टी दे सपुर्द हो जाना है। तुहानू धर्मराज कोल पेश कीता जावेगा, तुहाडियां कर्मां दे बमूजब, तुहाडियां ख्वाहिशां तिश्नां दे जिथे वो मुनासिब समझेगा उत्थे जाके जन्म लेना पवेगा। पता नहीं किन्हां नू माता पिता कहना पवेगा, किन्हां गंदियां नालियां दे अंदर जाके किन्हां दोस्तां यारां नाल तुहानू खेलना पवेगा। एक मौत खत्म नहीं होंदी, दूआ जन्म पहला तैयार होंदा है। शरीर विच पिछों वड़दे हाँ, फिर मौत अखां अगे आके खड़ी हो जाती है। 10 नंबरियां वांगू हथकड़ी ही लगी रहिंदी है। जिन्हों पुलिस वाले तलब भी करते रहन, थाने वाले तलब भी करते रहन, वो हंकार किस चीज का करता है, गरूर किस चीज का करता है। हिस्ट्री पढ़ के देखो, बड़े बड़े राजा, बड़े बड़े फाथा, बड़े बड़े डिक्टेटर से शाहूकार, जिन्हां दे मूँह चों लफ्ज निकलिया कानून बन जाता सी, अज उन्हां दी हस्ती कित्थे है। उन्हां दियां कबरां नूं आपां ठोकरां मार मार के गुजरदे हां। उन्हां दियां हड्डियां साडे पैरां हेठां के खराब हो रहीआं हन। उन्हां दी मिट्टी साडी अखां नूं अंधा करन लगी होई है। असीं भुल्ले बैठे हां, साडियां भी कबरां नूं लोकां ने इसे तरह ठोकरां मारनियां हन। साडियां भी हड्डियां किसे दे पैरां हेठां के खराब होणीआं हन। असीं भी मिट्टी वसमा के लोकां दी अखां अंधियां करनियां हन। असीं कहंदे मौत तां शायद लोकां दे वास्ते है, साडे वास्ते ऐशो इशरत है, साडे वास्ते शराबां कबाबां दियां लस्तां हन। इसे वास्ते कबीर साहब ने कहा सी, माटी कहे कुम्हार को क्या रूंदे तू मोह, एक दिन ऐसा होएगा मैं रूंदूंगी तो। कमियार मिट्टी दे गुन गुन के बर्तन बनाउंदा है, लेकिन मिट्टी कहती कदी उस वक्त नूं भी अखां अगे रख के देख जिदन मैं तेनू अपने अंदर इसे तरह रोंद लेना है। फिर कबीर साहब कहते, लकड़ी कहे लोहार को क्या जा रे तू मोह, एक दिन ऐसा आएगा मैं जारूंगी तो। लोहार लकड़ी दे जाल जाल के कोले बनाउंदा है। लकड़ी कहती उस वक्त नूं भी अखां अगे रख ला जिदन मैं तेनू नाल लैके तेरे भी इसे तरह कोले बना देने हैं। असीं समझदे हां मौत तां लोकां वास्ते है, साडे वास्ते ऐशो इशरत है। इस वास्ते स्वामी जी कहते असीं तां इतने बेखौफ हो चुके हैं, इतने डर हो चुके हैं, असीं अपनी मौत नूं भी भुल्ले बैठे हैं। नहीं कोई मौत से डरता, खौफ जम का नहीं लाई, पड़े सब मोह की फांसी, लोभ ने मार धर खाई। ਹੁਣ ਡਿਟੇਲ ਵਿੱਚ ਖੋਲ ਕੇ ਸਮਝਾਉਂਦੇ ਹਨ, ਇਹ ਜਿਹੜਾ ਪਰਮਾਤਮਾ ਨੂੰ ਭੁੱਲ ਕੇ ਪੁੱਤਰਾਂ ਧੀਆਂ ਨਾਲ ਪਿਆਰ ਹੈ, ਜਾਇਦਾਦਾਂ ਨਾਲ ਪਿਆਰ ਹੈ, ਕੌਮਾਂ ਮਜ਼ਹਬਾਂ ਮੁਲਕਾਂ ਨਾਲ ਪਿਆਰ ਹੈ, ਧਨ ਦੌਲਤ ਨਾਲ ਪਿਆਰ ਹੈ, ਅਸਲ ਦੇ ਅੰਦਰ ਅਸੀਂ ਆਪਣੇ ਹੱਥੀ ਆਪਣੇ ਗਲ ਵਿੱਚ ਫੰਦਾ ਪਾਇਆ ਹੋਇਆ ਹੈ। ਜਦੋਂ ਕੁੱਟਿਆ ਜਾਂਦਾ ਹੈ ਫਿਰ ਰੋਂਦੇ ਹਾਂ, ਚੀਖਾਂ ਮਾਰਦੇ ਹਾਂ, ਪੁਕਾਰ ਕਰਦੇ ਹਾਂ, ਕੌਣ ਸਾਡੀ ਦਰਦ ਤੋਂ ਪੁਕਾਰ ਸੁਣਦਾ ਹੈ। ਜਿਹਨੂੰ ਅਸੀਂ ਆਪਣਾ ਸਮਝਦੇ ਹਾਂ ਉਹ ਸਾਡੇ ਵਾਸਤੇ ਦੁੱਖ ਦਾ ਕਾਰਨ ਬਣ ਕੇ ਬੈਠ ਜਾਂਦਾ ਹੈ। बीवी दे सिर दो दर्द हो जावे सानू सारी रात नींद नहीं आउंदी, गुआंढियां दे कितने जनाजे निकल जान साडे मन ते सफेदी जिन्ना असर नहीं हुंदा। अपना बच्चा बीमार हो जावे असीं सारी रात तड़फदे रहिंदे हां। लोकां दे भुचाल आके कितनी दुनिया हेठां आके दब के मर जावे साडे मन ते कोई सफेदी जिन्ना असर नहीं है, क्योंकि मन ने उसनू अपना समझिया होया है, बाकियां नू बगाना समझिया होया है। जिन्हों अपना समझदे हां ओह साडे वास्ते दुख दा कारण है। साडा तो कुछ भी नहीं आए थे, सब कुछ ही मालिक दा है। तेरा तुझको सौंप दे क्या लौके मोरा, ये तो सब कुछ मालिक दा है। मालिक दे देवे हरी इच्छा, मालिक ले लेवे ओरी मर्जी, असी किस गल दा गिला कर सकते हाँ। और फिर लोभ रूपी कुत्ता साडे अंदर भौंकदा ही रहिंदा है।
कुछ परमात्मा सानू दे देवे। साडे मन अंदर कदे सबर नहीं आउंदा, मन अंदर कदे संतोख नहीं आउंदा। जदों भी भुल्ले भटके मालक अगे अरदास करांगे, हथ जोड़ांगे दुनिया दीयां खाशां पूरियां करन वास्ते, दुनिया दीयां तृष्णा पूरियां करन वास्ते, कदे मालक दा शुक्र नहीं कीता। शुक्र है परमात्मा, इन्ने सोहणे मकान विच तू सानू रहण नूं जगह दित्ती है। लोग तां बाहर सड़कां ते रुलण लगे होए हन। शुक्र है तेरा इतना अच्छा जीवन साथी दिता है। लोगों के साथी तो बीमारी नाल सारे फसे हुए हैं। शुक्र है इतना खाण पीण नूं दिता है। लोग तो अद्धी दुनिया भुखी रात नूं सौंदी है। सानू शुक्र करना चाहिए है जो कुछ मालिक ने दिता है। असी फिर भी दिन रात मंगण लगे हुए हैं। इसे वास्ते गुरु साहब ने कहा सी, बिन बोले सब कुछ जानदा, किस आगे कीजिए अरदास। किरे अगे लमिया लमिया अरदासा करते हो, मालिक नूं पता नहीं थानू किस चीज की जरूरत है। जो थोड़ियां जरूरतां पूरियां कर सकता है, वो जांच भी सकता है थानू जरूरत किस चीज की है। तुसी अपने आप नूं ओहदे सुपुर्द कर दिओ, ओहदे हवाले कर दिओ, जो ठीक समझेगा थानू दे देवेगा। प्यारे पुत्र नूं बाप दे कोलों मंगण दी लोड़ नहीं पैंदी। बाप नूं खुद ज्यादा फिक्र हुंदा है प्यारे पुत्र दा, बगैर मंगे ही मैं सब कुछ इनू दे देवां। इस वास्ते गुरु साहब कहंदे मालिक दे प्यारे पुत्र बनना चाहिए है। एवें सारा दिन अरदासां करन दा कोई फायदा नहीं, मालिक दा कदे शुक्र भी करना चाहिए है। पड़े सब मोह की फांसी, लोभ ने मार धर खाई, चेत कहो होए अब कैसे, गुरु के संग नहीं धाई, काम और क्रोध बिच बिच में, जीव से पहाड़ चौंकवाई। हुण स्वामी जी काम क्रोध की तरफ आउंदे हन। इतनियां दो जबरदस्त ताकतां हन जिन्हां दे अधीन होके असीं इतने भैड़े खोटे पाप और कर्म कर बैठते हैं, जिन्हां दा नतीजा भुगतण वास्ते सानू जन्मां जन्मां दे गेड़ विच जाना पैंदा है। काम दे अधीन होके ख्याल नीचे गिरदा है, क्रोध विच आके ख्याल फैलदा है। जितना चिर ख्याल अखां पिछे इकट्ठा नहीं हुंदा, असीं अंदरों कदे रूहानी सफर तय नहीं कर सकते। काम दे अधीन होकर देखो कितनी औलाद पैदा हो जाती है, कमा हुंदा नहीं, बच्चे तोड़ तोड़ के खाते हैं, खुद भी दुखी रहते हैं, उन्होंने भी दुखी रखते हैं। क्रोध विच आके एक दूसरे की जान तक लैण वास्ते जाते हैं। जदों जेलों में आके धक्के खाने पैंदे हैं, फांसियां ते तख्तियां ते चढ़ना पैंदा है, फिर रोंदे हैं, चीखा मारते हैं, पुकार करते हैं, कौन साडी पुकार सुनता है? ये क्रोध ही तो है जिस दे अधीन अज भरा भरा दा दुश्मन है, कौम कौम दी दुश्मन है, मजहब मजहब दा दुश्मन है, मुल्क मुल्क दा दुश्मन है। देख लो किस तरह सानू हर एक नूं उंगलियां ते टपाउण लगा होया है। कितने मुल्क इतनी जबरदस्त वार दी तैयारियां कर रहे हैं, फाइटर बन रहे हैं, बम बन रहे हैं, टैंक बन रहे हैं। ये कोई प्यार दी निशानियां हैं, ये सारियां क्रोध दी ही निशानियां हैं। इस वास्ते स्वामी जी महाराज प्यार नाल समझाउंदे हैं कि थानू काम चो भी ख्याल करना चाहिए है, क्रोध चो भी ख्याल करना चाहिए है। काम और क्रोध बिच बिच में, जीव से पहाड़ चौंकवाई, गुरु बिन कोई नहीं अपना, जाल ये कौन तुड़वाई। फरमाउंदे हन सारी दुनिया में नजर मार के देखो इत्थे अपना कौन है।
ਆਪਣਾ ਤਾਂ ਉਹ ਹੀ ਹੈ ਜਿਹੜਾ ਹੁਣ ਵੀ ਆਪਣਾ ਹੋਵੇ, ਮੌਤ ਤੋਂ ਬਾਅਦ ਵੀ ਸਾਡਾ ਆਪਣਾ ਹੋਵੇ। ਜਿਨ੍ਹਾਂ ਨੂੰ ਅਸੀਂ ਆਪਣਾ ਸਮਝਦੇ ਹਾਂ ਤੇ ਜੀਂਦੇ ਜੀ ਸਾਨੂੰ ਅੱਖਾਂ ਦਿਖਾ ਦਿੰਦੇ ਹਨ, ਜੀਂਦੇ ਜੀ ਹੀ ਛੱਡ ਕੇ ਤਿਆਰ ਹੋ ਜਾਂਦੇ ਹਨ। ਮੌਤ ਤੋਂ ਬਾਅਦ ਇਹਨਾਂ ਨੇ ਸਾਡੀ ਕੀ ਸਹਾਇਤਾ ਔਰ ਮਦਦ ਕਰਨੀ ਹੈ? ਸਾਡਾ ਸਿਰਫ ਇੱਕੋ ਪਰਮਾਤਮਾ ਹੈ, ਪਰਮੇਸ਼ਰ ਹੈ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਕੂੜ ਕੂੜੇ ਨਿਉ ਲੱਗਾ ਵਿਸਰਿਆ ਕਰਤਾਰ, ਕਿਸ ਨਾਲ ਕੀਜੇ ਦੋਸਤੀ ਸਭ ਜਗ ਚੱਲਣ ਹਾਰ। ਗੁਰੂ ਸਾਹਿਬ ਕਹਿੰਦੇ ਸਰੀਰ ਵੀ ਕੂੜ ਹੈ, ਇਹਨੇ ਨਾਸ਼ ਹੋ ਜਾਣਾ ਹੈ, ਫਨਾ ਹੋ ਜਾਣਾ ਹੈ, ਅਗਨੀ ਦੇ ਸਪੁਰਦ ਹੋ ਜਾਵੇਗਾ, ਮਿੱਟੀ ਦੇ ਸਪੁਰਦ ਹੋ ਕੇ ਹੋ ਜਾਵੇਗਾ। ਇਹਦੇ ਅੰਦਰ ਬੈਠ ਕੇ ਜਿਸ ਦੁਨੀਆ ਦੇ ਮੋਹ ਔਰ ਪਿਆਰ ਵਿੱਚ ਫਸੇ ਹੋਏ ਹੋ, ਉਹ ਵੀ ਕੂੜ ਹੈ, ਉਹਨੇ ਵੀ ਨਾਸ਼ ਔਰ ਫਨਾ ਹੋ ਜਾਣਾ ਹੈ। ਇਹ ਕੂੜ ਹਮੇਸ਼ਾ ਕੂੜ ਦੇ ਹੀ ਮੋਹ ਔਰ ਪਿਆਰ ਵਿੱਚ ਫਸਿਆ ਰਹਿੰਦਾ ਹੈ, ਉਸ ਪਰਮਾਤਮਾ ਨੂੰ ਭੁੱਲਿਆ ਬੈਠਾ ਹੈ। ਕਹਿੰਦੇ ਸਾਰੀ ਦੁਨੀਆ ਨੂੰ ਖੋਜ ਕੇ ਦੇਖ ਲਓ, ਕੋਈ ਚੀਜ਼ ਤੁਹਾਡੀ ਦੋਸਤੀ, ਮੁਹੱਬਤ, ਭਗਤੀ, ਪਿਆਰ ਦੇ ਕਾਬਲ ਨਹੀਂ ਹੈ ਸਿਵਾਏ ਇੱਕ ਪਰਮਾਤਮਾ ਤੋਂ। ਜਿਹੜਾ ਆਪਣਾ ਹੈ ਔਰ ਆਪਣਾ ਬਣ ਸਕਦਾ ਹੈ, ਉਹਨੂੰ ਅਸੀਂ ਆਪਣਾ ਨਾ ਸਮਝਦੇ ਹਾਂ, ਨਾ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਜਿਹੜੇ ਸਾਡੇ ਆਪਣੇ ਹੈ ਨਹੀਂ, ਆਪਣੇ ਬਣ ਨਹੀਂ ਸਕਦੇ, ਉਹਨਾਂ ਵਾਸਤੇ ਭਟਕਦੇ ਫਿਰਦੇ ਹਾਂ, ਤੜਫਦੇ ਫਿਰਦੇ ਹਾਂ, ਉਹਨਾਂ ਨੂੰ ਆਪਣੀ ਬਣਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਾਂ। ਇਸ ਵਾਸਤੇ ਆਪ ਫਰਮਾਉਂਦੇ ਹਨ, ਆਪਣਾ ਇੱਕੋ ਪਰਮਾਤਮਾ ਹੈ ਜਾਂ ਮਾਲਿਕ ਦੇ ਭਗਤ ਔਰ ਪਿਆਰੇ ਹਨ, ਕਿਉਂਕਿ ਉਹ ਸਾਡੇ ਅੰਦਰ ਮਾਲਿਕ ਦੇ ਮਿਲਣ ਦਾ ਸ਼ੌਕ ਪੈਦਾ ਕਰਦੇ ਹਨ, ਪਿਆਰ ਪੈਦਾ ਕਰਦੇ ਹਨ ਔਰ ਸਾਨੂੰ ਆਪਣੇ ਨਾਲ ਮਿਲਾਉਂਦੇ ਹਨ, ਆਪਣੇ ਦੇ ਨਾਲ ਮਿਲਣ ਦਾ ਤਰੀਕਾ ਔਰ ਸਾਧਨ ਸਮਝਾਉਂਦੇ ਹਨ। ਗੁਰੂ ਬਿਨ ਕੋਈ ਨਹੀਂ ਆਪਣਾ, ਜਾਲ ਇਹ ਕੌਣ ਤੁੜਵਾਈ, ਕੁਟੁੰਬ परिवार मतलब का, बिना धन पास नहीं आई। ਮਹਾਤਮਾ ਸਮਝਾਉਣ ਲੱਗੇ ਕਿਸੇ ਦਾ ਲਿਹਾਜ਼ ਨਹੀਂ ਕਰਦੇ। ਸਵਾਮੀ ਜੀ ਕਹਿੰਦੇ ਜਿਨ੍ਹਾਂ ਨੂੰ ਤੁਸੀਂ ਆਪਣਾ ਕਹਿੰਦੇ ਹੋ, ਪੁੱਤਰ, ਧੀਆਂ, ਰਿਸ਼ਤੇਦਾਰ, ਯਾਰ ਦੋਸਤ, ਬੀਬੀ, ਬਾਲ ਬੱਚੇ ਵਗੈਰਾ, ਇਹ ਤਾਂ ਸਭ ਗਰਜ਼ ਦੇ ਸਾਰੇ ਬੰਦੇ ਹਨ, ਗਰਜ਼ ਦੇ ਰਿਸ਼ਤੇ ਹਨ। ਅਗਰ ਤੁਹਾਡੇ ਕੋਲ ਪੈਸਾ ਹੈ, ਸਭ ਅੰਗਲੀਆਂ ਸੰਗਲੀਆਂ ਕੱਢ ਕੇ ਰਿਸ਼ਤੇਦਾਰੀਆਂ ਕਾਇਮ ਕਰ ਲੈਣਗੇ, ਯਾਰੀਆਂ ਦੋਸਤੀਆਂ ਕਾਇਮ ਕਰ ਲੈਣਗੇ। ਅੱਜ ਤੁਹਾਡੀ ਜੇਬ ਖਾਲੀ ਹੋ ਜਾਏ, ਬੱਚਾ ਬਾਪ ਨੂੰ ਬਾਪ ਕਹਿਣ ਨੂੰ ਤਿਆਰ ਨਹੀਂ ਹੁੰਦਾ। ਤੁਸੀਂ ਰੋਜ਼ ਕਚਹਿਰੀਆਂ ਵਿੱਚ ਮੁਕੱਦਮਿਆਂ ਦੇ ਹਾਲਾਤ ਪੜ੍ਹਦੇ ਹੋ। ਅਗਰ ਕਿਸੇ ਬਾਪ ਨੇ ਤਕਸੀਮ ਕਰਨ ਲੱਗੇ ਕਿਸੇ ਲੜਕੇ ਨੂੰ 1000 ਰੁਪਇਆ ਘੱਟ ਦੇ ਦਿੱਤਾ ਹੈ, ਇੱਕ ਵਿਗਾ ਜ਼ਮੀਨ ਘੱਟ ਦੇ ਦਿੱਤੀ ਹੈ, ਉਹਦੀ ਜਾਨ ਦਾ ਦੁਸ਼ਮਣ ਉਹਨੂੰ ਕਚਹਿਰੀ ਵਿੱਚ ਖੜਾ ਕਰ ਦਿੰਦਾ ਹੈ। ਇਹ ਆਪਣਾ ਇੱਥੇ ਕੀ ਹੈ? ਤੇ ਜਾਇਦਾਦਾਂ ਦੇ ਰਿਸ਼ਤੇਦਾਰ ਹਨ, ਇਹ ਤਾਂ ਰੁਪਏ ਪੈਸੇ ਦੇ ਭਾਈਵਾਲ ਹਨ। ਇਸ ਵਾਸਤੇ ਉਹ ਸਾਹ ਪਿੱਛੋਂ ਨਿਕਲਦਾ ਹੈ, ਵੰਡਣ ਵਾਲੇ ਪਹਿਲਾਂ ਹੀ ਰੌਲਾ ਪਾਉਣ ਲੱਗੇ ਹੋਏ ਹਨ। ਇਸ ਵਾਸਤੇ ਸਵਾਮੀ ਜੀ ਮਹਾਰਾਜ ਖਬਰਦਾਰ ਕਰਦੇ ਹਨ, ਜਿਨ੍ਹਾਂ ਨੂੰ ਤੁਸੀਂ ਆਪਣਾ ਆਪਣਾ ਕਹਿੰਦੇ ਹੋ, ਇਹਨਾਂ ਚੋਂ ਕੋਈ ਤੁਹਾਡਾ ਆਪਣਾ ਨਹੀਂ ਹੈ। ਤੁਸੀਂ ਆਪਣੇ ਸੁੱਖ ਦੀ ਖਾਤਰ ਇਹਨਾਂ ਦੀ ਪਰਵਰਿਸ਼ ਕਰਦੇ ਹੋ, ਉਹ ਆਪਣੀ ਗਰਜ਼ਾਂ ਦੀ ਖਾਤਰ ਤੁਹਾਨੂੰ ਚਿੰਬੜੇ ਹੋਏ ਹਨ। ਤੁਸੀਂ ਬੀਵੀ ਨੂੰ ਨਾ ਤਾਂ 4 ਪੈਸੇ ਦੇ ਕੇ ਦੇਖੋ ਕਿਤਨਾ ਤੁਹਾਡਾ ਆਪਣਾ ਰਹਿੰਦੀ ਹੈ। ਤੁਸੀਂ ਕਿਸੇ ਯਾਰ ਦੋਸਤ ਨੂੰ ਨਾ ਕਿਸੇ ਮੁਸੀਬਤ ਵੇਲੇ ਮਦਦ ਕਰੋ, ਕਿਤਨਾ ਤੁਹਾਡਾ ਆਪਣਾ ਹੋਵੇਗਾ। ਸੋ ਇਹ ਗਰਜ਼ਾਂ ਦੇ, ਰੁਪਇਆ ਪੈਸਾ ਦੇ ਰਿਸ਼ਤੇ ਹਨ, ਇਹ ਕੋਈ ਪਿਆਰ ਦੇ ਰਿਸ਼ਤੇ ਨਹੀਂ ਹਨ। ਇਸ ਵਾਸਤੇ ਕਹਿੰਦੇ ਆਪਣਾ ਤਾਂ ਸਿਰਫ ਇੱਕੋ ਪਰਮਾਤਮਾ ਹੀ ਹੈ, ਜਿਹਨੂੰ ਸਾਨੂੰ ਬਣਾਉਣਾ ਚਾਹੀਦਾ ਹੈ। ਕੁਟੁੰਬ ਪਰਿਵਾਰ ਮਤਲਬ ਕਾ, ਬਿਨਾ ਧਨ ਪਾਸ ਨਹੀਂ ਆਈ, कहाँ लगे कहूँ इस मन को, उन्हीं से मास नुचवाई। स्वामी जी कहते सब दुनिया के जीव असी इंटलैक्चुअली सब कुछ जो कुछ महात्मा कहते समझते हाँ कि वाकई इन्हां चों सानू दुख ही मिलना है, इन्हां चों कदे किसी नूं सुख नहीं मिलिया, इन्हां चों कोई अपना नहीं है, परमात्मा ही सिर्फ साडा है। फिर किहड़ा आपां इन्हां दा मोह छड़ दिंदे हाँ, फिर किहड़ा आपां इन्हां दा प्यार छड़ दिंदे हाँ। फिर भी साडा मन बार बार इन्हां विच ही जांदा है, इन्हां विच जाके दुखी भी हुंदे हाँ, रोंदे भी हाँ, पिटदे भी हाँ, फिर भी साडा मन इन्हां चों नहीं निकलदा।
ਹਜ਼ੂਰ ਫਰਮਾਇਆ ਕਰਦੇ ਸਨ, ਭੇਡਾਂ ਦੇ ਵਾੜੇ ਨੂੰ ਅੱਗ ਲੱਗ ਜਾਂਦੀ ਹੈ। ਲੋਕ ਤਰਸ ਖਾ ਕੇ ਭੇਡਾਂ ਨੂੰ ਅਗਨੀ ਚੋਂ ਬਾਹਰ ਕੱਢਦੇ ਹਨ। ਉਹ ਇੱਕ ਦੂਸਰੇ ਦਾ ਸਾਥ ਨਹੀਂ ਛੱਡਦੀਆਂ, ਜਲ ਕੇ ਨਾਲ ਰਾਖ ਸੁਆਹ ਹੋ ਜਾਂਦੀਆਂ ਹਨ। ਸੰਤ ਮਹਾਤਮਾ ਦੁਨੀਆ ਵਿੱਚ ਆ ਕੇ ਸਾਨੂੰ ਅਸਲੀਅਤ ਸਮਝਾਉਂਦੇ ਹਨ ਕਿ ਤੁਹਾਡਾ ਅਸਲ ਉਹ ਪਰਮਾਤਮਾ ਹੈ। ਇਹਨਾਂ ਨਾਲ ਸਿਰਫ ਤੁਹਾਡਾ ਲੈਣੇ ਦੇਣੇ ਦਾ ਗਰਜ਼ਾਂ ਦਾ ਪਿਆਰ ਹੈ। ਤੁਸੀਂ ਇਹਨਾਂ ਚੋਂ ਮੋਹ ਕੱਢ ਕੇ ਮਾਲਕ ਦੀ ਭਗਤੀ ਕਰੋ, ਮਾਲਕ ਨਾਲ ਪਿਆਰ ਪਾਵੋ। ਕੀ ਨਤੀਜਾ ਹੈ ਤੁਸੀਂ ਦੇਖ ਲਓ। ਸਰਮਦ ਦਾ ਸਿਰ ਲੈ ਲਿਆ, ਮਨਸੂਰ ਨੂੰ ਸੋੜੀ ਚਾੜ ਦਿੱਤੀ, ਕਰਾਈਸ ਨੂੰ ਫਾਂਸੀ ਦੇ ਉੱਤੇ ਚਾੜ ਦਿੱਤਾ, ਕਿਸੇ ਦੀ ਖੱਲ ਲਾ ਲਈ, ਜਿੰਦੇ ਦੀ ਖੱਲ ਲਾ ਲਈ, ਪਲਟੂ ਸਾਹਿਬ ਦੀ ਚੌਂਪੜੀ ਫੂਕ ਦਿੱਤੀ। ਮਹਾਤਮਾ ਦਾ ਕਸੂਰ ਕੀ ਸੀ? ਉਹ ਦੁਨੀਆ ਦੀ ਅਸਲੀਅਤ ਸਮਝਾਉਂਦੇ ਹਨ, ਅਸਲ ਦੇ ਮਿਲਣ ਦਾ ਸਾਡੇ ਅੰਦਰ ਸ਼ੌਕ ਔਰ ਪਿਆਰ ਪੈਦਾ ਕਰਦੇ ਹਨ। ਉਹਨਾਂ ਨੇ ਕੋਈ ਕੌਮ ਨਹੀਂ ਬਣਾਈ, ਕੋਈ ਮਜ਼ਹਬ ਨਹੀਂ ਬਣਾਇਆ, ਕੋਈ ਮੁਲਕ ਨਹੀਂ ਬਣਾਇਆ, ਔਰ ਉਹ ਸਿਰਫ ਸਾਡੇ ਅੰਦਰ ਮਾਲਿਕ ਦੇ ਮਿਲਣ ਦਾ ਸ਼ੌਕ ਪੈਦਾ ਕਰਦੇ ਹਨ। ਲੇਕਿਨ ਅਸੀਂ ਇਤਨੇ ਸ਼ਰੀਅਤ ਦੇ ਪਾਬੰਦ ਹਾਂ, ਸ਼ਰੀਅਤ ਦੇ ਕੈਦੀ ਹਾਂ। ਸ਼ਰੀਅਤ ਨੇ ਸਾਨੂੰ ਇਤਨਾ ਅੰਧਾ ਕੀਤਾ ਹੋਇਆ ਹੈ ਕਿ ਸਾਨੂੰ ਸਮਝ ਹੀ ਨਹੀਂ ਆਉਂਦੇ ਅਸੀਂ ਕਰਨ ਕੀ ਲੱਗੇ ਹੋਏ ਹਾਂ। ਪਿੱਛੋਂ ਪਛਤਾਉਣ ਦਾ ਕੀ ਫਾਇਦਾ ਹੈ? ਉਸ ਵੇਲੇ ਤਾਂ ਸਾਡੀ ਸਭ ਦੀ ਮੱਤ ਮਾਰੀ ਜਾਂਦੀ ਹੈ। ਇਸ ਵਾਸਤੇ ਸਵਾਮੀ ਜੀ ਕਹਿੰਦੇ ਸਭੀ ਦੇ ਸਭ ਕੁਛ ਹੀ ਆ ਅਸੀਂ, ਲੇਕਿਨ ਫਿਰ ਵੀ ਸਾਡਾ ਮਨ ਇਹਨਾਂ ਦਾ ਮੋਹ ਨਹੀਂ ਛੱਡਦਾ, ਇਹਨਾਂ ਦਾ ਪਿਆਰ ਨਹੀਂ ਛੱਡਦਾ। कहाँ लगे कहूँ इस मन को, उन्हीं से मांस नुचवाई। गुरु और साध कहें बहु विद, कहने उनकी न पति आई। स्वामी जी कहते संतां महात्मा दे तां समझाउण दी कोई कमी नहीं है। महात्मा ने जिंदगियां लगा दित्तियां सानू साफ सुथरियां छोटियां छोटियां गल्लां समझाउण वास्ते। 40-40 50-50 साल महात्मा ने साडे वास्ते साडी सेवा विच खर्च कीते हन। कितने कितने बड़े ग्रंथ पोथियां लिखे हन, कितनियां कितनियां महात्मा दियां बाणियां इकट्ठियां करके सानू समझाया है कि दुनिया ने नाश हो जाना है, फना हो जाना है, थानू इहदे चों सुख नहीं मिलना, थानू इहदे चों शांति नहीं मिलनी। शांति सिर्फ मालिक दे भगती और मालिक दे प्यार विच है। महात्मा ने समझाउण दी तां कमी नहीं है। एक कंन चों सुणदे हां, दूए कंन चों कढ दिंदे हां। असीं कहंदे पता नहीं किन्ना वास्ते महात्मा कहण लगे होए हन। इस वास्ते स्वामी जी कहंदे महात्मा दा की कसूर है? साडे कर्म ही ऐसे हन, साडी मत ही ऐसी है कि साडी समझ विच ही कुछ नहीं आउंदा। गुरु और साध कहें बहु विद, कहने उनकी न पति आई। मेरे बिना क्या कोई माने, कही राधा स्वामी ये गाई। सब कुछ समझा के स्वामी जी कहते दुनिया के जीवां का भी की कसूर है। जितना चिर मालिक इन्हां ते दया मेहर नहीं करता, इन्हां दी समझ किस तरह आ सकता है? क्योंकि दुनिया के जीव अंधे हन, मालिक अखां वाला है। अखां वाले नू अंधा अखां वाला ही अंधे नू बुलावे तां बुलावे, अंधेरे चों कढे तां कढे, तां किते जाके अंधेरे चों निकल सकता है। सो मालिक ही साडे ते दया मेहर बख्शिश करे, तां सानू किते दुनिया की असलियत की समझ आवे, तां साडा ख्याल मालिक दे भगती तरफ जावे। सो सानू भी चाहिदा है स्वामी जी महाराज दे उपदेश तो फायदा उठा के अपने दुनिया दे रचना दे शक्लां और पदार्थां चों मोह और प्यार कढिए, अंदर शब्द और नाम दे नाल अपने ख्याल नू जोड़िए। मेरे बिना क्या कोई माने, कही राधा स्वामी ये